हालेलुया। धन्नवाद है प्रभु का। किस विषय ते असीं गल कर रहे सीगे? परमेश्वर का भगती का चुनिया होया एक स्थान। आओ इस विषय नूं आपां बंद करदे एक विषय नूं शुरू करते हैं। इब्रानियां दी पत्री 1 अध्याय 1 ਤੋਂ 3 तक पढ़ते हैं। परमेश्वर ने जिन पिछले ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲ ਕੀਤੀ ਸੀ, ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀਂ ਗੱਲ ਕੀਤੀ, ਜਿਹਨੂੰ ਉਹਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ। ਉਹ ਉਸੇ ਦੇ ਤੇਜ ਦਾ ਪ੍ਰਤੀਬਿੰਬ ਅਤੇ ਉਸੇ ਦੇ ਤਾਜ ਦਾ ਨਕਸ਼ ਹੋ ਕੇ ਆਪਣੇ ਸਮਰੱਥਾ ਦੇ ਵਚਨ ਨਾਲ ਸਭਨਾ ਵਸਤਾਂ ਨੂੰ ਸੰਭਾਲ ਕੇ ਔਰ ਪਾਪ ਤੋਂ ਸਾਫ਼ ਕਰਕੇ ਪਰਮ ਧਾਮ ਵਿੱਚ श्री वाहिगुरु दे सज्जे पासे विराजमान होया। एक हवाला और पढ़ते हैं, उत्पत्ति की किताब 1 अध्याय 26 ते 27 पढ़ते हैं। तब परमेश्वर ने आख्या कि असीं आदमी नूं अपने स्वरूप उत्ते और अपने वर्गा बनाईए अते ओ समुंदर दीआं मछियां उत्ते अते आकाश दे पंछियां उत्ते अते डंगरां उत्ते सगों सारी धरती उत्ते ਅਤੇ ਧਰਤੀ ਉੱਪਰ ਸਾਰੇ ਘਿਸਣ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ ਔਰ ਨਰ ਨਾਰੀ ਉਸ ਨੇ ਉਹਨਾਂ ਨੂੰ ਉਤਪਤ ਕੀਤਾ। ਆਓ ਸਾਰੇ ਅੱਖਾਂ ਬੰਦ ਕਰੀਏ। ਪ੍ਰਭੂ ਯਿਸੂ ਤੇਰਾ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ इस समय के लिए, इस घड़ी के लिए। हज़ारां लोग प्रभु इस समय में नहीं आ सके, लेकिन तू सानू बख्शिया। असी तेरी हजूरी में प्रभु यीशु तेरे वचन सुनने के लिए इकट्ठे हुए हैं पिता। प्रभु यीशु ये अहम समा जो तेरे वचन के सुनन दा, तेरे बोलन का समय प्रभु, साढ़े चुप हो जाता समय असी अपने आप नूं पिछे कर लैने, चुप हो जाने। प्रभु तू साढ़े कन्नां दा खतना कर दे, तेरे मिठे बोल साढ़े कन्नां विच पैण, साढ़े जीवन बदल जान। असी जिन्ने लोग तेरे हजूर विच खड़े हाँ, एक आस नूं लैके, एक उम्मीद नूं लैके, तू सानूं सारिआं नूं एक मसा दे हेठ ले लै। और पिता परमेश्वर साढ़े सारिआं दे विच तेरी इच्छा पूरी होवे। जद कि असी तेरी हजूरी में आए प्रभु, ये तू लैके आया पिता, तेरा धन्नवाद करते हैं सारिया गल्लां दे लई। ये प्रार्थना यीशु मसीह नाम च मंगते हैं। सारे बैठ जाओ। सारे बोलो हालेलुया। सारे खुश? प्रभु तुहानू बरकत देवे। धन्नवाद है प्रभु का। पिछले समय असीं गल कर रहे सीगे परमेश्वर दा भगती लई चुनिया होया स्थान। उस विषय ते आपां गल कीती और अज इस विषय नूं असीं लैंदे हां। उस विषय नूं बंद करदे होए ये विषय भाई ब्राहनम ने प्रचारिया 11 फरवरी 1962 दे विच। इस विषय नूं नाम दिता गया एकता। किहड़ा नाम दिता गया? एकता। प्रभु का धन्नवाद है। एकता विषय ते आपां अज गल करदे हां। भाई ब्राहनम दे जिहड़े भी विषय प्रचारे गए ने, उहदी अपनी कल्पना नहीं सीगी। ये परमेश्वर की प्रेरणा सी जिहड़ी उहदे नाल सीगी। उहनूं दस्सिया जांदा सीगा
ਜੋ ਉਹਨੇ ਪ੍ਰਚਾਰ ਕਰਨਾ ਸੀਗਾ। ਇਸੇ ਤਰ੍ਹਾਂ ਜਿੰਨੇ ਅਸੀਂ ਇੱਥੇ ਬੈਠੇ ਹਾਂ, ਅੱਜ ਉਹਨਾਂ ਗੱਲਾਂ ਨੂੰ ਲੈ ਰਹੇ ਹਾਂ ਜੋ ਭਾਈ ਬ੍ਰਾਹਨਮ ਤੇ ਖੋਲ੍ਹੀਆਂ ਗਈਆਂ। ਇਹ ਪੁਸਤਕ ਜਿਹੜੀ, ਇਹ ਬਾਈਬਲ ਜਿਹੜੀ ਹੈ, ਜੋ ਸਮਝ ਤੋਂ ਬਾਹਰ ਸੀਗੀ, ਭਾਈ ਬ੍ਰਾਹਨਮ ਨੇ ਇਸ ਬਾਈਬਲ ਨੂੰ ਖੋਲ੍ਹ ਕੇ ਆਪਣੇ ਲੋਕਾਂ ਤੱਕ ਪਹੁੰਚਾਇਆ। ਇਸ ਬਾਈਬਲ ਦੀ ਸਾਨੂੰ ਸਮਝ ਲੱਗੀ, ਸਾਡੇ ਲਈ ਇੱਕ ਇਹ ਪ੍ਰਕਾਸ਼ਨ ਲੈ ਕੇ ਆਈ, ਇੱਕ ਨਵੀਂ ਬਾਈਬਲ ਬਣ ਗਈ। ਔਰ ਪ੍ਰਭੂ ਦਾ ਧੰਨਵਾਦ ਹੈ ਕਿ ਹੁਣ ਜਿੰਨੇ ਅਸੀਂ ਇੱਥੇ ਬੈਠੇ ਹਾਂ, ਅਸੀਂ ਉਹਦੇ ਵਚਨ ਨੂੰ ਪਿਆਰ ਕਰਦੇ ਹਾਂ। ਜਿਹੜਾ ਉਹਦੇ ਵਚਨ ਨੂੰ ਪਿਆਰ ਕਰਦਾ, ਉਹਦੇ ਵਚਨ ਦੀ ਪਾਲਣਾ ਕਰਦਾ, ਤੇ ਪ੍ਰਭੂ ਵੀ ਉਹਨੂੰ ਕੀ ਕਰਦਾ? ਪਿਆਰ ਕਰਦਾ। ਇਹਦਾ ਮਤਲਬ ਇਹ ਹੈ ਵੀ ਅਸੀਂ ਪ੍ਰਭੂ ਦੇ ਪਿਆਰੇ ਲੋਕ ਹਾਂ। ਅਸੀਂ ਪ੍ਰਭੂ ਦੇ ਕੀ ਹਾਂ? ਪਿਆਰੇ ਲੋਕ। ਔਰ ਆਪਣੇ ਪਿਆਰੇ ਲੋਕਾਂ ਨੂੰ ਜਦੋਂ ਆਪਣੇ ਘਰੋਂ ਬੁਲਾਉਂਦਾ ਹੈ, ਆਪਣੇ ਭਵਨ ਦੇ ਵਿੱਚ ਬੁਲਾਉਂਦਾ ਹੈ, ਤਾਂ ਉਹ ਇਸ ਲਈ ਬੁਲਾਉਂਦਾ ਹੈ ਕਿ ਉਹ ਕੁਝ ਗੱਲਾਂ ਸਾਡੇ ਨਾਲ ਕਰ ਸਕੇ। ਉਹ ਆਪਣੇ ਪਿਆਰਿਆਂ ਦੇ ਨਾਲ ਕੁਝ ਆਪਣੇ ਮਨ ਦੀਆਂ ਗੱਲਾਂ ਕਰ ਸਕੇ। ਇਸ ਕਰਕੇ ਉਹ ਬੁਲਾਉਂਦਾ ਆਪਣੇ ਕੋਲ। ਔਰ ਪ੍ਰਭੂ ਦਾ ਧੰਨਵਾਦ ਹੈ, ਇਹ ਏਕਤਾ ਸ਼ਬਦ ਦਾ ਜਿਹੜਾ ਮਤਲਬ ਹੈ, ਏਕਤਾ ਸ਼ਬਦ ਦਾ ਮਤਲਬ ਹੈ ਕਿਸੇ ਦੇ ਨਾਲ ਇੱਕ ਹੋ ਜਾਣਾ। ਕਿਸੇ ਦੇ ਨਾਲ ਕੀ ਹੋ ਜਾਣਾ? ਇੱਕ ਹੋ ਜਾਣਾ। ਵਨਨੈਸ ਇਹਨੂੰ ਕਿਹਾ ਗਿਆ ਵੀ ਏਕਤਾ ਕਿਸੇ ਦੇ ਨਾਲ ਇੱਕ ਹੋ ਜਾਣ ਦਾ ਇਹ ਮਤਲਬ ਦੱਸਦੀ ਹੈ। ਔਰ ਅਸੀਂ ਇੱਥੇ ਜਿੰਨੇ ਬੈਠੇ ਹਾਂ, ਇਹ ਗੱਲ ਦਾ ਧਿਆਨ ਰੱਖਣਾ ਹੈ ਭੈਣੋ ਭਾਈਓ, ਕਿਸੇ ਦੇ ਨਾਲ ਇੱਕ ਹੋ ਜਾਣ ਦਾ ਮਤਲਬ ਏਕਤਾ ਹੈ। ਤੇ ਜ਼ਰੂਰੀ ਹੈ ਕਿ ਅਸੀਂ ਕਿਹਦੇ ਨਾਲ ਇੱਕ ਹੋਣਾ ਹੈ, ਸਾਨੂੰ ਇਸ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਇਸ ਗੱਲ ਬਾਰੇ ਅਸੀਂ ਜ਼ਰੂਰ ਜਾਣਕਾਰੀ ਰੱਖਣੀ ਹੈ ਕਿ ਜੇ ਮੈਂ ਕਿਸੇ ਦੇ ਨਾਲ ਇੱਕ ਹੋਣ ਦੇ ਲਈ ਜਾ ਰਿਹਾ, ਤਾਂ ਇਹ ਜਿਹਦੇ ਨਾਲ ਮੈਂ ਇੱਕ ਹੋਣ ਦੇ ਲਈ ਜਾ ਰਿਹਾ, ਕੀ ਇਹ ਪਰਮੇਸ਼ਰ ਵੱਲੋਂ ਏਕਤਾ? ਇਹ ਇੱਕ ਹੋ ਜਾਣਾ ਕੀ ਪਰਮੇਸ਼ਰ ਵੱਲੋਂ? ਭਾਈ ਬ੍ਰਾਹਨਮ ਨੇ ਆਖਿਆ ਏਕਤਾ, ਕਿਸੇ ਦੇ ਨਾਲ ਇੱਕ ਹੋ ਜਾਣਾ, ਅਸੀਂ ਬੜਾ ਇਹਨੂੰ ਗੰਭੀਰਤਾ ਦੇ ਨਾਲ ਲੈਣਾ ਹੈ, ਬੜਾ ਸੋਚ ਸਮਝ ਕੇ ਕਿਸੇ ਨਾਲ ਇੱਕ ਹੋਣਾ ਹੈ। ਜਦੋਂ ਅਸੀਂ ਕਿਸੇ ਨਾਲ ਇੱਕ ਹੋ ਜਾਂਦੇ ਹਾਂ, ਤਾਂ ਉਹਦੇ ਵਿੱਚ ਫਿਰ ਕੋਈ ਵੀ ਤੀਸਰਾ ਨਹੀਂ ਹੋ ਸਕਦਾ, ਕੋਈ ਦੂਸਰਾ ਨਹੀਂ ਹੋ ਸਕਦਾ। ਇੱਕ ਹੋ ਜਾਣ ਦਾ ਮਤਲਬ ਹੈ ਇੱਕ ਜ਼ੁਬਾਨ, ਇੱਕ ਸੁਭਾਅ, ਇੱਕ ਵਿਚਾਰ, ਇੱਕ ਹੀ ਕੰਮ। ਇੱਕ ਹੋ ਜਾਣ ਦਾ ਮਤਲਬ ਇਹ ਹੈ ਵੀ ਇੱਕ ਜਾਣਾ ਜੋ ਬੋਲਦਾ ਹੈ, ਜੋ ਉਹਦੇ ਨਾਲ ਇੱਕ ਹੋਇਆ, ਉਹ ਵੀ ਉਹੀ ਬੋਲੇ। ਕੁਝ ਵੱਖਰਾ ਨਹੀਂ, ਕੋਈ ਵੱਖਰੀ ਸਮਝ ਨਹੀਂ, ਵੱਖਰਾ ਸੁਭਾਅ ਨਹੀਂ, ਕੁਝ ਵੀ ਵੱਖਰਾ ਨਹੀਂ। ਲਾਗੇ ਸਾਰਿਆਂ ਨੂੰ ਸਮਝ? ਪ੍ਰਭੂ ਦਾ ਧੰਨਵਾਦ ਹੈ ਕਿ ਅੱਜ ਅਸੀਂ ਏਕਤਾ ਦੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਭੈਣੋ ਭਾਈਓ, ਜਿੰਨੇ ਅਸੀਂ ਇੱਥੇ ਬੈਠੇ ਹਾਂ। ਜਿੰਨੇ ਦੇਰ ਆਪਾਂ ਵਚਨ ਨੂੰ ਪੜ੍ਹਨਾ ਸੁਣਨਾ, ਸਾਰੇ ਇੱਥੇ ਧਿਆਨ ਰੱਖਿਆ ਜੀ, ਕਿਉਂਕਿ ਅਸੀਂ ਘਰੋਂ ਚੱਲਦੇ ਹਾਂ, ਸਾਰੇ ਘਰ ਦੇ ਕੰਮ ਛੱਡ ਕੇ, ਤਾਂ ਅਸੀਂ ਕਿਸੇ ਮਕਸਦ ਲਈ ਇੱਥੇ ਆਏ ਹਾਂ। ਜ਼ਰੂਰ ਸਾਡੇ ਜੀਵਨ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ ਜੋ ਸਾਨੂੰ ਇੱਥੇ ਲੈ ਕੇ ਆਉਂਦਾ ਹੈ। ਔਰ ਇੱਥੇ ਆਉਣ ਦਾ ਮਤਲਬ ਸਿਰਫ ਇਹੋ ਹੀ ਹੈ ਕਿ ਅਸੀਂ ਪਰਮੇਸ਼ਰ ਦੇ ਕੋਲੋਂ ਕੁਝ ਸੁਣਨਾ ਹੈ, ਪਰਮੇਸ਼ਰ ਦੇ ਕੋਲੋਂ ਕੁਝ ਸੁਣਨਾ। ਹੁਣ ਏਕਤਾ ਜਿਹੜੀ ਹੈ, ਜਿਹੜੀ ਪੇਸ਼ ਕੀਤੀ ਗਈ ਸੰਦੇਸ਼ ਦੇ ਵਿੱਚ, ਆਪਾਂ ਪੜ੍ਹਿਆ ਇਬਰਾਨੀਆਂ ਦੀ ਕਿਤਾਬ ਦੇ ਵਿੱਚ ਵੀ ਪੌਲਸ ਨੇ ਇਸ ਗੱਲ ਨੂੰ ਬਿਆਨ ਕੀਤਾ। ਉਤਪਤ ਵਿੱਚ ਵੇਖਿਆ, ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਈਏ। ਜਦੋਂ ਪਰਮੇਸ਼ਰ ਇਹ ਗੱਲ ਕਰ ਰਿਹਾ ਸੀਗਾ, ਤਾਂ ਉਹਦੇ ਅੰਦਰ ਉਹਦੀ ਬਣਾਉਣ ਦੀ ਇੱਛਾ ਜਿਹੜੀ ਸੀਗੀ, ਉਹ
ਜਦੋਂ ਆਦਮੀ ਬਣ ਗਿਆ ਤਾਂ ਉਹ ਅਸੀਂ ਦੇਖ ਸਕਦੇ ਹਾਂ ਪਰਮੇਸ਼ਰ ਦੇ ਅੰਦਰ ਇੱਛਾ ਸੀਗੀ। ਉਸ ਨੇ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ। ਉਹ ਕਾਹਦੇ ਲਈ ਬਣਾਇਆ ਗਿਆ? ਵੀ ਰਾਜ ਕਰੇ। ਕਾਹਦੇ ਲਈ ਬਣਾਇਆ ਗਿਆ? ਰਾਜ ਕਰੇ। ਇਹ 26 ਆਇਤ ਨੂੰ ਦੁਬਾਰਾ ਪੜੋ। ਕਿਹਦੇ ਕਿਹਦੇ ਤੇ ਰਾਜ ਕਰੇ? ਤਾਂ ਪਰਮੇਸ਼ਰ ਨੇ ਆਖਿਆ, ਹਾਂਜੀ, ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਹਾਂਜੀ, ਔਰ ਆਪਣੇ ਵਰਗਾ ਬਣਾਈਏ। ਹਾਂਜੀ। ਅਤੇ ਉਹ ਸਮੁੰਦਰ ਦੀਆਂ ਉਹ ਮੱਛੀਆਂ, ਸਮੁੰਦਰ ਦੀਆਂ ਮੱਛੀਆਂ ਉੱਤੇ। ਸਮੁੰਦਰ ਕਿਹਨੇ ਬਣਾਇਆ? ਪਰਮੇਸ਼ਰ ਨੇ। ਸਮੁੰਦਰ ਦੇ ਵਿੱਚ ਰਹਿਣ ਵਾਲੀਆਂ ਮੱਛੀਆਂ ਕਿਹਨੇ ਬਣਾਈਆਂ? ਪਰਮੇਸ਼ਰ ਨੇ। ਹੁਣ ਪਰਮੇਸ਼ਰ ਆਪਣੀ ਕੀਤੀ ਹੋਈ ਰਚਨਾ ਤੇ ਇੱਕ ਰਾਜਾ ਠਹਿਰਾ ਰਿਹਾ ਰਾਜ ਕਰਨ ਦੇ। ਰਾਜਾ ਕੀ ਕਰਦਾ ਹੈ? ਰਾਜ ਕਰਦਾ। ਔਰ ਆਪਾਂ ਇਹ ਦੇਖਣਾ ਹੈ, ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਤੇ ਬਣਾ ਕੇ ਇਹ ਕਿਹਾ ਵੀ ਤੂੰ ਸਮੁੰਦਰ ਦੀਆਂ ਮੱਛੀਆਂ ਤੇ ਕੀ ਕਰ? ਰਾਜ ਕਰ। ਹਾਂਜੀ, ਆਕਾਸ਼ ਦੀਆਂ ਪੰਛੀਆਂ, ਆਕਾਸ਼ ਦੇ ਪੰਛੀਆਂ ਉੱਤੇ, ਕਿਉਂਕਿ ਇਹ ਵੀ ਮੈਂ ਹੀ ਬਣਾਏ ਨੇ। ਸਾਰੇ ਬੋਲੋ ਹਾਲੇਲੂਇਆ। ਹਾਂਜੀ। ਅਤੇ ਡੰਗਰਾਂ ਉੱਤੇ, ਡੰਗਰਾਂ ਉੱਤੇ ਇਹ ਵੀ ਮੈਂ ਹੀ ਬਣਾਏ ਨੇ। ਹਾਂਜੀ। ਸਗੋਂ ਸਾਰੀ ਧਰਤੀ ਉੱਤੇ, ਸਗੋਂ ਸਾਰੀ ਧਰਤੀ ਉੱਤੇ। ਹਾਂਜੀ। ਧਰਤੀ ਉੱਪਰ ਸਾਰੇ ਕਿਸਰਨ ਵਾਲਿਆਂ ਤੇ ਰਾਜ ਕਰਨ। ਸਾਰੇ ਬੋਲੋ ਹਾਲੇਲੂਇਆ। ਰਾਜ ਕਰ ਕੇ ਰਾਜ ਕਰਨ। ਰਾਜ ਕਰਨ ਯਾਨੀ ਕਿ ਜੋ ਅੱਗੇ ਵੀ ਆਵੇਗਾ ਉਹ ਵੀ ਵਿੱਚ ਹੀ ਹੈ। ਸਾਰੇ ਬੋਲੋ ਹਾਲੇਲੂਇਆ। ਅਸੀਂ ਪਰਮੇਸ਼ਰ ਦੀ ਯੋਜਨਾ ਨੂੰ ਸਮਝਣਾ ਹੈ। ਜਿੰਨੀ ਦੇਰ ਸਾਨੂੰ ਪਰਮੇਸ਼ਰ ਦਾ ਪ੍ਰੋਗਰਾਮ, ਤਾਂ ਇਬਰਾਨ ਨਾਮ ਨੇ ਆਖਿਆ ਪਰਮੇਸ਼ਰ ਦਾ ਇੱਕ ਪ੍ਰੋਗਰਾਮ ਹੈ। ਪਰਮੇਸ਼ਰ ਦੀ ਯੋਜਨਾ, ਪਰਮੇਸ਼ਰ ਦਾ ਪ੍ਰੋਗਰਾਮ, ਇਹ ਅਸੀਂ ਸਮਝਣਾ ਹੈ ਵੀ ਪਰਮੇਸ਼ਰ ਜੋ ਕਰ ਰਿਹਾ ਹੈ ਨਾ, ਇਹ ਕੀ ਕਰ ਰਿਹਾ ਹੈ, ਕਿਹਦੇ ਲਈ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ, ਇਹ ਪਰਮੇਸ਼ਰ ਖੁਦ ਪਹਿਲੋਂ ਜਾਣਦਾ ਹੈ। ਜਦੋਂ ਆਦਮੀ ਜਿਹੜਾ ਹੈ ਉਹਦੇ ਸਰੂਪ ਤੇ ਬਣਾਇਆ ਗਿਆ ਉਸੇ ਤਰ੍ਹਾਂ ਹੀ ਕਰੇਗਾ। ਤੇ ਇਹ ਜ਼ਾਹਰੀ ਗੱਲ ਹੈ ਕਿ ਪਰਮੇਸ਼ਰ ਦੇ ਅੰਦਰ ਦੇ ਵਿਚਾਰਾਂ ਦੀ ਭਾਵਨਾ ਉਸ ਆਦਮੀ ਦੇ ਰਾਹੀਂ ਪਤਾ ਲੱਗੇਗੀ। ਆਦਮੀ ਨੂੰ ਕਿਸੇ ਮਕਸਦ ਲਈ ਬਣਾਇਆ ਗਿਆ। ਆਦਮੀ ਨੂੰ ਬਣਾਇਆ ਗਿਆ ਰਾਜਾ, ਔਰ ਉਹਨਾਂ ਚੀਜ਼ਾਂ ਦਾ ਰਾਜਾ ਜਿਹੜੀਆਂ ਖੁਦ ਪਰਮੇਸ਼ਰ ਨੇ ਬਣਾਈਆਂ ਨੇ। ਲਾਗੀ ਸਾਰਿਆਂ ਨੂੰ ਸਮਝ? ਕਿਸੇ ਬੰਦੇ ਦੀ ਅਧੀਨਗੀ ਦੇ ਵਿੱਚ ਨਹੀਂ ਇਹਨੂੰ ਬਣਾਇਆ ਗਿਆ। ਖੁਦ ਪਰਮੇਸ਼ਰ ਨੇ ਆਪਣੀਆਂ ਚੀਜ਼ਾਂ ਜਿਹੜੀਆਂ ਰਚੀਆਂ ਉਹਨਾਂ ਦੇ ਉੱਪਰ ਕਿਹਾ ਵੀ ਇਹ ਰਾਜ ਕਰਨ। ਇਸ ਕਰਕੇ ਮੈਨੂੰ ਆਪਣੇ ਰੂਪ ਤੇ ਆਪਣੇ ਸਰੂਪ ਤੇ ਆਪਣੇ ਵਰਗਾ ਬਣਾ ਰਿਹਾ। ਪਰਮੇਸ਼ਰ ਨੂੰ ਜੇ ਵੇਖਣਾ ਹੋਵੇ, ਉਸ ਸਮੇਂ ਅਦਨ ਦੇ ਬਾਗ ਦੇ ਵਿੱਚ ਉਸ ਆਦਮੀ ਨੂੰ ਵੇਖਿਆ ਜਾ ਸਕਦਾ ਸੀਗਾ ਵੀ ਉਹ ਪਰਮੇਸ਼ਰ ਹੀ ਸੀਗਾ। ਪਰਮੇਸ਼ਰ ਜਿਹੜਾ ਨਾ ਦਿਖਾਈ ਦੇਣ ਵਾਲਾ ਸਾਹਮਣੇ ਆਦਮੀ ਬਣਾ ਕੇ ਦਿੱਤਾ ਵੀ ਇਹਨੂੰ ਤੁਸੀਂ ਵੇਖ ਲਵੋ, ਇਹ ਮੈਂ ਹੀ ਹਾਂ। ਰਾਜਿਆਂ ਦਾ ਰਾਜਾ ਪ੍ਰਭੂ ਯਿਸੂ ਮਸੀਹ ਆਪ ਹੀ, ਪਰਮੇਸ਼ਰ ਆਪ ਹੀ ਹੈ। ਆਦਮੀ ਨੂੰ ਉਹਨੇ ਬਣਾਇਆ ਵੀ ਤੂੰ ਇੱਥੇ ਕਰ, ਰਾਜ ਕਰ ਭਾਈ। ਸਮੁੰਦਰ ਦੀਆਂ ਜਿਹੜੇ ਵਿੱਚ ਮੱਛੀਆਂ ਨੇ, ਘਬਰਾਉਣ ਦੀ ਲੋੜ ਨਹੀਂ, ਮੈਂ ਹੀ ਬਣਾਈਆਂ ਨੇ, ਇਹ ਮੇਰੀ ਰਚਨਾ ਹੈ। ਸਮੁੰਦਰ ਵੀ ਮੈਂ ਬਣਾਇਆ, ਆਕਾਸ਼ ਦੇ ਪੰਛੀ ਵੀ ਮੈਂ ਬਣਾਏ ਨੇ, ਆਕਾਸ਼ ਵੀ ਇੱਥੇ ਤੱਕ ਮੈਂ, ਸਭ ਕੁਝ ਮੈਂ ਹੀ ਬਣਾਇਆ। ਖੁਦ ਰਚਨਾਹਾਰਾ ਆਦਮੀ ਨੂੰ ਇੱਕ ਪਾਵਰ ਦੇ ਰਿਹਾ ਵੀ ਤੂੰ ਇਹਨਾਂ ਤੇ ਰਾਜ ਕਰ। ਹੁਣ ਅਸੀਂ ਦੇਖਦੇ ਹਾਂ ਭੈਣੋ ਭਾਈਓ, ਇਹ ਆਦਮੀ ਉਸ ਸਮੇਂ, ਆਦਮੀ ਤੇ ਪਰਮੇਸ਼ਰ ਇੱਕ ਸੀਗੇ। ਆਦਮੀ ਤੇ ਪਰਮੇਸ਼ਰ ਕੀ ਸੀਗੇ? ਜਦੋਂ ਆਪਾਂ 27 ਆਇਤ ਨੂੰ ਪੜ੍ਹਦੇ ਹਾਂ ਨਾ, 27 ਆਇਤ ਨੂੰ ਪੜ੍ਹੀਏ। ਸੋ ਪਰਮੇਸ਼ਰ ਨੇ ਆਦਮੀ ਨੂੰ, ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਰ ਦੇ ਸਰੂਪ ਉੱਤੇ, ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸੇ ਨੂੰ ਨਰ ਤੇ ਨਾਰੀ। ਹੁਣ ਇਸੇ ਆਦਮੀ ਦੇ ਅੰਦਰ ਔਰਤ ਵੀ ਲਾਗੀ। ਸਾਰੇ ਸਮਝ? ਸਾਰੇ ਬੋਲੋ ਹਾਲੇਲੂਇਆ। ਆਦਮੀ ਇੱਕ ਹੀ ਬਣਾਇਆ, ਇਹਦੇ ਅੰਦਰ ਹੀ ਔਰਤ ਵੀ। ਹੁਣ ਪਰਮੇਸ਼ਰ ਇੱਕ, ਆਦਮੀ ਅੱਗੇ ਨਜ਼ਰ ਆ ਰਿਹਾ ਉਹ ਇੱਕ। ਪਰਮੇਸ਼ਰ ਕੀ ਸੀਗਾ? ਆਤਮਾ ਸੀਗਾ। ਲਾਗੀ ਸਾਰਿਆਂ ਨੂੰ ਸਮਝ?
ਹੁਣ ਪ੍ਰਭੂ ਦਾ ਧੰਨਵਾਦ ਹੈ, ਨਰ ਤੇ ਨਾਰੀ ਉਤਪਤ ਕੀਤਾ, ਇਹਦਾ ਮਤਲਬ ਆਦਮੀ ਦੇ ਅੰਦਰ ਇੱਕ ਹਿੱਸਾ ਹੋਰ ਹੈ ਜਿਹੜਾ ਉਹ ਵੀ ਉਤਪਤ ਕੀਤਾ ਗਿਆ। ਪਰ ਆਪਾਂ ਇਹ ਦੇਖਦੇ ਹਾਂ, ਭਾਈ ਬ੍ਰਾਹਮ ਨੇ ਆਖਿਆ ਦੋ ਸਰੀਰ ਉਤਪਤ ਨਹੀਂ ਕੀਤੇ, ਉੱਥੇ ਇੱਕ ਹੀ ਉਤਪਤ ਕੀਤਾ। ਆਤਮਾ ਇੱਕ ਹੈ, ਉਹ ਕਿੱਥੇ ਹੈ? ਆਦਮੀ ਦੇ ਅੰਦਰ ਆਤਮਾ, ਪਰਮੇਸ਼ਰ ਆਦਮੀ ਦੇ ਅੰਦਰ। ਹੁਣ ਅਸੀਂ ਦੇਖਦੇ ਹਾਂ ਧਰਤੀ ਤੇ ਅੱਜ ਲੋਕ ਇਸ ਏਕਤਾ ਨੂੰ ਲੈ ਕੇ ਜੇ ਕੁਝ ਹੋਰ ਹੀ ਮਤਲਬ ਕੱਢਦੇ ਨੇ, ਬਈ ਸਾਨੂੰ ਇੱਕ ਹੋ ਜਾਣਾ ਚਾਹੀਦਾ। ਸਾਨੂੰ ਕੀ ਹੋ ਜਾਣਾ ਚਾਹੀਦਾ ਹੈ? ਇੱਕ ਹੋ ਜਾਣਾ ਚਾਹੀਦਾ। ਪਰ ਅਸੀਂ ਇਹ ਦੇਖਣਾ ਹੈ ਵੀ ਅਸੀਂ ਇੱਕ ਹੋਣਾ ਕਿਹਦੇ ਨਾਲ ਹੈ। ਅਸੀਂ ਇੱਕ ਜਦੋਂ ਹੁੰਨੇ ਆ, ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਅਸੀਂ ਇੱਕ ਕਿਹਦੇ ਨਾਲ ਹੋ ਰਹੇ ਹਾਂ। ਪਰਮੇਸ਼ਰ ਦੇ ਨਾਲ ਇੱਕ ਹੋਣ ਦੇ ਲਈ ਤੁਹਾਨੂੰ ਇਹ ਜ਼ਰੂਰ ਜਾਂਚਣਾ ਪਵੇਗਾ ਕਿ ਪਰਮੇਸ਼ਰ ਦਾ ਵਚਨ ਇਹਦੇ ਬਾਰੇ ਕੀ ਕਹਿ ਰਿਹਾ। ਜੇ ਪਰਮੇਸ਼ਰ ਦਾ ਵਚਨ ਕੁਝ ਹੋਰ ਕਹਿ ਰਿਹਾ, ਅਸੀਂ ਧਰਤੀ ਦੇ ਕਹਿ ਰਹੇ ਅਸੀਂ ਇੱਕ ਹਾਂ। ਹੁਣ ਏਕਤਾ ਦਾ ਮਤਲਬ ਇੱਕ ਹੋ ਜਾਣਾ ਹੈ। ਜਦੋਂ ਅਸੀਂ ਕਿਸੇ ਨਾਲ ਏਕਤਾ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਹ ਕਹਿਣਗੇ ਵੀ ਸਾਡੀ ਟੀਮ ਇੱਕ ਹੈ, ਸਾਡੀ ਟੀਮ ਇੱਕ ਹੈ, ਸਾਡਾ ਗਰੁੱਪ ਇੱਕ ਹੈ। ਹੁਣ ਉਹ ਆਪਣੇ ਤਰੀਕੇ ਨਾਲ ਕੁਝ ਵੀ ਕਹਿ ਲੈਣ, ਪਰ ਜਿਸ ਏਕਤਾ ਦੇ ਬਾਰੇ ਅਸੀਂ ਸਿੱਖਣਾ ਹੈ ਭੈਣੋ ਭਾਈਓ, ਜਿਹੜੀ ਏਕਤਾ ਦੀ ਬਾਈਬਲ ਗੱਲ ਕਰ ਰਹੀ ਹੈ, ਜਿਹੜੀ ਏਕਤਾ ਬਾਰੇ ਪਰਮੇਸ਼ਰ ਖੁਦ ਗੱਲ ਕਰ ਰਿਹਾ, ਅਸੀਂ ਉਸ ਨੂੰ ਦੇਖਣਾ ਹੈ ਵੀ ਅਸੀਂ ਇੱਕ ਕਿਹਦੇ ਨਾਲ ਹੋ ਰਹੇ ਹਾਂ। ਸਾਨੂੰ ਇੱਕ ਹੋਣ ਦੇ ਲਈ ਕਿਹਾ ਗਿਆ, ਕਿਹਦੇ ਨਾਲ ਇੱਕ ਹੋਣ ਦੇ ਲਈ ਕਿਹਾ ਗਿਆ। ਆਓ यूहन्ना ਦੀ ਇੰਜੀਲ ਦੇ ਵਿੱਚ ਕੁਝ ਗੱਲਾਂ ਪੜ੍ਹੀਏ। ਸਭ ਨੇ ਧਿਆਨ ਰੱਖਣਾ ਇੱਥੇ। यूहन्ना ਦੀ ਇੰਜੀਲ 17 ਦੇ ਪ੍ਰਭੂ ਯਿਸੂ ਮਸੀਹ ਗੱਲ ਕਰ ਰਿਹਾ ਆਪਣੇ ਪਿਤਾ ਦੇ ਨਾਲ। ਆਪਾਂ ਪੜ੍ਹਦੇ 11 ਆਇਤ ਪੜ੍ਹਦੇ ਹਾਂ। ਮੈਂ ਅੱਗੇ ਨੂੰ ਜਗਤ ਵਿੱਚ ਨਹੀਂ, ਮੈਂ ਅੱਗੇ ਨੂੰ ਜਗਤ ਵਿੱਚ ਨਹੀਂ, ਪਰ ਇਹ ਜਗਤ ਵਿੱਚ ਹਨ। ਪਰ ਇਹ ਕਿੱਥੇ ਹੋਣਗੇ? ਇਹ ਜਗਤ ਵਿੱਚ ਹੋਣਗੇ। ਅਤੇ ਮੈਂ ਤੇਰੇ ਕੋਲ ਆਉਂਦਾ ਹਾਂ, ਮੈਂ ਤੇਰੇ ਕੋਲ ਆਉਂਦਾ ਹਾਂ। हे ਪਵਿੱਤਰ ਪਿਤਾ, हे ਪਵਿੱਤਰ ਪਿਤਾ, ਆਪਣੇ ਹੀ ਉਸ ਨਾਮ ਨਾਲ, ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ, ਉਹਨਾਂ ਦੀ ਰੱਖਿਆ ਕਰ। ਉਹਨਾਂ ਦੀ ਰੱਖਿਆ ਕਰ। ਇਸ ਲਈ, ਇਸ ਕਰਕੇ ਰੱਖਿਆ ਕਰ ਜੋ ਉਹ ਸਾਡੇ ਵਾਂਗਰ ਇੱਕ ਹੋਣ। ਸਾਡੇ ਵਾਂਗਰ ਇੱਕ ਹੋਣ। ਸਾਰੇ ਬੋਲੋ ਹਾਲੇਲੂਇਆ। ਜਿਹੜਾ ਨਾਮ ਤੂੰ ਮੈਨੂੰ ਦਿੱਤਾ, ਉਸੇ ਨਾਮ ਦੇ ਨਾਲ ਮੈਂ ਇਹਨਾਂ ਦੀ ਰੱਖਿਆ ਕੀਤੀ ਹੈ, ਤੇ ਤੂੰ ਇਹਨਾਂ ਦੀ ਰੱਖਿਆ ਇਸ ਕਰਕੇ ਕਰ ਕਿ ਸਾਡੇ ਵਾਂਗ ਇੱਕ ਹੀ ਹੋਣ। ਜਦੋਂ ਏਕਤਾ ਦੇ ਵਿੱਚ ਨਾਮ ਹੀ ਇੱਕ ਦਿੱਤਾ ਗਿਆ, ਇੱਕ ਨਾਮ ਦਿੱਤਾ ਗਿਆ ਹੈ, ਤਾਂ ਉਹ ਨਾਮ ਅਸੀਂ ਜਾਣਦੇ ਹਾਂ ਪ੍ਰਭੂ ਯਿਸੂ ਮਸੀਹ। ਆਪਾਂ ਨਾਮ ਵਾਲੇ ਪਾਸੇ ਨਹੀਂ ਦੇਖਣਾ, ਅਸੀਂ ਦੇਖਣਾ ਹੈ ਏਕਤਾ ਵਾਲੇ ਪਾਸੇ। ਯਿਸੂ ਮਸੀਹ ਪ੍ਰਾਰਥਨਾ ਦੇ ਵਿੱਚ ਆਪਣੇ ਪਿਤਾ ਦੇ ਨਾਲ ਏਕਤਾ ਦੇ ਬਾਰੇ ਗੱਲ ਕਰ ਰਿਹਾ, ਇੱਕ ਹੋਣ ਦੇ ਬਾਰੇ ਗੱਲ ਕਰ ਰਿਹਾ। ਜੇ ਆਪਾਂ ਇਸ ਤੋਂ ਪਹਿਲਾਂ 5 ਆਇਤ ਪੜਾਂਗੇ, ਉੱਥੇ ਨੇ ਕਿਹਾ ਜਿਵੇਂ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਤੂੰ ਮੈਨੂੰ ਪਿਆਰ ਕਰਦਾ ਸੈਂ, ਮੇਰੇ ਨਾਲ ਸੰਗਤੀ ਕਰਦਾ ਸੈਂ। ਹੁਣ ਯਿਸੂ ਮਸੀਹ ਦੀ ਏਕਤਾ ਕਿਹਦੇ ਨਾਲ ਹੈ? ਆਪਣੇ ਪਿਤਾ ਦੇ ਨਾਲ। ਜੇ ਯਿਸੂ ਮਸੀਹ ਧਰਤੀ ਦੇ ਸਰੀਰ ਵਿੱਚ ਅਸੀਂ ਵੇਖੀਏ ਤਾਂ ਸਰੀਰ ਦੇ ਵਿੱਚ ਉਹ ਪ੍ਰਾਰਥਨਾ ਕਰ ਰਿਹਾ ਹੈ ਵੀ ਇਹ ਸਾਡੇ ਵਾਂਗਰ ਕੀ ਹੋਣ? ਇੱਕ ਹੋਣ। ਆਓ 21 ਆਇਤ ਵੀ ਪੜ੍ਹੀਏ। ਜੋ ਉਹ ਸਭ ਇੱਕ ਹੋਣ, ਜੋ ਉਹ ਸਭ ਇੱਕ ਹੋਣ, ਜਿਸ ਤਰ੍ਹਾਂ ਹੈ ਪਿਤਾ, ਜਿਸ ਤਰ੍ਹਾਂ ਹੈ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਤੇ ਵਿੱਚ ਮੈਂ ਤੇਰੇ ਵਿੱਚ ਹਾਂ। ਲਾਗੇ ਸਾਰਾ ਸਮਝ। ਹੁਣ ਇੱਥੇ ਅਸੀਂ ਕੁਝ ਗੱਲਾਂ ਦੇਖਣੀਆਂ ਨੇ ਭੈਣੋ ਭਾਈਓ। ਪਰਿਵਾਰ ਦੇ ਵਿੱਚ ਵੀ ਏਕਤਾ ਹੁੰਦੀ ਹੈ, ਪਰਿਵਾਰ ਦੇ ਵਿੱਚ ਵੀ ਏਕਤਾ ਹੁੰਦੀ ਹੈ, ਸਮਾਜ ਦੇ ਵਿੱਚ ਵੀ ਏਕਤਾ ਹੁੰਦੀ ਹੈ, ਹਰ ਧਾਰਮਿਕ ਸਥਾਨ ਤੇ ਏਕਤਾ ਹੁੰਦੀ ਹੈ। ਇਸੇ ਤਰ੍ਹਾਂ ਮਸੀਹਤ ਵੀ ਇੱਕ ਏਕਤਾ ਦੀ ਗੱਲ ਕਰ ਰਹੀ ਹੈ, ਬਾਈਬਲ ਵੀ ਇੱਕ ਏਕਤਾ ਦੀ ਗੱਲ ਕਰ ਰਹੀ ਹੈ। ਜਦ ਕਿ ਪਰਿਵਾਰ ਇੱਕ ਧਰਤੀ ਦਾ, ਬੱਚੇ ਨੇ, ਮਾਂ-ਬਾਪ ਹੈ, ਭੈਣ ਭਾਈ ਨੇ। ਭਾਈ ਬ੍ਰਾਹਮ ਨੇ ਆਖਿਆ ਇੱਕ ਪਰਿਵਾਰ ਦੇ ਵਿੱਚ, ਜਦੋਂ ਆਪਾਂ ਪੌਲਸ ਦੀ ਗੱਲਾਂ ਪੜ੍ਹਦੇ ਹਾਂ ਅਫਸੀਆਂ ਦੀ ਕਿਤਾਬ ਦੇ ਵਿੱਚ, ਆਪਣੇ ਮਾਪਿਆਂ ਦੀ ਆਗਿਆ ਕਰੋ,
ਜਿਹੜੇ ਬੱਚੇ ਆਪਣੇ ਮਾਪਿਆਂ ਦੀ ਆਗਿਆਕਾਰੀ ਨਹੀਂ ਕਰਦੇ, ਇਹਦਾ ਮਤਲਬ ਕੀ ਹੈ? ਉਹ ਇੱਕ ਨਹੀਂ। ਉਹ ਇੱਕ, ਜੇ ਇੱਕ ਹੋਣ ਤਾਂ ਆਗਿਆਕਾਰੀ ਕਰਨ, ਕਿਉਂਕਿ ਯਿਸੂ ਮਸੀਹ ਕਹਿ ਰਿਹਾ ਵੀ ਜਿਵੇਂ ਤੂੰ ਤੇ ਮੈਂ ਇੱਕ ਆ। ਤਾਂ ਆਪਾਂ ਯਿਸੂ ਮਸੀਹ ਦੀ ਤਸਵੀਰ ਬਾਈਬਲ 'ਚ ਦੇਖਦੇ ਹਾਂ। ਫਿਲਿੱਪੀਆਂ ਦੀ ਕਿਤਾਬ ਪੌਲਸ ਨੇ ਕਿਹਾ ਸਲੀਬ ਦੀ ਮੌਤ ਤਾਈਂ ਆਗਿਆ ਕਰ ਰਿਹਾ। ਯਿਸੂ ਮਸੀਹ ਸਲੀਬ ਦੀ ਮੌਤ ਤਾਈਂ ਕੀ ਰਿਹਾ? ਕਿਉਂਕਿ ਇੱਕ ਸੀਗਾ। ਧਰਤੀ ਤੇ ਉਹਦਾ ਕੋਈ ਵਜੂਦ ਨਹੀਂ, ਉਹਦੀ ਕੋਈ ਪਹਿਚਾਣ ਨਹੀਂ। ਯਸ਼ਾਇਆ ਦੀ ਕਿਤਾਬ ਨੇ ਉਹਦੀ ਪਹਿਚਾਣ ਦੱਸੀ। ਧਰਤੀ ਤੇ ਸਿਆਣਾ ਨਹੀਂ ਗਿਆ, ਕਿਉਂਕਿ ਉਹ ਪਿਤਾ ਦੇ ਨਾਲ ਇੱਕ ਸੀਗਾ, ਧਰਤੀ ਦੇ ਨਾਲ ਇੱਕ ਨਹੀਂ ਸੀਗਾ। ਤਾਂ ਹੀ ਧਰਤੀ ਨੇ ਪਹਿਚਾਣਿਆ ਨਹੀਂ। ਜੇ ਫਰੀਸੀਆਂ ਦੇ ਨਾਲ ਇੱਕ ਹੁੰਦਾ ਤਾਂ ਫਰੀਸੀਆਂ ਨੇ ਪਹਿਚਾਣ ਜਾਣਾ ਸੀ ਤਾਂ ਸਾਡਾ ਆਪਣਾ ਹੀ ਸੁਆਮੀ ਹੈ, ਸਾਡਾ ਆਪਣਾ ਰਚਨਹਾਰ ਹੈ। ਪਰ ਉਹਦੀ ਏਕਤਾ ਕਿਤੇ ਹੋਰ ਸੀਗੀ। ਅੱਜ ਅਸੀਂ ਵੀ ਦੇਖਣਾ ਹੈ, ਜਿੱਥੇ ਸਾਡੀ ਏਕਤਾ ਹੁੰਦੀ ਨਾ ਉੱਥੇ ਅਸੀਂ ਪਹਿਚਾਣੇ ਜਾਂਦੇ ਹਾਂ। ਉਹ ਸਾਡੇ ਬਾਰੇ ਗਵਾਹੀ ਦੇਗਾ ਵੀ ਇਹ ਭਾਈ ਸਾਡੇ ਨਾਲ ਹੈ, ਇਹ ਸਾਡੇ ਨਾਲ ਹੈ। ਕਿਉਂ? ਕਿਉਂਕਿ ਉਹਦੇ ਨਾਲ ਅਸੀਂ ਚੱਲਦੇ ਪਏ ਹਾਂ, ਏਕਤਾ ਦੇ ਵਿੱਚ ਚੱਲਦੇ ਪਏ ਹਾਂ, ਉਹਦੇ ਗਰੁੱਪ ਦੇ ਵਿੱਚ ਹਾਂ, ਉਹਦੇ ਨਾਲ ਚੱਲਦੇ ਪਏ ਹਾਂ। ਹੁਣ ਇੱਕ ਪਰਿਵਾਰ ਦੇ ਵਿੱਚ ਇੱਕ ਬੱਚਾ ਜਿਹੜਾ ਮਾਂ ਪਿਓ ਦਾ ਆਗਿਆਕਾਰ ਨਹੀਂ ਹੈ ਤਾਂ ਉਹਦਾ ਮਤਲਬ ਉਹਨਾਂ ਦੀ ਏਕਤਾ ਨਹੀਂ ਹੈ, ਉਹ ਇੱਕ ਨਹੀਂ ਨੇ। ਬੱਚਿਆਂ ਦੀ ਵਿਚਾਰਧਾਰਾ ਕੁਝ ਹੋਰ ਹੈ, ਮਾਂ-ਬਾਪ ਦੀ ਕੁਝ ਹੋਰ ਹੈ। ਇੱਕ ਕਿਵੇਂ ਕਹਿ ਸਕਦੇ ਨੇ? ਉਹ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਨੇ ਤੇ ਉਹ ਸਮਝਦੇ ਨੇ ਪਤਾ ਨਹੀਂ ਸੀ ਕੀ ਕਰ ਰਹੇ ਹਾਂ। ਕੁਛ ਵੀ ਹੈ, ਪਰਿਵਾਰ ਦੇ ਵਿੱਚ ਵੀ ਜੇ ਏਕਤਾ ਤੁਸੀਂ ਵੇਖਣੀ ਚਾਹੋ ਤਾਂ ਤੁਹਾਨੂੰ ਇਹ ਨਜ਼ਰ ਆਵੇਗਾ। ਪਰਿਵਾਰ ਦੇ ਵਿੱਚ ਏਕਤਾ ਵੀ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ, ਵੀ ਮਾਂ ਪਿਓ ਜੋ ਕਹੇ ਉਸੇ ਤਰ੍ਹਾਂ ਕਰਨਾ। ਜੇ ਬੱਚੇ ਇਸ ਤਰ੍ਹਾਂ ਨਹੀਂ ਕਰਦੇ ਤਾਂ ਇਹਦਾ ਮਤਲਬ ਬੱਚੇ ਉਹਨਾਂ ਤੋਂ ਬਾਹਰ ਨੇ, ਉਹਨਾਂ ਤੋਂ ਬਾਹਰ ਨੇ, ਇੱਕ ਨਹੀਂ ਗਏ। ਇੱਕ ਹੋਣ ਦੇ ਲਈ ਤਾਂ ਆਗਿਆਕਾਰੀ ਬੜੀ ਜ਼ਰੂਰੀ, ਕਿਉਂਕਿ ਮਾਂ ਪਿਓ ਨੇ ਉਹਨਾਂ ਨੂੰ ਪੈਦਾ ਕੀਤਾ, ਨਾ ਕਿ ਮਾਂ ਪਿਓ ਨੂੰ ਉਹਨਾਂ ਨੇ ਪੈਦਾ ਕੀਤਾ। ਉਲਟ ਕੰਮ ਕਰਦੇ ਨੇ, ਉਹਨੂੰ ਸਮਝਦੇ ਨੇ ਕਿ ਮਾਂ ਪਿਓ ਨੂੰ ਅਸੀਂ ਪੈਦਾ ਕੀਤਾ। ਮਾਂ ਪਿਓ ਨੂੰ ਅਸੀਂ ਬੱਚੇ ਪੈਦਾ ਕੀਤੇ ਹੁੰਦੇ ਨੇ। ਇਸ ਕਰਕੇ ਭਾਈ ਬ੍ਰਾਹਨਮ ਨੇ ਆਖਿਆ ਮਾਂ ਬਾਪ ਇੱਕ ਸਰੀਰ ਦੇ ਸਕਦਾ ਹੈ, ਆਤਮਾ ਨਹੀਂ ਦੇ ਸਕਦਾ। ਆਤਮਾ ਪਰਮੇਸ਼ਰ ਵੱਲੋਂ ਆਉਂਦਾ। ਸਾਡੇ ਸਰੀਰ ਦੇ ਅੰਦਰ ਆਤਮਾ ਵੀ ਇੱਕ ਹੋਣਾ ਚਾਹੀਦਾ। ਜਦੋਂ ਦੂਸਰਾ ਆਤਮਾ ਅੰਦਰ ਆਉਂਦਾ ਹੈ ਉਦੋਂ ਹੀ ਏਕਤਾ ਵਿੱਚ ਫਰਕ ਆਉਂਦਾ। ਲੱਗੀ ਸਾਰਿਆਂ ਨੂੰ ਸਮਝ? ਸਮਾਜ ਦੇ ਵਿੱਚ ਇੱਕ ਹੋਣ ਦੇ ਲਈ ਤੁਸੀਂ ਸਮਾਜ ਦਾ ਕਹਿਣਾ ਮੰਨੋਗੇ, ਸਮਾਜ ਤੁਹਾਡੇ ਨਾਲ ਖੜਾ ਹੋਵੇਗਾ। ਜੋ ਤੁਸੀਂ ਸਮਾਜ ਤੋਂ ਪਿੱਛੇ ਹਟ ਜਾਓਗੇ, ਸਮਾਜ ਤੁਹਾਡਾ ਕਹਿਣਾ ਨਹੀਂ ਮੰਨੇਗਾ। ਜੇ ਤੁਸੀਂ ਸੰਸਾਰ ਦੇ ਯਿਸੂ ਮਸੀਹ ਨੇ ਕਿਹਾ ਤੇ ਸੰਸਾਰ ਤੁਹਾਨੂੰ ਪਿਆਰ ਕਰਦਾ ਸੀਗਾ ਤੇ ਕਰਦੇ ਰਹਿਣਾ ਸੀਗਾ, ਕਿਉਂਕਿ ਹੁਣ ਤੁਸੀਂ ਸੰਸਾਰ ਦੇ ਨਹੀਂ ਜੀ। ਸੰਸਾਰ ਦੇ ਵਿੱਚ ਤੁਹਾਨੂੰ ਕੀ ਕਰ ਲਿਆ ਗਿਆ? ਬਾਹਰ ਕੱਢ ਲਿਆ ਗਿਆ। ਹੁਣ ਤੁਸੀਂ ਸੰਸਾਰ ਨਾਲ ਇੱਕ ਨਹੀਂ, ਤੁਸੀਂ ਮੇਰੇ ਨਾਲ ਇੱਕ ਜੀ। ਜੇ ਤੁਸੀਂ ਮੇਰੇ ਨਾਲ ਇੱਕ ਜੀ ਤੇ ਮੇਰਾ ਪਿਤਾ ਤੁਹਾਨੂੰ ਜ਼ਰੂਰ ਸਿਆਣਦਾ, ਮੇਰਾ ਪਿਤਾ ਜ਼ਰੂਰ ਤੁਹਾਨੂੰ ਸ਼ਾਬਾਸ਼ ਦੇਵੇਗਾ। ਸੰਸਾਰ ਵੱਲੋਂ ਤੁਹਾਨੂੰ ਸ਼ਾਬਾਸ਼ ਨਹੀਂ ਮਿਲਣੀ। ਹੁਣ ਪ੍ਰਭੂ ਦਾ ਧੰਨਵਾਦ ਹੈ, ਯਿਸੂ ਮਸੀਹ ਤੇ ਪ੍ਰਾਰਥਨਾ ਵਿੱਚ ਕਹਿ ਰਿਹਾ ਹੈ ਜੋ ਇਹ ਸਭ ਕੀ ਹੋਣ, ਇੱਕ ਹੋਣ। ਔਰ ਕਿਵੇਂ ਇੱਕ ਹੋਣ? ਜਿਸ ਤਰ੍ਹਾਂ ਪਿਤਾ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਹਾਂ। ਇੱਕ ਏਕਤਾ ਦੀ ਤਸਵੀਰ ਬਣਾ ਰਿਹਾ ਯਿਸੂ ਮਸੀਹ। ਏਕਤਾ ਦੇ ਬਾਰੇ ਸਾਹਮਣੇ ਦੱਸ ਰਿਹਾ ਹੈ ਵੀ ਕਿਸ ਤਰ੍ਹਾਂ ਦੀ ਏਕਤਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਪਰਿਵਾਰ ਦੇ ਵਿੱਚ ਇੱਕ ਹੁੰਦੇ ਹਾਂ ਤੇ ਇੱਕ ਤਸਵੀਰ ਬਣ ਜਾਂਦੀ ਹੈ ਵੀ ਇਹ ਪਰਿਵਾਰ ਇੱਕ ਹੈ। ਸਮਾਜ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਤੇ ਜਿਹੜਾ ਸਮਾਜ ਦੇ ਵਿੱਚ ਇੱਕ ਹੈ। ਹੁਣ ਏਕਤਾ ਨੂੰ ਦਰਸਾਉਣ ਦੇ ਲਈ ਆਦਮੀ ਦਾ ਬਾਹਰਲਾ ਜਿਹੜੀਆਂ ਪੰਜ ਇੰਦਰੀਆਂ ਨੇ, ਇਹ ਸਰੀਰ ਹੈ, ਇਹ ਏਕਤਾ ਨੂੰ ਦਰਸਾਉਂਦਾ ਵੀ ਕਿਹਦੇ ਨਾਲ ਇੱਕ ਹੈ। ਜਿਹੜਾ ਅਸੀਂ ਕੰਮ ਕਰਦੇ ਹਾਂ ਸਮਝ ਲਓ ਉਹਦੇ ਨਾਲ ਹੀ ਇੱਕ ਆ। ਆਓ ਜੇ ਇੱਕ ਗੱਲ ਪੜ੍ਹਨੀ ਚਾਹੀਏ ਤਾਂ ਆਪਾਂ ਇੱਕ ਪੜ੍ਹਦੇ ਹਾਂ ਕੁਰਿੰਥੀਆਂ ਦੀ ਕਿਤਾਬ ਵਿੱਚ। ਕੁਰਿੰਥੀਆਂ ਦੀ ਕਿਤਾਬ ਕਰ ਲਈਏ ਸਾਰੇ ਭੈਣ ਭਾਈ। ਇਹ ਗੱਲ ਹੋਰ ਪੜ੍ਹਦੇ ਆਪਾਂ ਏਕਤਾ ਦੇ ਬਾਰੇ। ਪਹਿਲਾ ਕੁਰਿੰਥੀਆਂ ਪਹਿਲਾ ਕੁਰਿੰਥੀਆਂ ਨਾ ਹੋਵੇਗਾ ਤਾਂ ਦੂਸਰਾ ਕੁਰਿੰਥੀਆਂ ਦੇਖ ਲੈਂਦੇ ਆਪਾਂ।
पहला करंथिया 6 है 16 ਤੇ 17 ਪੜ੍ਹੀਏ। अथवा की तुसी ये नहीं जानते, अथवा तुसी ये नहीं जानते भाई जो कोई जो कोई कंजरी नाल संग करदा है, हाँ जी, सो ओदे नाल एक देह है। एक संगति ਦੇ ਬਾਰੇ ਗੱਲ ਕੀਤੀ ਗਈ ਹੈ। ਸਾਰੇ ਬੋਲੋ ਹਾਲੇਲੂਇਆ। ਇੱਕ ਏਕਤਾ ਦੇ ਬਾਰੇ, ਇੱਕ ਹੋ ਜਾਣ ਦੇ ਬਾਰੇ ਗੱਲ ਕੀਤੀ ਗਈ ਹੈ। ਪੌਲਸ ਕੁਝ ਗਹਿਰਾ ਪ੍ਰਚਾਰ ਕਰ ਰਿਹਾ ਇੱਥੇ, ਅਸੀਂ ਇਸ ਨੂੰ ਸਮਝਣਾ ਹੈ। ਤੁਸੀਂ ਇਹ ਗੱਲ ਨਹੀਂ ਜਾਣਦੇ ਵੀ ਜੇ ਕੋਈ ਕਿਸੇ ਕੰਜਰੀ ਨਾਲ ਸੰਗ ਕਰਦਾ ਹੈ ਤਾਂ ਉਹਦੇ ਨਾਲ ਉਹ ਇੱਕ ਦੇਹ ਹੀ ਹੈ। ਉਹਦੇ ਨਾਲ ਕੀ ਹੈ ਇਹ ਹੁਣ ਅਸੀਂ ਦੇਖਣਾ ਹੈ, ਕਿਉਂਕਿ ਉਸ ਤੋਂ ਬਾਅਦ ਅਸੀਂ ਇੱਕ ਹੋ ਜਾਣਾ ਹੈ। ਉਸ ਤੋਂ ਬਾਅਦ ਸਾਨੂੰ ਇੱਕ ਹੋਣ ਦੇ ਲਈ ਮਜਬੂਰ ਹੋਣਾ ਪੈਣਾ ਹੈ, ਕਿਉਂਕਿ ਸਾਡੇ ਅੰਦਰ ਹੁਣ ਸੰਗਤੀ ਚੱਲ ਰਹੀ ਹੈ। ਹਾਂਜੀ, ਕਿਉਂ ਜੋ ਉਹ ਆਖਦਾ ਹੈ ਭਾਈ ਉਹ ਦੋਵੇਂ ਇੱਕ ਸਰੀਰ ਹੋਣਗੇ। ਇਹ ਉਤਪਤੀ ਕਿਤਾਬ 'ਚ ਅਸੀਂ ਪੜ੍ਹਦੇ, ਉੱਥੇ ਦੱਸਿਆ ਗਿਆ ਵੀ ਉਹ ਮਾਪਿਆਂ ਨੂੰ ਛੱਡ ਕੇ ਵੱਖਰਾ ਰਹੇਗਾ ਤੇ ਉਹ ਦੋਵੇਂ ਕੀ ਹੋਣਗੇ, ਇੱਕ ਸਰੀਰ ਹੋਣਗੇ। ਲੱਗੀ ਸਾਰਿਆਂ ਨੂੰ ਸਮਝ? ਹੁਣ ਇਹ ਭੈਣੋ ਭਾਈਓ, ਕੁਝ ਗੱਲਾਂ ਅਸੀਂ ਸਰੀਰ ਦੀਆਂ ਲੈ ਕੇ ਤੇ ਕੁਝ ਗੱਲਾਂ ਆਤਮਾ ਦੀਆਂ ਲੈ ਕੇ ਅਸੀਂ ਦੋਵਾਂ ਨੂੰ ਇਕੱਠਾ ਨਹੀਂ ਕਰ ਸਕਦੇ। ਜੇ ਦੋਵਾਂ ਨੂੰ ਤੁਸੀਂ ਇਕੱਠਾ ਕਰੋਗੇ ਫਿਰ ਆਪਾਂ ਨੂੰ ਔਖਾ ਲੱਗੇਗਾ। ਅੱਗੇ 17ਵੀਂ ਆਇਤ ਵੀ ਪੜ੍ਹੀਏ। ਪਰ ਜੋ ਕੋਈ ਪ੍ਰਭੂ ਨਾਲ ਮਿਲਿਆ ਹੋਇਆ ਹੈ ਉਹਦੇ ਨਾਲ ਇੱਕ ਆਤਮਾ ਹੈ। ਉਹਦੇ ਨਾਲ ਕੀ ਹੈ? ਤੇ ਯਿਸੂ ਮਸੀਹ ਨੇ ਕਿਹਾ ਯੂਹੰਨਾ ਦੀ ਇੰਜੀਲ 'ਚ, ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ। ਅਸੀਂ ਇੱਕ ਤਾਂ ਹੋਣਾ, ਸਰੀਰ ਦੇ ਵਿੱਚ ਸਰੀਰਾਂ ਨਾਲ ਹੀ ਇੱਕ ਹੋਣਾ, ਲੇਕਿਨ ਆਤਮਾ ਦੇ ਵਿੱਚ ਜਿੱਥੇ ਸਾਨੂੰ ਏਕਤਾ ਦੀ ਪਤਾ ਲੱਗ ਜਾਵੇਗਾ ਵੀ ਇੱਥੇ ਸਾਨੂੰ ਇੱਕ ਹੋਣ ਦੀ ਲੋੜ ਹੈ, ਉੱਥੇ ਅਸੀਂ ਸਰੀਰ ਨੂੰ ਨਹੀਂ ਵਿੱਚ ਛੋੜਨਾ। ਕਿਉਂਕਿ ਸਰੀਰ ਦੇ ਵਿੱਚ ਹੋ ਸਕਦਾ ਹੈ ਅਸੀਂ ਬਹੁਤ ਵਧੀਆ ਕੰਮ ਕਰਦੇ ਹੋਈਏ, ਸਰੀਰ ਸਾਡਾ ਇਹ ਬਿਆਨ ਕਰਦਾ ਹੈ, ਪੇਸ਼ ਕਰਦਾ ਵੀ ਅਸੀਂ ਕਿਹਦੇ ਨਾਲ ਇੱਕ ਆ। ਹੁਣ ਹਰ ਗੱਲ ਦਾ, ਹਰ ਕੰਮ ਦਾ ਇੱਕ ਸਮਾਂ ਰੱਖਿਆ ਗਿਆ, ਇੱਕ ਬੋਲਣ ਦਾ ਸਮਾਂ, ਇੱਕ ਚੁੱਪ ਹੋ ਜਾਂਦਾ ਸਮਾਂ। ਹੁਣ ਪ੍ਰਭੂ ਦਾ ਧੰਨਵਾਦ ਹੈ, ਜਿੰਨੇ ਅਸੀਂ ਇੱਥੇ ਵਚਨ ਨੂੰ ਸੁਣ ਰਹੇ ਹਾਂ, ਅਸੀਂ ਇਹ ਧਿਆਨ ਰੱਖਣਾ ਕਿ ਯਿਸੂ ਮਸੀਹ ਜਿਹੜੀ ਪ੍ਰਾਰਥਨਾ ਕਰ ਰਿਹਾ, ਆਪਾਂ ਉੱਥੇ ਆ ਰਹੇ ਹਾਂ। ਯਿਸੂ ਮਸੀਹ ਪ੍ਰਾਰਥਨਾ ਵਿੱਚ ਕਹਿ ਰਿਹਾ ਹੈ, ਪਿਤਾ ਇਹ ਇੱਕ ਹੋਣ ਔਰ ਇਸ ਤਰੀਕੇ ਨਾਲ ਇੱਕ ਹੋਣ ਜਿਵੇਂ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਆ। ਇਸ ਤਰੀਕੇ ਨਾਲ ਏਕਤਾ ਹੋਵੇਗੀ। ਉੱਥੇ ਆਈਏ ਦੁਬਾਰਾ ਉਸ ਨੂੰ ਪੜ੍ਹੀਏ। ਅਸੀਂ ਇੱਕ ਹੋਣ ਦੇ ਲਈ ਕੋਈ ਉਹੋ ਜਿਹਾ ਕੰਮ ਨਹੀਂ ਕਰਨਾ ਜਿਹੜਾ ਪਰਮੇਸ਼ਰ ਨੂੰ ਪਸੰਦ ਨਹੀਂਗਾ। ਅਸੀਂ ਪਰਮੇਸ਼ਰ ਦੇ ਮਨ ਭਾਉਂਦੇ ਕੰਮ ਕਰਨੇ ਨੇ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਨਾਲ ਇੱਕ ਆ ਪਏ। ਜੋ ਪਰਮੇਸ਼ਰ ਕਹਿ ਰਿਹਾ ਅਸੀਂ ਉਹ ਕਰ ਰਹੇ ਹਾਂ। ਹਾਂਜੀ, ਯੂਹੰਨਾ ਜੀ 17 ਦੇ ਵਿੱਚ ਆਪਾਂ ਦੁਬਾਰਾ ਉੱਥੇ 21 ਤੋਂ ਪੜ੍ਹੀਏ। ਜੋ ਉਹ ਸਭ ਇੱਕ ਹੋਣ, ਜਿਸ ਤਰ੍ਹਾਂ हे ਪਿਤਾ ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ। ਉਹ ਇਸ ਤਰ੍ਹਾਂ ਇੱਕ ਹੋਣ ਕਿ हे ਪਿਤਾ ਜਿਵੇਂ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਆ। ਹੁਣ ਭੈਣੇ ਭਾਈਓ ਤੁਸੀਂ ਇਹ ਦੇਖੋ, ਇੱਕ ਹੋ ਜਾਣ ਦੇ ਲਈ ਸਾਨੂੰ ਕੀ ਹੋਣਾ ਪੈਣਾ? ਇੱਕ ਦੂਜੇ ਦੇ ਵਿੱਚ ਹੋਣਾ ਪੈਣਾ। ਯਿਸੂ ਮਸੀਹ ਕਹਿ ਰਿਹਾ ਜਿਵੇਂ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਆ। ਹੁਣ ਯਿਸੂ ਮਸੀਹ ਨੇ ਬਾਈਬਲ ਦੇ ਵਿੱਚ ਬਿਆਨ ਕੀਤਾ ਵੀ ਮੈਂ ਜੋ ਕੁਝ ਸੁਣਦਾ, ਜੋ ਕੁਝ ਵੇਖਦਾ ਉਹੀ ਕਰਦਾ। ਇਹ ਉਹਦੀ ਏਕਤਾ ਨੂੰ ਦਰਸਾ ਰਿਹਾ ਸੀਗਾ। ਉਹ ਦਰਸਾ ਰਿਹਾ ਸੀਗਾ ਜਿਹੜੀ ਇਹ ਤਸਵੀਰ ਧਰਤੀ ਤੇ ਇਹ ਕਿਸੇ ਨਾਲ ਇੱਕ ਹੈ। ਔਰ ਕਿਹਦੇ ਨਾਲ ਇੱਕ ਸੀ? ਉਹ ਆਪਣੇ ਪਿਤਾ ਨਾਲ। ਉਹ ਕਹਿੰਦਾ ਕਿ ਮੈਂ ਤੇ ਪਿਤਾ ਇੱਕ ਆ। ਉਹਨੇ ਇਹ ਨਹੀਂ ਕਿਹਾ ਮੈਂ ਤੇ ਪਤਰਸ ਇੱਕ ਆ, ਮੈਂ ਤੇ ਪੌਲਸ ਇੱਕ ਆ, ਮੈਂ ਤੇ ਮੇਰੇ ਰਿਸ਼ਤੇਦਾਰ ਇੱਕ ਹੈ, ਮੈਂ ਤੇ ਮਰੀਅਮ ਇੱਕ ਆ, ਮੈਂ ਤੇ ਯੂਸਫ ਇੱਕ ਆ। ਉਹਨੇ ਇਹ ਨਹੀਂ ਕਿਹਾ। ਉਹਨੇ ਕਿਹਾ ਮੈਂ ਤੇ ਪਿਤਾ ਇੱਕ ਆ। ਹੁਣ ਇਸੇ ਤਰ੍ਹਾਂ ਭੈਣੋ ਭਾਈਓ, ਹੁਣ ਜੇ ਉਹ ਇੱਕ ਸੀਗਾ ਤੇ ਗੱਲਾਂ ਉਹੀ ਕਰਦਾ ਸੀਗਾ ਜੋ ਪਿਤਾ ਉਹਨੂੰ ਦੱਸਦਾ ਸੀਗਾ। ਅਸੀਂ ਵੀ ਕਿਹਦੇ ਨਾਲ ਇੱਕ ਆ ਸਾਡਾ ਵੀ ਪਤਾ ਲੱਗ ਜਾਂਦਾ। ਸਾਡੇ ਅੰਦਰ ਕਿਹੜਾ ਆਤਮਾ, ਕਿਹਦੇ ਨਾਲ ਅਸੀਂ ਇੱਕ ਆ ਸਾਡਾ ਵੀ ਪਤਾ ਲੱਗ ਜਾਂਦਾ ਅਸੀਂ ਕਿਹਦੇ ਨਾਲ ਇੱਕ ਆ। ਮੈਂ ਨਹੀਂ ਜਾਣਾ ਚਰਚ, ਕਿਹਦੇ ਨਾਲ ਮੈਂ ਇੱਕ ਆ? ਪਰਮੇਸ਼ਰ ਨਾਲ।
उस शैतान नाल संगति चल रही हुंदी है जिहड़े शैतान ने ये सोचा कि मैं इहदे वर्गा एक संघासण बना के विखाना है, मैं अपनी वडियाई करवानी है, जिवें दी वडियाई हुंदी है परमेश्वर दी मेरी भी वडियाई होवेगी। हुण कुछ ताड़ आउंदी है, कुछ सख्त प्रचार हुंदा है, सख्त प्रचार हुंदा है। बाइबल दसदी है भी ताड़ नूं तुच्छ ना जान। जिहड़ा जानदा है, जिहड़ा जानदा वो की है, बाइबल बयान करदी वो हरामदा है, वो की है, ते जिहड़ा हराम दे नाल संगति करेगा उहदे नाल इक है, जिहड़ा कंजरी नाल संगति करदा है उहदे नाल इक है। लागी सारे समझ। कई बारी बंदा समझा मैं किहड़ा व्यभिचार कीता, मैं किहड़ा किसी लड़की नूं छेड़िया, और आत्मिक तौर पर वो बड़ा वड्डा व्यभिचार कर रहा है। वो व्यभिचारी हुंदा, परमेश्वर की नज़र में वो व्यभिचारी है। मूर्ति पूजा भी एक व्यभिचारी है, किसी बंदे दे गुलाम रहना ये व्यभिचारी है। भैनों भाइयों, जे यीशु मसीह कह रहे भी तू मेरे विच ते मैं तेरे विच, जे यीशु मसीह खुद नूं अपने आप नाल परमेश्वर नाल नहीं मिला सकदा, उन्हें विच रखना पैना सीगा पिता नूं। यीशु मसीह गल्लां दे नाल नहीं कर रहा सीगा, यीशु मसीह तस्वीर पेश कर रहा सीगा भी सचमुच ही असीं एक हां। वो कहंदा जो मैं तुहानूं कह रहा ना ये मैं अपने वालों कुछ नहीं कह रहा, मैं ते पिता एक हां, जो पिता मैनूं कहंदा मैं उही कहना। वो तस्वीर नूं पेश भी कर रहा सीगा क्योंकि एक सीगा। जे असीं उहदे नाल एक होना है, असीं उहदे नाल एक होना, सानूं की करना पवेगा। आओ इत्थे भी आपां हत्थ रखीए यूहन्ना दी इंजील 15 दे यीशु मसीह नूं पिता दे नाल एक होण दे लई कहना पिया पिता एक हो जाना उस तरीके नाल जिवें तू मेरे विच ते मैं तेरे विच। आओ 15 दे 7 आयत नूं पढ़िए, सारे ध्यान दे नाल सुणदे पे। प्रभु तुहानूं बरकत देवे। जे तुसी मेरे विच रहो, जे तुसी मेरे विच रहो अते मेरियां गल्लां तुहाडे विच, सारे बोलो हालेलुया। वो सहायक आवेगा, मेरिया गल्लां विचों लवेगा, अपने वालों कुछ भी नहीं कहेगा। जे तुसी मेरे विच रहो ते मेरिया गल्लां वचन सीगा परमेश्वर दा, यीशु मसीह दा बोलिया होया वचन जे तुहाडे विच रवे, हाँ जी, तां जो चाहो मंगो। उस तो बाद दी गल है मंगना। मंगण तो पहला परमेश्वर जानता तुहानूं किस चीज़ की लोड़ है। लागी सारा समय यकूब कहता मंगिया कई बार सानूं नहीं मिलता, यीशु कह रहा मंगो तुहानूं दिता जाएगा। पर मंगना पहला नहीं है, पहला ये बारे थोड़ा जिहा वेखना है। यीशु मसीह ने कहा तुसी मेरे विच रहो, मेरियां गल्लां तुहाडे विच रहन, उस तो बाद की गल है मंगना। अज लोग मंग रहे हैं पर यीशु मसीह दे विच नहीं रहना चाहते, यीशु मसीह दे वचन नूं विच नहीं रखना चाहते, मंग रहे हैं, इस करके फिर मिलता भी नहीं है। क्योंकि मिलता तां नहीं है यीशु मसीह उन्हां दे विच नहीं है, यीशु मसीह का वचन उन्हां दे विच नहीं है, ना ही वो यीशु मसीह दे विच ने। क्योंकि एक होण दे लई मिलना एक नूं, एक शरीर नूं, सब कुछ किहनूं दिता गया सीगा? आदम नूं दिता गया सी। आदम नूं राजा बना उत्थे कहा गया सी कि तू राज कर इन्हां ते। सारे बोलो हालेलुया। लागी सारिਆਂ समझ। हुण भैणों भाईओ असीं ये चीज़ ते ध्यान देना है। अज जो असीं गल कर रहे हैं वचन के बारे भी असीं कहने भी असीं एक हाँ, असीं सारे इत्थे जिन्ने बैठे हाँ असीं इक्को गल नूं कहने भी असीं संदेश दे विच हाँ ते असीं की हाँ एक हाँ। असीं इस चर्च दे विच हाँ असीं एक हाँ, असीं इस ग्रुप दे विच हाँ असीं एक हाँ, असीं इस भाई नाल मिल के चल रहे हाँ असीं एक हाँ। एक कहण दे नाल एक नहीं बन सकते, एक होण दा कोई मतलब है, एक होण दा कोई मतलब है भी एक तुसीं उदों ही होवोगे जदों वो तुहाडे विच होवेगा ते तुसीं उहदे विच होवोगे।
ਉਦੋਂ ਇੱਕ ਹੋਵੋਗੇ। ਉਵੇਂ ਕਹਿਣ ਦੀਆਂ ਗੱਲਾਂ ਨੇ, ਗੱਲਾਂ ਦੇ ਨਾਲ ਕੋਈ ਇੱਕ ਨਹੀਂ ਹੋ ਸਕਦਾ, ਤੇ ਨਾ ਹੀ ਅਸੀਂ ਏਕਤਾ ਦੇ ਬਾਰੇ ਸੋਚੀਏ, ਕਿਉਂਕਿ ਯਿਸੂ ਮਸੀਹ ਪ੍ਰਾਰਥਨਾ ਵਿੱਚ ਗੱਲਾਂ ਕਰ ਰਿਹਾ ਹੈ ਔਰ ਬਹੁਤ ਹੀ ਗੰਭੀਰਤਾਈਆਂ ਨੇ ਗੱਲਾਂ ਕਰ ਰਿਹਾ ਹੈ। ਉਹ ਕਹਿ ਰਿਹਾ ਵੀ ਪਿਤਾ ਇਹ ਇੱਕ ਹੋਣ, ਇੱਕ ਹੋਣ ਇਸ ਤਰੀਕੇ ਦੇ ਨਾਲ ਜਿਵੇਂ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ। ਫਿਰ ਯਿਸੂ ਮਸੀਹ ਨੇ ਕਲੀਸਿਆ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਫਿਰ ਇਸ ਤੋਂ ਬਾਅਦ ਜੋ ਕੁਝ ਮੰਗੋਗੇ ਤੁਹਾਡੇ ਲਈ ਹੋ ਜਾਵੇਗਾ। ਲਾਗੇ ਸਾਰਾ ਸਮਝ ਯਿਸੂ ਮਸੀਹ ਕਿਹਦੇ ਲਈ ਆ ਰਿਹਾ ਹੈ? ਜਿਹੜਾ ਉਹਦੇ ਨਾਲ ਇੱਕ ਹੈ। ਯਿਸੂ ਮਸੀਹ ਉਹਦੇ ਲਈ ਨਹੀਂ ਆ ਰਿਹਾ ਜਿਹੜਾ ਯਿਸੂ ਮਸੀਹ ਦੇ ਕਹਿਣੇ ਤੋਂ ਬਾਹਰ ਹੈ। ਉਸ ਕਲੀਸਿਆ ਲਈ ਆ ਰਿਹਾ ਹੈ ਜਿਹੜੀ ਕਲੀਸਿਆ ਉਹਦੇ ਨਾਲ ਇੱਕ ਹੈ। ਤੇ ਅਸੀਂ ਜਿਹੜੇ ਇਸੇ ਸੰਦੇਸ਼ ਦੇ ਲੋਕ ਹਾਂ, ਜਿਹੜੇ ਵੀ ਸੰਦੇਸ਼ ਦੇ ਲੋਕ ਨੇ, ਉਹ ਇਸ ਆਸ ਦੇ ਵਿੱਚ ਨੇ, ਇਸ ਉਮੀਦ ਦੇ ਵਿੱਚ ਨੇ ਕਿ ਉਹਨਾਂ ਦਾ ਰੈਪਚਰ ਹੋਵੇ। ਅਸੀਂ ਵੀ ਜਿੰਨੇ ਇੱਥੇ ਬੈਠੇ ਹਾਂ ਇਸੇ ਉਮੀਦ ਦੇ ਵਿੱਚ ਆ ਵੀ ਸਾਡਾ ਕੀ ਹੋ ਜਾਵੇ? ਰੈਪਚਰ ਹੋ ਜਾਵੇ। ਹੁਣ ਰੈਪਚਰ ਯਿਸੂ ਮਸੀਹ ਦੇ ਨਾਲ ਹੀ ਸਾਡਾ ਹੋਣਾ। ਜੇ ਸਾਡਾ ਧਰਤੀ ਤੇ ਉਹਦੇ ਨਾਲ ਕੋਈ ਏਕਤਾ, ਕੋਈ ਸੰਬੰਧ ਨਹੀਂ ਹੈ, ਤਾਂ ਭੈਣੋ ਭਾਈਓ ਜ਼ਰੂਰ ਇਸ ਗੱਲ ਨੂੰ ਗੌਰਿਆ ਜਾਵੇ, ਇਸ ਗੱਲ ਤੇ ਮੰਨਣ ਕੀਤਾ ਜਾਵੇ, ਇਸ ਗੱਲ ਦੀ ਖੋਜ ਕੀਤੀ ਜਾਵੇ ਕਿ ਪ੍ਰਭੂ ਕਿਤੇ ਮੈਂ ਉਡੀਕਦਾ ਰਹਿ ਹੀ ਨਾ ਜਾਵਾਂ, ਕਿਤੇ ਮੈਂ ਧੋਖੇ ਵਿੱਚ ਤਾਂ ਨਹੀਂ ਜਾ ਰਿਹਾ, ਆਪਣੇ ਆਪ ਨੂੰ ਮੈਂ ਧੋਖਾ ਤਾਂ ਨਹੀਂ ਦੇ ਰਿਹਾ। ਮੈਂ ਕਹਿ ਰਿਹਾ ਮੈਂ ਤੇਰੇ ਨਾਲ ਇੱਕ ਹਾਂ, ਪਰ ਵਚਨ ਤੇਰਾ ਕਹਿ ਰਿਹਾ ਕਿ ਤੂੰ ਮੇਰੇ ਨਾਲ ਇੱਕ ਨਹੀਂ ਹੈ। ਜੋ ਵਚਨ ਕਹਿ ਰਿਹਾ ਕਿ ਅਸੀਂ ਉਸੇ ਤਰੀਕੇ ਨਾਲ ਕਰ ਰਹੇ ਹਾਂ। ਜੇ ਨਹੀਂ ਕਰ ਰਿਹਾ ਤੇ ਫਿਰ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਤੂੰ ਇੱਕ ਦੋ ਹੈ। ਇੱਕ ਦਾ ਮਤਲਬ ਹੈ ਵੀ ਉਹਦੇ ਨਾਲ ਇੱਕ ਹੋ ਜਾਣਾ, ਜੋ ਕਹਿ ਰਿਹਾ ਉਸੇ ਤਰ੍ਹਾਂ ਹੀ ਕਰਨਾ। ਉਸ ਤੋਂ ਬਾਅਦ ਗੱਲ ਖਤਮ ਹੈ। ਕੋਈ ਇਹਦੇ ਬਾਰੇ ਕੀ ਸਲਾਹ ਦਿੰਦਾ ਹੈ, ਕੀ ਮਸ਼ਵਰਾ ਦਿੰਦਾ ਹੈ, ਇਹਦੇ ਬਾਰੇ ਕੋਈ ਕੀ ਸੋਚਦਾ ਹੈ, ਉਸ ਤੋਂ ਬਾਅਦ ਨੇ ਸਾਰੀਆਂ ਗੱਲਾਂ। ਜੇ ਅਸੀਂ ਉਹਦੇ ਨਾਲ ਇੱਕ ਹਾਂ ਤਾਂ ਫਿਰ ਉਵੇਂ ਹੀ ਇੱਕ ਹੋਈਏ ਜਿਵੇਂ ਯਿਸੂ ਮਸੀਹ ਕਹਿ ਰਿਹਾ। ਯਿਸੂ ਮਸੀਹ ਕੀ ਆਇਤ ਵਿੱਚ ਕੀ ਕਹਿ ਰਿਹਾ? ਪੜ੍ਹੀਏ 21 ਆਇਤ ਦੁਬਾਰਾ ਪੜ੍ਹੀਏ। ਜੋ ਉਹ ਸਭ ਇੱਕ ਹੋਣ, ਉਹ ਸਭ ਇੱਕ ਹੋਣ, ਇਸ ਤਰ੍ਹਾਂ ਇੱਕ ਹੋਣ। ਹੇ ਪਿਤਾ ਤੂੰ ਮੇਰੇ ਵਿੱਚ, ਜਿਸ ਤਰ੍ਹਾਂ ਤੂੰ ਮੇਰੇ ਵਿੱਚ ਹੈ ਤੇ ਮੈਂ ਤੇਰੇ ਵਿੱਚ ਹਾਂ। ਇਹ ਤਰੀਕਾ ਇੱਕ ਹੋਣ ਦਾ ਦੱਸ ਰਿਹਾ ਯਿਸੂ ਮਸੀਹ। ਜਿੰਨੇ ਅਸੀਂ ਇੱਥੇ ਬੈਠੇ ਹਾਂ, ਯਿਸੂ ਮਸੀਹ ਦੇ ਇਸ ਵਚਨ ਨੂੰ ਧਿਆਨ ਦੇ ਨਾਲ ਲਈਏ ਕਿ ਅਸੀਂ ਯਿਸੂ ਮਸੀਹ ਦੇ ਨਾਲ ਇੱਕ ਹਾਂ। ਜਿਵੇਂ ਯਿਸੂ ਮਸੀਹ ਕਹਿ ਰਿਹਾ ਕਿ ਅਸੀਂ ਉਵੇਂ ਇੱਕ ਹਾਂ। ਜੇ ਅਸੀਂ ਉਵੇਂ ਇੱਕ ਨਹੀਂ ਹਾਂ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਸੋਚਣਾ ਚਾਹੀਦਾ ਹੈ ਵੀ ਅਸੀਂ ਫਿਰ ਗਲਤ ਚੱਲ ਰਹੇ ਹਾਂ। ਫਿਰ ਅਸੀਂ ਰੈਪਚਰ ਦੀ ਉਮੀਦ ਨਾ ਕਰੀਏ। ਰੈਪਚਰ ਤਾਂ ਉਹਨਾਂ ਦਾ ਹੀ ਹੋਣਾ ਭੈਣੋ ਭਾਈਓ ਜਿਹੜੇ ਉਹਦੇ ਨਾਲ ਇੱਕ ਨੇ। ਤੁਸੀਂ ਵੀ ਹੋ ਸਕਦੇ, ਮੈਂ ਵੀ ਹੋ ਸਕਣਾ ਜੇ ਉਹਦੇ ਨਾਲ ਇੱਕ ਆ। ਇਸ ਕਰਕੇ ਜੇ ਉਹ ਇੱਕ ਹੈ, ਯਿਸੂ ਮਸੀਹ ਆਪਣੇ ਪਿਤਾ ਨਾਲ ਇੱਕ ਹੈ, ਤੇ ਕਲੀਸਿਆ ਦੋ ਨਹੀਂ ਹੋ ਸਕਦੀ। ਕਲੀਸਿਆ ਵੀ ਇੱਕ ਹੀ ਹੋਵੇਗੀ ਔਰ ਇੱਕੋ ਹੀ ਕਲੀਸਿਆ ਦੇ ਲਈ ਉਹ ਆ ਰਿਹਾ ਹੈ ਜਿਹੜੀ ਉਹਦੇ ਨਾਲ ਇੱਕ ਹੈ। ਇੱਕੋ ਹੀ ਕਲੀਸਿਆ, ਭਾਵੇਂ ਕੋਈ ਬੰਦਾ ਸੰਦੇਸ਼ ਦੇ ਵਿੱਚ ਹੈ, ਭਾਵੇਂ ਕੋਈ ਜਿੱਥੇ ਮਰਜ਼ੀ ਹੈ। ਲਾਗੀ ਸਾਰਾ ਸਮਝ। ਜ਼ਰੂਰੀ ਨਹੀਂ ਹੈ ਇਸ ਸੰਦੇਸ਼ ਦੇ ਵਿੱਚ ਆ ਗਏ ਤੇ ਉਹਦੇ ਨਾਲ ਇੱਕ ਹੋ ਗਏ ਆ। ਇਹ ਜ਼ਰੂਰੀ ਇਹ ਹੈ ਵੀ ਸੰਦੇਸ਼ ਨੇ ਸਾਨੂੰ ਰਾਹ ਵਿਖਾਤਾ ਵੀ ਇੱਕ ਤੁਸੀਂ ਕਿਵੇਂ ਹੋਣਾ। ਸੰਦੇਸ਼ ਨੇ ਸਾਨੂੰ ਉਹ ਜਾਣਕਾਰੀ ਦਿੱਤੀ ਹੈ ਜਿਹੜੀ ਸਾਨੂੰ ਮਿਸ਼ਨਾਂ ਦੇ ਵਿੱਚ ਨਹੀਂ ਮਿਲੀ ਸੀ। ਸਾਨੂੰ ਉਧਰੋਂ ਜਾਣਕਾਰੀ ਨਹੀਂ ਮਿਲੀ, ਸੰਦੇਸ਼ ਦੇ ਵਿੱਚ ਸਾਨੂੰ ਜਾਣਕਾਰੀ ਮਿਲ ਗਈ। ਮਿਸ਼ਨਾਂ ਵੀ ਬਾਈਬਲ ਦਾ ਪ੍ਰਚਾਰ ਕਰ ਰਹੀਆਂ ਨੇ ਔਰ ਮਿਸ਼ਨਾਂ ਦੇ ਵਿੱਚ ਸਾਨੂੰ ਇਹ ਜਾਣਕਾਰੀ ਨਹੀਂ ਮਿਲੀ ਭਾਈ ਇੱਕ ਉਠਾਇਆ ਜਾਣਾ ਵੀ ਹੈਗਾ, ਕਸ਼ਟਕਾਲ ਵੀ ਹੈਗਾ। ਇਸ ਤਰ੍ਹਾਂ ਦੇ ਕੁਝ ਗੱਲਾਂ ਜੋ ਬਾਈਬਲ 'ਚ ਆਪਾਂ ਮੋਹਰਾਂ ਦੇ ਬਾਰੇ ਦੇਖਿਆ, ਤੁਰੀਆਂ ਦੇ ਬਾਰੇ ਦੇਖਿਆ, ਕਟੋਰਿਆਂ ਦੇ ਬਾਰੇ ਦੇਖਿਆ, ਸਭ ਕੁਝ ਦੇਖਿਆ। ਸਾਨੂੰ ਜਾਣਕਾਰੀ ਮਿਲ ਗਈ ਸੰਦੇਸ਼ ਦੇ ਵਿੱਚ ਆਣ ਕੇ ਬਈ ਜੇ ਤੁਹਾਡਾ ਉਠਾਇਆ ਜਾਣਾ ਹੈਗਾ ਤੇ ਇਸ ਤਰੀਕੇ ਨਾਲ ਹੋ ਸਕਦਾ। ਤਰੀਕਾ ਦੱਸ ਦਿੱਤਾ ਗਿਆ। ਹੁਣ ਅਸੀਂ ਭਾਈ ਬ੍ਰਾਹਮ ਦੀ ਤਸਵੀਰ ਲਾ ਕੇ ਉਹਦੇ ਨਾਲ ਇੱਕ ਨਹੀਂ ਹੋ ਸਕਦੇ। ਬੱਦਲ ਦੇ ਵਿੱਚ ਤਸਵੀਰ ਲਾ ਕੇ ਅਸੀਂ ਉਹਦੇ ਨਾਲ ਇੱਕ ਨਹੀਂ ਹੋ ਸਕਦੇ। ਅਸੀਂ ਕੋਈ ਵੀ ਤਸਵੀਰ ਲਗਾ ਕੇ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਹੁਣ ਇੱਕ ਆ।
ਇੱਕ ਹੋਣ ਦੇ ਲਈ ਭੈਣੋ ਭਾਈਓ ਤੁਹਾਨੂੰ ਵਚਨ ਦੇ ਵਿੱਚ ਜਾਣਾ ਪੈਣਾ। ਯਿਸੂ ਮਸੀਹ ਵਚਨ ਹੈ, ਉਹਨੇ ਕਿਹਾ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਜੇ ਅਸੀਂ ਇੱਕ ਹੋਣਾ ਹੈ ਤੇ ਵਚਨ ਨੂੰ ਆਪਣੇ ਅੰਦਰ ਰੱਖੀਏ ਔਰ ਵੇਖੀਏ ਕਿ ਇਸ ਵਚਨ ਦੇ ਜਿਹੜਾ ਮੈਂ ਬੋਲ ਰਿਹਾ ਕਿ ਇਹਦੇ ਤੇ ਆਪ ਹੀ ਚੱਲਦਾ, ਕਿ ਆਪ ਹੀ ਮੈਂ ਇਹਦੇ ਤੇ ਅਮਲ ਕਰ ਰਿਹਾ, ਕਿ ਅੱਜ ਮੈਨੂੰ ਚਰਚ ਨਹੀਂ ਜਾਣਾ ਚਾਹੀਦਾ ਸੀਗਾ, ਕਿ ਅੱਜ ਮੈਨੂੰ ਪ੍ਰਭੂ ਦੇ ਘਰ ਨਹੀਂ ਜਾਣਾ ਚਾਹੀਦਾ ਸੀਗਾ। ਗੱਲਾਂ ਮੈਂ ਕਰ ਰਿਹਾ ਮੌਜੂਦਾ ਇੱਕ ਗੱਲਾਂ ਮੈਂ ਕਰ ਰਿਹਾ, ਮੈਂ ਮਸੀਹ ਹਾਂ। ਮਸੀਹ ਤਾਂ ਆਪਣੇ ਆਪ ਨੂੰ ਤੁਸੀਂ ਕਹਿ ਰਹੇ ਜੀ, ਤੇ ਬਾਈਬਲ ਦੇ ਵਿੱਚ ਝੂਠੇ ਮਸੀਹਾਂ ਬਾਰੇ ਵੀ ਗੱਲ ਕੀਤੀ ਗਈ ਹੈ। ਸਾਰੇ ਬੋਲੋ ਹਾਲੇਲੂਇਆ। ਝੂਠੇ ਮਸੀਹ ਉਹ ਨਹੀਂ ਜਿਹੜੇ ਮਸੀਹ ਨੂੰ ਜਾਣਦੇ ਹੀ ਨਹੀਂਗੇ। ਝੂਠੇ ਮਸੀਹ ਉਹ ਨੇ ਜਿਹੜੇ ਮਸੀਹ ਦੇ ਹੀ ਨੇ, ਜਿਹੜੇ ਮਸੀਹ ਦੇ ਪੈਰੋਕਾਰ ਨੇ। ਲਾਗੇ ਸਾਰਿਆਂ ਨੂੰ ਸਮਝ। ਜਿਹੜਾ ਮਸੀਹ ਨੂੰ ਜਾਣਦਾ ਹੀ ਨਹੀਂ ਹੈ ਉਹਨੂੰ ਵਿਚਾਰੇ ਨੂੰ ਕਦੇ ਝੂਠਾ ਮਸੀਹ ਕਹੀਏ। ਝੂਠਾ ਮਸੀਹ ਦਾ ਮੈਂ ਬਣਾਂਗਾ ਜਦੋਂ ਮੈਂ ਮਸੀਹ ਨੂੰ ਜਾਣ ਲਿਆ। ਇਸ ਕਰਕੇ ਭੈਣੋ ਭਾਈਓ, ਅਸੀਂ ਝੂਠੇ ਮਸੀਹ ਨਹੀਂ ਬਣਨਾ, ਅਸੀਂ ਸੱਚੇ ਮਸੀਹ ਬਣਨਾ। ਯਿਸੂ ਮਸੀਹ ਸੱਚਾ ਮਸੀਹ ਹੈ ਤੇ ਅਸੀਂ ਵੀ ਕੀ ਬਣਨਾ ਹੈ? ਸੱਚੇ ਮਸੀਹ। ਇਸ ਕਰਕੇ ਉਹ ਆਪਣੇ ਲੋਕਾਂ ਦੇ ਲਈ ਆ ਰਿਹਾ, ਸੱਚੇ ਮਸੀਹਾਂ ਦੇ ਲਈ ਆ ਰਿਹਾ, ਜਿਹੜੇ ਉਹਦੇ ਨਾਲ ਇੱਕ ਨੇ ਉਹਨਾਂ ਲਈ ਆ ਰਿਹਾ। ਉਹ ਤਾਂ ਆ ਰਿਹਾ, ਪਰ ਸਾਨੂੰ ਅੱਜ ਲੋੜ ਹੈ ਕਿ ਅਸੀਂ ਝਾਤ ਮਾਰੀਏ ਵੀ ਜਦੋਂ ਉਹ ਆਵੇ। ਯਿਸੂ ਮਸੀਹ ਨੇ ਕਿਹਾ ਵੀ ਜਦੋਂ ਉਹ ਆਵੇਗਾ ਕਿ ਉਸੇ ਤਰ੍ਹਾਂ ਦਾ ਵਿਸ਼ਵਾਸ ਪਾਵੇਗਾ ਜਿਸ ਤਰ੍ਹਾਂ ਦਾ ਉਹ ਚਾਹੁੰਦਾ, ਕਿਉਂਕਿ ਵਿਸ਼ਵਾਸ ਛੇਵੀਂ ਚੇਤਨਾ। ਵਿਸ਼ਵਾਸ ਕਿਸੇ ਬੰਦੇ ਦਾ ਦਿੱਤਾ ਹੋਇਆ ਨਹੀਂ, ਵਿਸ਼ਵਾਸ ਪਰਮੇਸ਼ਰ ਦਾ ਖੁਦ ਦਾ ਦਿੱਤਾ ਹੋਇਆ, ਔਰ ਉਹ ਸਾਡੇ ਅੰਦਰ ਵੀ ਵਿਸ਼ਵਾਸ ਦੇ ਰਾਹੀਂ ਆਉਂਦਾ। ਲਾਗੇ ਸਾਰਿਆਂ ਨੂੰ ਸਮਝ। ਉਹਦੇ ਵਚਨ ਦੀ ਪਾਲਣਾ ਕਰਨ ਦਾ ਮਤਲਬ ਇਹ ਹੈ ਵੀ ਜੋ ਉਹ ਕਹਿ ਰਿਹਾ ਹੈ ਉਸੇ ਤਰ੍ਹਾਂ ਹੀ ਕਰਨਾ। ਉਸ ਤੋਂ ਬਾਅਦ ਸਾਡੀ ਕੋਈ ਇੱਛਾ ਨਹੀਂ, ਕੋਈ ਬਹਾਨਾ ਨਹੀਂ, ਕੋਈ ਮਰਜ਼ੀ ਨਹੀਂ। ਅਸੀਂ ਕੁਛ ਨਹੀਂ ਕਹਿ ਸਕਦੇ, ਮੈਂ ਤਾਂ ਇਸ ਤਰ੍ਹਾਂ ਕਰ ਰਿਹਾ ਸੀਗਾ, ਮੇਰੇ ਕੋਲ ਤਾਂ ਇਸ ਤਰ੍ਹਾਂ ਹੋ ਗਿਆ, ਮੈਂ ਲੇਟ ਇਸ ਤਰ੍ਹਾਂ ਤਾਂ ਹੋ ਗਿਆ, ਮੈਨੂੰ ਇਸ ਤਰ੍ਹਾਂ। ਇਹ ਸਭ ਬਹਾਨੇ ਨੇ। ਯਿਸੂ ਮਸੀਹ ਕੋਈ ਬਹਾਨਾ ਨਹੀਂ ਲਾ ਸਕਦਾ, ਕਿਉਂਕਿ ਉਹ ਪਿਤਾ ਦੇ ਨਾਲ ਇੱਕ ਸੀਗਾ। ਉਹਨੂੰ ਪਤਾ ਸੀਗਾ ਜੋ ਮੈਂ ਸੁਣਦਾ ਪਿਆ ਨਾ ਮੈਂ ਉਹੀ ਕਹਿੰਦਾ ਪਿਆ। ਇਸ ਕਰਕੇ ਜੇ ਯਿਸੂ ਮਸੀਹ ਨੇ ਕੋਈ ਬਹਾਨਾ ਨਹੀਂ ਲਾਇਆ ਭੈਣੋ ਭਾਈਓ, ਤੇ ਅਸੀਂ ਵੀ ਬਹਾਨੇ ਨਾਲ ਬਚ ਨਹੀਂ ਸਕਦੇ। ਤੇ ਬਹਾਨਾ ਵੀ ਕਿਹਨੂੰ ਲਾਵਾਂਗੇ? ਬਹਾਨਾ ਕਿਹਨੂੰ ਲਾਵਾਂਗੇ ਭੈਣੋ ਭਾਈਓ? ਅਸੀਂ ਆਪਣੇ ਆਪ ਨੂੰ ਧੋਖਾ ਦਿਆਂਗੇ। ਕਿਸੇ ਨੂੰ ਕੋਈ ਬਹਾਨਾ ਨਹੀਂ ਲਾ ਰਹੇ, ਸਾਡੇ ਆਪਣੇ ਜੀਵਨ ਤੇ ਹੀ। ਜੇ ਤਾਂ ਉਹਦੇ ਨਾਲ ਰਹਿਣਾ ਤੇ ਉਹਦੇ ਨਾਲ ਪੂਰੀ ਤਰ੍ਹਾਂ ਬਣ ਕੇ ਰਹੀਏ, ਤੇ ਜੇ ਨਹੀਂ ਆ ਤੇ ਦੋਗਲੀ ਜਿਹੜੀ ਹੈ ਇਹ ਕੰਮ ਖਰਾਬ ਕਰਦੀ ਹੈ। ਦੋਗਲੀ ਚੀਜ਼ ਕੋਈ ਵੀ ਹੈ ਇਹ ਠੀਕ ਨਹੀਂ ਹੁੰਦੀ। ਉਹਦੇ ਨਾਲ ਪੂਰੀ ਤਰ੍ਹਾਂ ਇੱਕ ਹੋਣ ਦੇ ਲਈ ਉਹਦੇ ਵਿੱਚ ਸਾਨੂੰ ਜਾਣਾ ਪਵੇਗਾ, ਉਹਦੇ ਵਚਨ ਨੂੰ ਸਾਨੂੰ ਆਪਣੇ ਅੰਦਰ ਲੈਣਾ ਪਵੇਗਾ। ਜੇ ਅਸੀਂ ਉਹਦੇ ਨਾਲ ਇੱਕ ਨਹੀਂ ਆ ਤਾਂ ਫਿਰ ਇਹ ਆਸ ਨਾ ਰੱਖੀਏ ਕਿ ਸਾਡਾ ਰੈਪਚਰ ਹੋਵੇਗਾ, ਕਿਉਂਕਿ ਰੈਪਚਰ ਕਿਸੇ ਦਾ ਖਰੀਦਿਆ ਹੋਇਆ ਨਹੀਂ ਹੈ, ਰੈਪਚਰ ਕਿਸੇ ਨੇ ਦਵਾਉਣਾ ਨਹੀਂ ਹੈ। ਰੈਪਚਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਭਗਤੀ ਨਹੀਂ ਜੋੜੀ ਗਈ ਵੀ ਆਹ ਭਗਤੀ ਕਰੋਗੇ ਤਾਂ ਰੈਪਚਰ ਹੋ ਜਾਏਗਾ। ਰੈਪਚਰ ਦਾ ਮਤਲਬ ਹੈ ਉਹਦੇ ਨਾਲ ਇੱਕ ਹੋ ਜਾਣਾ। ਜਿਹੜੇ ਜਗਤ ਦੀ ਨੀਂਹ ਤੋਂ ਪਹਿਲਾਂ ਚੁਣੇ ਗਏ ਨੇ ਉਹਦੇ ਨਾਲ ਇੱਕ ਹੀ ਨੇ। ਉਹਨਾਂ ਨੂੰ ਸੰਸਾਰ ਦੀ ਪਰਵਾਹ ਨਹੀਂ ਗੀ, ਨਾ ਹੀ ਸੰਸਾਰ ਦੀਆਂ ਚੀਜ਼ਾਂ ਦੀ ਪਰਵਾਹ ਕਰਦੇ ਨੇ, ਤੇ ਨਾ ਹੀ ਸੰਸਾਰ ਦੇ ਮਗਰ ਉਹ ਜਾਂਦੇ ਨੇ, ਨਾ ਹੀ ਸੰਸਾਰ ਦੇ ਮਗਰ ਲਾ ਕੇ ਵਚਨ ਨੂੰ ਰੱਦ ਕਰਦੇ ਨੇ। ਹੁਣ ਇਹ ਸੁੱਚੇ ਮੋਤੀ ਨੇ, ਸੁੱਚੇ ਮੋਤੀ ਜਿਹੜੇ ਨੇ ਸੂਰਾਂ ਅੱਗੇ ਨਹੀਂ ਪਾਏ ਜਾ ਸਕਦੇ। ਸੁੱਚੇ ਮੋਤੀ ਸੱਚੇ ਲੋਕਾਂ ਦੇ ਲਈ। ਅੱਜ ਅਸੀਂ ਆਪਣੀ ਜ਼ਿੰਦਗੀ ਝਾਤ ਮਾਰੀਏ ਭੈਣੋ ਭਾਈਓ, ਭਾਵੇਂ ਅਸੀਂ ਥੋੜ੍ਹੇ ਲੋਕ ਇਕੱਠੇ ਹੁੰਦੇ ਹਾਂ, ਛੋਟਾ ਝੁੰਡ ਹਾਂ, ਪ੍ਰਭੂ ਜਾਣਦਾ ਕਿ ਸਾਡੇ ਵਿੱਚ ਏਕਤਾ ਪ੍ਰਭੂ ਦੇ ਨਾਲ ਹੈ ਕਿ ਨਹੀਂ ਹੈ। ਹੁਣ ਇਹ ਸਾਨੂੰ ਵੇਖਣਾ ਪਵੇਗਾ। ਇਹ ਕੋਈ ਬੰਦਾ ਨਾ ਕਲੀਅਰ ਕਰੇ ਵੀ ਤੂੰ ਉਹਦੇ ਨਾਲ ਇੱਕ ਹੈ। ਕੋਈ ਬੰਦਾ ਮੇਰੀ ਜ਼ਿੰਦਗੀ ਨੂੰ ਆ ਕੇ ਨਾ ਕਹੇ ਵੀ ਤੂੰ ਪਰਮੇਸ਼ਰ ਨਾਲ ਇੱਕ ਹੈ, ਕਿਉਂਕਿ ਮੈਂ ਤੇਰੇ 'ਚ ਆਹ ਕੰਮ ਵੇਖਿਆ। ਖੁਦ ਪਰਮੇਸ਼ਰ ਦੇ ਨਾਲ ਏਕਤਾ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ। ਸਾਨੂੰ ਖੁਦ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਪਰਮੇਸ਼ਰ ਨਾਲ ਇੱਕ ਹਾਂ ਕਿ ਨਹੀਂ ਆ। ਕੋਈ ਤਾਂ ਬੰਦਾ ਮੇਰੇ ਕੰਮਾਂ ਨੂੰ ਵੇਖ ਕੇ ਮੇਰੀ ਵਡਿਆਈ ਕਰ ਸਕਦਾ, ਮੇਰੇ ਕੰਮਾਂ ਨੂੰ ਵੇਖ ਕੇ ਮੈਨੂੰ ਚੰਗਾ ਕਹਿ ਸਕਦਾ, ਮੇਰੇ ਸੁਭਾਅ ਨੂੰ ਵੇਖ ਕੇ ਚੰਗਾ ਕਹਿ ਸਕਦਾ। ਮੇਰੇ ਕਈ ਕੰਮ ਇਸ ਤਰ੍ਹਾਂ ਦੇ ਹੋਣਗੇ ਉਹ ਕਹਿਣਗੇ ਵੀ ਬਾਕੀ ਸਾਰਾ ਹੀ ਪਰਿਵਾਰ ਇਸ ਤਰ੍ਹਾਂ ਦਾ, ਪਰ ਆਹ ਬੰਦਾ ਇਕੱਲਾ ਚੰਗਾ ਹੈਗਾ। ਕੋਈ ਵੀ ਕਹਿ ਸਕਦਾ, ਪਰ ਮੈਂ ਪਰਮੇਸ਼ਰ ਦੇ ਨਾਲ ਇੱਕ ਹਾਂ ਇਹ ਕੋਈ ਬੰਦਾ ਕਲੀਅਰ ਨਹੀਂ ਕਰ ਸਕਦਾ। ਇਹ ਮੈਨੂੰ ਖੁਦ ਨੂੰ ਕਲੀਅਰ ਕਰਨਾ ਪਵੇਗਾ, ਔਰ ਆਪਣੇ ਅੰਦਰੋਂ ਅੰਦਰੇ।
वचन जब बोलिया जाता है तो बाइबल ज्ञान बयान करती है कि बोलन वाला कोई इंसान नहीं है, बोलन वाला खुद है आप। तो जो वो बोलता है ना, वो फिर झूठ नहीं बोलता है। ਉਹਦੇ ਵਿੱਚ ਮੈਂ ਵੀ ਤੁਹਾਡੇ ਵਰਗਾ ਹੀ ਆ, ਮੈਂ ਵੀ ਸੁਣਨ ਦੀ ਲਾਈਨ ਦੇ ਵਿੱਚ ਆ ਜਾਣਾ। ਯਿਸੂ ਮਸੀਹ ਜਿਹੜੀ ਇੱਥੇ ਗੱਲ ਕਹਿ ਰਿਹਾ, ਇਸ ਨੂੰ ਬੜੇ ਧਿਆਨ ਦੇ ਨਾਲ ਲੈਣਾ। ਪ੍ਰਾਰਥਨਾ ਵਿੱਚ ਬੜੀਆਂ ਗੰਭੀਰਤਾ ਵਾਲੀਆਂ ਗੱਲਾਂ ਕਰ ਰਿਹਾ। ਯਿਸੂ ਮਸੀਹ ਇਕੱਲਾ ਬੈਠਾ ਪ੍ਰਾਰਥਨਾ ਕਰ ਰਿਹਾ। ਯਿਸੂ ਮਸੀਹ ਪ੍ਰਾਰਥਨਾ ਕਰ ਰਿਹਾ ਵੀ ਪਿਤਾ, ਇਹ ਸਭ ਕੀ ਹੋਣ, ਪ੍ਰਾਰਥਨਾ ਆਪ ਕਰ ਰਿਹਾ ਪਰ ਗੱਲ ਕਿਸੇ ਹੋਰ ਦੀ ਕਰ ਰਿਹਾ। ਲੱਗੇ ਸਾਰਿਆਂ ਸਮਝ? ਯਿਸੂ ਮਸੀਹ ਪ੍ਰਾਰਥਨਾ ਵਿੱਚ ਕਹਿ ਰਿਹਾ ਵੀ ਜਿਵੇਂ ਤੂੰ ਮੇਰੇ ਵਿੱਚ ਤੇ ਮੈਂ, यानी कि उन्होंने ਵਿੱਚ ਹੁਣ ਕੋਈ ਫਰਕ ਨਹੀਂ ਗਾ, ਪਰ ਉਹ ਕਰ ਰਿਹਾ ਵੀ ਜਿਹੜੇ ਆਪਣੇ ਵਿੱਚ ਆਉਣਗੇ ਕੱਲ ਨੂੰ ਇਸ ਚਰਚ ਵਿੱਚ, ਇਸ ਭਵਨ ਵਿੱਚ ਕੋਈ ਵੀ ਆ ਸਕਦਾ। ਅਸੀਂ ਉਹਨੂੰ ਆਪਣੇ ਨਾਲ ਇੱਕ ਨਹੀਂ ਕਰਨਾ ਗਾ। ਠੀਕ ਹੈ, ਚਲੋ ਅਸੀਂ ਮਿਲ ਕੇ ਚੱਲਦੇ ਹਾਂ, ਵਧੀਆ ਗੱਲ ਹੈ। ਇੱਕ ਆਤਮਾ ਦੇ ਹੇਠ ਅਸੀਂ ਰਹਿਣਾ ਹੈ, ਇਹ ਬਹੁਤ ਵਧੀਆ ਗੱਲ ਹੈ। ਇੱਕ ਹੋ ਕੇ ਚੱਲਣਾ, ਇਹ ਬਹੁਤ ਵਧੀਆ ਗੱਲ ਹੈ। ਪਰ ਏਕਤਾ ਦੀ ਪਰਮੇਸ਼ਰ ਨਾਲ ਇੱਕ ਹੋਣੀ ਚਾਹੀਦੀ ਹੈ। ਇਹ ਸਾਡਾ ਚਾਲ ਚੱਲਣ, ਸਾਡਾ ਸੁਭਾਅ ਦੱਸੇਗਾ ਅਸੀਂ ਕਿਹਦੇ ਨਾਲ ਇੱਕ ਆ। ਅੱਜ ਇੱਕ ਬੰਦਾ ਚਰਚ ਨਹੀਂ ਆਇਆ, ਕੱਲ ਨੂੰ ਦੂਜਾ ਵੀ ਨਹੀਂ ਆਵੇਗਾ। ਉਹ ਕਹਿੰਦਾ ਕੱਲ ਨੂੰ ਉਹ ਨਹੀਂ ਆਇਆ ਸੀ, ਮੈਂ ਤਾਂ ਨਹੀਂ ਆਇਆ। ਇਹਦਾ ਮਤਲਬ ਇੱਕ ਕਿਹਦੇ ਨਾਲ ਹੈ? ਉਹਦੇ ਨਾਲ ਹੈ। ਜੇ ਇੱਕ ਪਰਮੇਸ਼ਰ ਨਾਲ ਹੋਵੇ, ਪਰਮੇਸ਼ਰ ਦਾ ਤੇ ਹਾਜ਼ਰ ਹੁੰਦਾ ਹੈ। ਜਿੱਥੇ 2 ਜਾਂ 3 ਮੇਰੇ ਨਾਮ 'ਚ ਇਕੱਠੇ ਨੇ, ਮੈਂ ਉੱਥੇ ਹਾਜ਼ਰ ਉਹਨਾਂ ਦੇ ਵਿਚਕਾਰ। ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ, ਇਹ ਤੂੰ ਮੈਨੂੰ ਨਾਮ ਦਿੱਤਾ ਤੇ ਉਸੇ ਨਾਮ ਨੇ ਮੈंने ਰੱਖਿਆ ਕੀਤੀ। ਜਿਹੜਾ ਨਾਮ ਹੁਣ ਜਿਨ੍ਹਾਂ ਦੀ ਰੱਖਿਆ ਕਰ ਰਿਹਾ, ਉੱਥੇ ਹੋਏਗਾ ਇੱਕ, ਉੱਥੇ ਉਹਨਾਂ ਦੇ ਵਿਚਕਾਰ ਹੋਏਗਾ ਜਿੱਥੇ ਇੱਕ ਹੋਣਗੇ। ਹੁਣ ਭੈਣੋ ਭਾਈਓ, ਆਦਮ ਤੇ ਹਵਾ ਇੱਕ ਸਾਰਤਾ ਦੇ ਵਿੱਚ ਨੇ, ਇੱਕ ਨੇ। ਪਰਮੇਸ਼ਰ ਆਉਂਦਾ, ਉਹਨਾਂ ਦੇ ਕੰਨਾਂ ਦੇ ਵਿੱਚ ਗੱਲਾਂ ਕਰਦਾ, ਆਪਣੀ ਇੱਛਾ ਨੂੰ ਉਹਨਾਂ ਤੇ ਪ੍ਰਗਟ ਕਰਦਾ, ਦੱਸਦਾ ਉਹਨਾਂ ਨੂੰ। ਹੁਣ ਪਰਮੇਸ਼ਰ ਨੂੰ ਆਉਣ ਲੱਗਿਆ ਕਿਸੇ ਤਰ੍ਹਾਂ ਦੀ ਕੋਈ ਝਿਜਕ ਨਹੀਂ। ਉਹ ਵੇਖਦਾ ਕਿ ਮੇਰਾ ਆਪਣਾ ਹੀ ਪਰਿਵਾਰ ਹੈ ਥੱਲੇ। ਪਰਮੇਸ਼ਰ ਦਾ ਪਰਿਵਾਰ ਆਦਮ ਤੇ ਹਵਾ, ਉਹ ਇੱਕ ਸਾਰਤਾ ਵਿੱਚ ਇੱਕ ਸੀਗੇ। ਪਰਮੇਸ਼ਰ ਆਉਂਦਾ, ਸੰਗਤੀ ਕਰਦਾ, ਕੰਨ ਦੇ ਵਿੱਚ ਗੱਲਾਂ ਕਰਦਾ। ਜਦੋਂ ਗੱਲਾਂ ਕਰਦਾ ਤੇ ਉਹਦੀ ਇੱਛਾ ਜਿਹੜੀ ਹੈ ਉਹਨਾਂ ਦੇ ਵਿੱਚ ਆਉਂਦੀ, ਤਾਂ ਉਹ ਕੁਛ ਗੱਲਾਂ ਕਰਦਾ। ਆਦਮੀ ਨਾਲ ਉਹਨੇ ਗੱਲਾਂ ਕੀਤੀਆਂ। ਆਦਮੀ ਨੇ ਉਹਨੂੰ ਕਿਹਾ ਵੀ ਇਹ ਸਭ ਕੁਛ ਤੇਰੇ ਲਈ ਬਣਾਇਆ ਗਿਆ, ਇਹ ਫਲ ਤੂੰ ਖਾਣੇ ਨੇ, ਇਹ ਫਲ ਨਹੀਂ ਖਾਣਾ। ਆਪਣੀ ਇੱਛਾ ਪ੍ਰਗਟ ਕੀਤੀ, ਦੱਸਿਆ, ਦਿਲ ਦੀਆਂ ਗੱਲਾਂ ਕੀਤੀਆਂ, ਮਨ ਦੇ ਵਿਚਾਰਾਂ ਦੀਆਂ ਗੱਲਾਂ ਕੀਤੀਆਂ। ਹੁਣ ਭੈਣੋ ਭਾਈਓ, ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਹਾਂ, ਕੀ ਸੋਚ ਕੇ ਬੈਠਦੇ ਹਾਂ? ਕਿਉਂਕਿ ਹੁਣ ਪ੍ਰਾਰਥਨਾ ਅਸੀਂ ਕਿਸੇ ਇਨਸਾਨ ਦੇ ਅੱਗੇ ਨਹੀਂ ਕਰਨ ਲੱਗੇ, ਅਸੀਂ ਪ੍ਰਾਰਥਨਾ ਉਹਦੇ ਅੱਗੇ ਕਰਨ ਲੱਗੇ ਜਿਹਨੇ ਸਾਨੂੰ ਰਚਿਆ। ਉਹਦੇ ਅੱਗੇ ਝੂਠ ਥੋੜ੍ਹਾ ਬੋਲ ਸਕਦੇ। ਉਹਦਾ ਪ੍ਰਾਰਥਨਾ ਨਾਮ ਅੱਗੇ ਤੇ ਉਹਨੇ ਪਹਿਲਾਂ ਵੀ ਸਮਝ ਜਾਣਾ ਵੀ ਕੀ ਕਹਿਣ ਲੱਗਾ ਮੈਨੂੰ। ਇਸ ਕਰਕੇ ਪ੍ਰਭੂ ਦੀ ਪ੍ਰਾਰਥਨਾ ਦਾ ਭਾਈ ਬ੍ਰਾਹਮ ਨੇ ਆਖਿਆ, ਜਿੰਨੀ ਦੇਰ ਜਵਾਬ ਨਹੀਂ ਨਾ ਆਉਂਦਾ, ਉਨੀ ਦੇਰ ਉਠਾਇਆ ਜਾਣਾ ਨਹੀਂ। ਪ੍ਰਭੂ ਦੀ ਪ੍ਰਾਰਥਨਾ ਦਾ ਜਵਾਬ ਦਿਓ ਪਹਿਲਾਂ। ਉਹ ਕੀ ਜਵਾਬ ਕੀ ਚਾਹ ਰਿਹਾ ਹੈ? ਵੀ ਉਹਦੇ ਨਾਲ ਇੱਕ ਹੋ। ਉਹ ਕਹਿ ਰਿਹਾ ਵੀ ਮੈਂ ਤੇਰੇ ਵਿੱਚ ਹਾਂ, ਤੂੰ ਮੇਰੇ ਵਿੱਚ ਹੈ, ਤੇ ਇਹ ਸਭ ਇਸੇ ਤਰ੍ਹਾਂ ਇੱਕ ਹੋ। ਪਹਿਲਾਂ ਤਾਂ ਇਸ ਗੱਲ ਦਾ ਜਵਾਬ ਨਾਲ ਮਿਲਣਾ ਚਾਹੀਦਾ, ਰਲਣਾ ਚਾਹੀਦਾ। ਹੁਣ ਜਦੋਂ ਆਦਮ ਨੂੰ ਗਹਿਰੀ ਨੀਂਦ ਸੁਆ ਦਿੱਤਾ ਗਿਆ, ਹੁਣ ਭਾਈ ਬ੍ਰਾਹਮ ਨੇ ਆਖਿਆ ਜਦੋਂ ਉਹਨੂੰ ਗਹਿਰੀ ਨੀਂਦ ਸੁਆ ਦਿੱਤਾ ਗਿਆ, ਤਾਂ ਉਹਦੇ ਵਿੱਚੋਂ ਇੱਕ ਆਤਮਾ ਕੱਢ ਕੇ ਇੱਕ ਹੋਰ ਸਰੀਰ ਨਹੀਂ ਬਣਾਇਆ। ਉਹਦੀਆਂ ਪਸਲੀਆਂ ਵਿੱਚੋਂ, ਯਾਨੀ ਕਿ ਉਸੇ ਦਾ ਹੀ ਹਿੱਸਾ ਇੱਕ ਕੱਢਿਆ, ਉਸੇ ਏਕਤਾ ਦੇ ਵਿੱਚ ਇੱਕ ਹੋਰ। ਹੁਣ ਉਹੋ ਹੀ ਸੁਭਾਅ, ਸੇਮ ਆਦਮ ਦਾ ਤੇ ਹਵਾ ਦਾ ਸੇਮ ਸੁਭਾਅ ਸੀਗਾ। ਪਰਮੇਸ਼ਰ ਆਉਂਦਾ, ਸੰਗਤੀ ਕਰਦਾ, ਗੱਲਾਂ ਕਰਦਾ, ਕੋਈ ਫਰਕ ਨਹੀਂ ਆਪਸ ਵਿੱਚ। ਜਦੋਂ ਹੀ ਸ਼ੈਤਾਨ ਨੇ ਅੰਦਰ ਐਂਟਰੀ ਕੀਤੀ, ਉਹਨੇ ਪਹਿਲਾਂ ਉਸ ਏਕਤਾ ਨੂੰ ਤੋੜਿਆ। ਉਸ ਏਕਤਾ ਨੂੰ ਕੀ ਕਰ ਦਿੱਤਾ? ਯਾਨੀ ਕਿ ਏਕਤਾ ਨੂੰ ਤੋੜਨ ਦਾ ਕੰਮ ਕਿਸੇ ਹੋਰ ਦਾ। ਜਦੋਂ ਕਿਤੇ ਏਕਤਾ ਟੁੱਟਦੀ ਹੈ ਤੇ ਉਹਦੇ ਵਿੱਚ ਕੋਈ ਹੋਰ ਦਾਖਲ ਹੋ ਗਿਆ। ਕਿਉਂਕਿ ਪਰਮੇਸ਼ਰ ਜਿੱਥੇ ਹੈ ਉੱਥੇ ਏਕਤਾ ਹੈ। ਪਰਮੇਸ਼ਰ ਗੱਲਾਂ ਕਰਦਾ ਹੈ, ਸੰਗਤ ਉਹਦੀ ਗੱਲ ਤੇ ਆਮਿਨ ਕਰਦੀ ਹੈ, ਹੰਗਾਰਾ ਭਰਦੀ ਹੈ।
ਪਰ ਜਿੱਥੇ ਏਕਤਾ ਟੁੱਟਦੀ ਏ ਉੱਥੇ ਕੋਈ ਹੋਰ ਆ ਗਿਆ ਉਸ ਏਕਤਾ ਨੂੰ ਤੋੜਨ ਦੇ ਲਈ। ਔਰ ਜਿੱਥੇ ਏਕਤਾ ਟੁੱਟ ਜਾਂਦੀ ਏ ਤਾਂ ਤੁਸੀਂ ਇਹ ਦੇਖੋ ਭੈਣੋ ਭਾਈਓ, ਉੱਥੇ ਜਿਹੜੀ ਏਕਤਾ ਟੁੱਟੀ ਹੈ ਉੱਥੇ ਕਿਸੇ ਆਦਮ ਦੀ ਤੇ ਹਵਾ ਦੀ ਆਪਸ 'ਚ ਨਹੀਂ ਏਕਤਾ ਟੁੱਟੀ, ਬੰਦਿਆਂ ਨਾਲ ਨਹੀਂ ਟੁੱਟੀ, ਦਰਖਤਾਂ ਨਾਲ ਨਹੀਂ ਟੁੱਟੀ। ਗਏ ਫਲ ਵੀ ਹੁਣ ਸਾਡੇ ਤੋਂ ਦੂਰ ਗਏ ਚਲੇ, ਅਸੀਂ ਨਹੀਂ ਖਾ ਸਕਦੇ। ਪਰਮੇਸ਼ਰ ਦੇ ਨਾਲ ਹੀ ਟੁੱਟ ਗਈ। ਸਦਾ ਦੇ ਰਹਿਣ ਵਾਲੇ ਪਰਮੇਸ਼ਰ ਦੇ ਨਾਲ ਉਹੀ ਏਕਤਾ। ਪਰਮੇਸ਼ਰ ਨੇ ਉਹਨਾਂ ਨੂੰ ਸਦਾ ਰਹਿਣ ਲਈ ਬਣਾਇਆ ਸੀ, ਸਦਾ ਰਹਿਣ ਲਈ ਬਣਾਇਆ ਸੀਗਾ, ਇਸ ਕਰਕੇ ਕਿ ਉਹ ਉਹਦੇ ਨਾਲ ਇੱਕ ਰਹਿਣ। ਕਿਉਂਕਿ ਪਰਮੇਸ਼ਰ ਇੱਕ ਸੀਗਾ, ਇੱਕ ਹੀ ਸੰਗਤੀ ਚਾਹੁੰਦਾ ਸੀਗਾ, ਜੋ ਕਹਿੰਦਾ ਸੀਗਾ ਉਹੀ ਉਹਨਾਂ ਨੂੰ ਕਰਨਾ ਪੈਣਾ ਸੀਗਾ। ਜਦੋਂ ਹੀ ਆਣ ਕੇ ਸ਼ੈਤਾਨ ਨੇ ਵਿੱਚ ਆਣ ਕੇ ਉਹਨਾਂ ਦੀ ਏਕਤਾ ਤੋੜੀ, ਹੁਣ ਉਹਨਾਂ ਦੇ ਸੁਭਾਅ ਵਿੱਚ ਫਰਕ ਆ ਗਿਆ। ਉਹਨਾਂ ਦੇ ਸੁਭਾਅ ਦੇ ਵਿੱਚ ਇੰਨਾ ਹੀ ਫਰਕ ਆ ਗਿਆ, ਹੁਣ ਇੱਕ ਦੂਜੇ ਤੇ ਉਂਗਲ ਕਰਨ ਲੱਗ ਗਏ ਨੇ। ਲੱਗੀ ਸਾਰਿਆਂ ਨੂੰ ਸਮਝ? ਇਹ ਆਦਮ, ਤੈਨੂੰ ਕਿੰਨੇ ਕਿਹਾ ਤੂੰ ਨੰਗਾ? ਆਦਮ ਨੇ ਹਵਾ ਤੇ ਉਂਗਲ ਚੱਕੀ, ਹਵਾ ਨੇ ਸੱਪ ਤੇ ਉਂਗਲ ਚੱਕੀ। ਹੁਣ ਉੱਥੇ ਜੋ ਕੁਛ ਵੀ ਹੋਇਆ ਅਦਨ ਦੇ ਬਾਗ ਵਿੱਚ ਆਪਾਂ ਜਾਣਦੇ ਹਾਂ। ਹੁਣ ਅਦਨ ਦੇ ਬਾਗ ਵਿੱਚ ਜਦੋਂ ਪਰਮੇਸ਼ਰ ਆਉਂਦਾ ਸੀਗਾ, ਸੰਗਤੀ ਕਰਦਾ ਸੀਗਾ, ਇੱਕ ਮਾਹੌਲ ਬੜਾ ਵਧੀਆ ਚੱਲ ਰਿਹਾ ਸੀਗਾ, ਬਹੁਤ ਅੱਛਾ ਮਾਹੌਲ ਸੀਗਾ। ਪਰਮੇਸ਼ਰ ਆਪਣੇ ਪਰਿਵਾਰ ਦੇ ਵਿੱਚ ਸੰਗਤੀ ਕਰਦਾ ਸੀਗਾ। ਜਦੋਂ ਹੀ ਏਕਤਾ ਟੁੱਟੀ, ਸੰਗਤੀ ਖਤਮ ਹੋਈ, ਹੁਣ ਉਹਨਾਂ ਦੀ ਜਿਹੜੀ ਹੈ ਸੰਗਤੀ ਪਰਮੇਸ਼ਰ ਨਾਲ ਟੁੱਟ ਕੇ ਤੇ ਹੁਣ ਉਹਨਾਂ ਦੇ ਅੰਦਰ ਥੋੜ੍ਹੀ ਜਿਹੀ ਆਪਣੀ ਸਮਝ ਰਲ ਗਈ। ਆਪਣੇ ਹਿਸਾਬ ਨਾਲ ਹੁਣ ਉਸੇ ਪਰਮੇਸ਼ਰ ਤੋਂ ਡਰਨ ਲੱਗ ਗਏ ਨੇ ਜਿਹੜੇ ਪਰਮੇਸ਼ਰ ਦੇ ਨਾਲ ਸੰਗਤੀ ਕਰਦੇ ਸੀ, ਜਿਹੜੇ ਪਰਮੇਸ਼ਰ ਦੇ ਨਾਲ ਸੰਗਤੀ ਕਰਦੇ ਸੀ। ਕਈ ਵਾਰ ਪ੍ਰਭੂ ਦੇ ਸੇਵਕਾਂ ਦੇ ਨਾਲ ਲੋਕ ਚੱਲਦੇ ਨੇ, ਕਲੀਸਿਆ ਚੱਲਦੀ ਹੈ, ਜਦੋਂ ਕਿਤੇ ਸ਼ਕਤੀ ਆ ਜਾਂਦੀ ਹੈ ਉਸੇ ਸੇਵਕ ਦੇ ਨਾਲ ਹੀ ਉਹਨਾਂ ਨੂੰ ਨਫ਼ਰਤ ਹੋ ਜਾਂਦੀ ਹੈ, ਜਿਹੜੇ ਸੇਵਕ ਦੇ ਨਾਲੋਂ ਸੰਗਤੀ ਕਰ ਜਾਂਦੇ, ਕਿਉਂਕਿ ਉਹ ਵਿੱਚ ਕੁਛ ਆ ਗਿਆ। ਇਸ ਕਰਕੇ ਭੈਣੋ ਭਾਈਓ, ਇਹ ਅਸੀਂ ਜ਼ਰੂਰ ਧਿਆਨ 'ਚ ਰੱਖਣਾ ਹੈ। ਪਹਿਲਾਂ ਤਾਂ ਏਕਤਾ ਦਾ ਮਤਲਬ ਸਮਝਣਾ। ਏਕਤਾ ਦਾ ਮਤਲਬ ਹੈ ਕਿਸੇ ਨਾਲ ਇੱਕ ਹੋ ਜਾਣਾ, ਔਰ ਕਿਹਦੇ ਨਾਲ ਇੱਕ ਹੋਣਾ ਇਹ ਸਾਨੂੰ ਅੱਜ ਸੋਚਣ ਦੀ ਲੋੜ ਹੈ। ਕਿਉਂਕਿ ਜਿਹਦੇ ਨਾਲ ਅਸੀਂ ਇੱਕ ਹੋ ਰਹੇ ਹਾਂ ਉਹਨੇ ਸਾਨੂੰ ਰੈਪਚਰ ਦੇ ਵੱਲ ਲੈ ਕੇ ਜਾਣਾ, ਔਰ ਅਸੀਂ ਇਹ ਵੇਖਣਾ ਸਾਨੂੰ ਰੈਪਚਰ ਵੱਲ ਲੈ ਕੇ ਕੌਣ ਜਾ ਰਿਹਾ। ਉਹ ਹੈ ਯਿਸੂ ਮਸੀਹ। ਯਿਸੂ ਮਸੀਹ ਵਚਨ ਹੈ। ਜੇ ਇਹ ਵਚਨ ਕਿਸੇ ਹੋਰ ਦੇ ਰਾਹੀਂ ਆ ਕੇ ਤੇ ਮੈਨੂੰ ਰੈਪਚਰ ਦੇ ਵਿੱਚ ਲੈ ਕੇ ਜਾ ਰਿਹਾ ਹੈ ਤਾਂ ਮੈਨੂੰ ਉਸ ਬੰਦੇ ਨਾਲ ਇੱਕ ਹੋ ਜਾਣਾ ਚਾਹੀਦਾ। ਉਹਦੇ ਵਿੱਚ ਕੋਈ ਧੋਖਾ ਨਹੀਂ ਹੈ, ਕੋਈ ਧੜੀ ਨਹੀਂ ਹੈ, ਕਿਉਂਕਿ ਮੈਨੂੰ ਆਪਣੇ ਨਾਲ ਇੱਕ ਨਹੀਂ ਕਰ ਰਿਹਾ, ਉਹ ਮੈਨੂੰ ਵਚਨ ਦੇ ਨਾਲ ਇੱਕ ਕਰ ਰਿਹਾ। ਇਸ ਕਰਕੇ ਵਚਨ ਦੇ ਨਾਲ ਏਕਤਾ ਕਿਉਂ ਸਾਨੂੰ ਕਰਨ ਦੀ ਲੋੜ ਹੈ? ਉਹ ਮਤੀ ਦੀ ਇੰਜੀਲ 24 ਦੇ ਪੜ੍ਹੀਏ। ਮਤੀ ਦੀ ਇੰਜੀਲ 24 ਦੇ ਸਾਨੂੰ ਵਚਨ ਦੇ ਨਾਲ ਹੀ ਕਿਉਂ ਇੱਕ ਰਹਿਣਾ ਚਾਹੀਦਾ? ਮਤੀ ਦੀ ਇੰਜੀਲ 24 ਦੇ ਕੱਢ ਲਈਏ ਭੈਣੋ ਭਾਈਓ, 35 ਆਇਤ ਨੂੰ ਪੜ੍ਹ ਲਈਏ। ਆਕਾਸ਼ ਤੇ ਧਰਤੀ ਟਲ ਜਾਣਗੇ, ਆਕਾਸ਼ ਤੇ ਧਰਤੀ ਟਲ ਜਾਣਗੇ, ਪਰ ਮੇਰੇ ਬਚਨ ਕਦੇ ਨਾ ਟਲਣਗੇ। ਸਾਰੇ ਬੋਲੋ ਹਾਲੇਲੂਇਆ। ਇਸ ਕਰਕੇ ਭਾਈ ਬ੍ਰਾਹਨਮ ਨੇ ਆਖਿਆ ਇਹ ਜ਼ਰੂਰੀ ਹੈ ਕਿ ਵਚਨ ਦੇ ਨਾਲ ਏਕਤਾ ਹੋਵੇ, ਜਿਹੜਾ ਟਲਣਾ ਨਹੀਂ ਹੈ। ਧਰਤੀ ਦਾ ਕੋਈ ਵੀ ਰਚਿਆ ਹੋਇਆ ਇਨਸਾਨ ਜਿਹੜਾ ਹੈ, ਤੁਹਾਡੇ ਨਾਲ ਕਿੰਨੀ ਦੇਰ ਵੀ ਉਹ ਸੰਗਤੀ ਕਰਦਾ ਰਹੇ, ਕਿੰਨੀ ਦੇਰ ਵੀ ਮੇਲ ਮਿਲਾਪ ਰੱਖਿਆ ਹੋਵੇ, ਕਿਤੇ ਨਾ ਕਿਤੇ ਕੋਈ ਇਸ ਤਰ੍ਹਾਂ ਦਾ ਹੋ ਸਕਦਾ, ਹਾਦਸਾ ਵਾਪਰ ਜਾਵੇ, ਤੁਹਾਨੂੰ ਛੱਡ ਕੇ ਜਾ ਸਕਦਾ, ਤੁਹਾਨੂੰ ਉਹ ਛੱਡ ਕੇ ਜਾ ਸਕਦਾ ਹੈ, ਤੁਹਾਡੇ ਨਾਲ ਨਫ਼ਰਤ ਕਰਕੇ ਛੱਡ ਕੇ ਜਾ ਸਕਦਾ ਹੈ, ਕਿਸੇ ਕੰਮ ਕੋਲੋਂ ਛੱਡ ਕੇ ਜਾ ਸਕਦਾ ਹੈ, ਕਿਤੇ ਤੁਸੀਂ ਉਹਦਾ ਕਹਿਣਾ ਨਹੀਂ ਮੰਨਿਆ ਛੱਡ ਕੇ ਜਾ ਸਕਦਾ ਹੈ। ਪਰ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹਨੇ ਕਿਹਾ ਮੈਂ ਤੁਹਾਨੂੰ ਕਦੇ ਇਕੱਲਿਆ ਨਹੀਂ ਛੱਡਾਂਗਾ। ਹਾਂ, ਪਰਖਦਾ ਜ਼ਰੂਰ ਹੈ ਪਰਮੇਸ਼ਰ ਦਾ ਵਚਨ, ਪਰਮੇਸ਼ਰ ਪਰਖਦਾ ਹੈ ਪਰ ਛੱਡਦਾ ਨਹੀਂ ਹੈ। ਲਾਗੇ ਸਾਨੂੰ ਸਮਝ? ਪਰਮੇਸ਼ਰ ਸਾਡੇ ਵਿਸ਼ਵਾਸ ਨੂੰ ਪਰਖਦਾ ਹੈ ਪਰ ਛੱਡਦਾ ਨਹੀਂ ਹੈ, ਕਿਉਂਕਿ ਉਹਨੇ ਵਾਅਦਾ ਖੁਦ ਨੇ ਕੀਤਾ ਹੈ ਮੈਂ ਤੈਨੂੰ ਕਦੇ ਅਨਾਥ ਨਾ ਛੱਡਾਂਗਾ, ਕਦੇ ਇਕੱਲਿਆ ਨਾ ਛੱਡਾਂਗਾ, ਜਦੋਂ ਤੂੰ ਮੈਨੂੰ ਪੁਕਾਰੇਗਾ ਮੈਂ ਤੇਰੇ ਕੋਲ ਹਾਜ਼ਰ ਹੋ ਜਾਵਾਂਗਾ। ਇਸ ਕਰਕੇ ਵਚਨ ਦੇ ਨਾਲ ਏਕਤਾ ਜ਼ਰੂਰੀ ਹੈ, ਕਿਉਂਕਿ ਵਚਨ ਟਲ ਨਹੀਂ ਸਕਦਾ। ਹਰ ਬਸ਼ਰ ਟਲ ਸਕਦਾ, ਹਰ ਜ਼ੁਬਾਨ ਝੂਠੀ ਪੈ ਸਕਦੀ ਹੈ, ਪਰ ਵਚਨ ਕਦੇ ਝੂਠ ਨਹੀਂ ਬੋਲਦਾ। ਵਚਨ ਸੱਚ ਹੈ, ਸੱਚਾ ਰਹੇਗਾ, ਔਰ ਇਹਦੇ ਤੇ ਇੱਕ ਹੋਣ ਦੇ ਲਈ ਸਾਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਭੈਣੋ ਭਾਈਓ। ਇਹ ਕਿਸੇ ਬੰਦੇ ਨਾਲ ਏਕਤਾ ਨਹੀਂ ਹੈ ਜਿਹੜਾ ਸਾਨੂੰ ਕੱਲ ਨੂੰ ਧੋਖਾ ਦੇ ਦੇਵੇਗਾ।
ਇਹ ਵਚਨ ਦੇ ਨਾਲ ਇੱਕ ਜਦ ਕਿ ਅਸੀਂ ਵਚਨ ਦੇ ਨਾਲ ਇੱਕ ਹੋ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਦਾ ਸਟੈਪ ਹੈ ਵੀ ਜੋ ਕੁਝ ਮੰਗਾਂਗੇ ਸਾਡੇ ਲਈ ਹੋ ਜਾਵੇਗਾ। ਫਿਰ ਜਦੋਂ ਤੁਸੀਂ ਕਿਸੇ ਲਈ ਪ੍ਰਾਰਥਨਾ ਕਰਦੇ ਜੇ, ਫਿਰ ਤੁਹਾਡੀ ਪ੍ਰਾਰਥਨਾ ਦਾ ਜਵਾਬ ਪ੍ਰਭੂ ਦਿੰਦਾ ਹੈ, ਤੁਹਾਡੀ ਪ੍ਰਾਰਥਨਾ ਸੁਣੀ ਜਾਂਦੀ ਹੈ। ਹੁਣ ਇੱਕ ਹੋਣ ਦੇ ਲਈ ਸਾਨੂੰ ਕੋਈ ਵੱਖਰਾ ਕੰਮ ਕਰਨਾ ਪਵੇਗਾ, ਕੋਈ ਵੱਖਰਾ ਕੰਮ ਕਰਨ ਦੀ ਲੋੜ ਨਹੀਂ। ਅਸੀਂ ਯਿਸੂ ਮਸੀਹ ਨੇ ਜੋ ਵਚਨ ਕਿਹਾ ਨਾ ਉਸ ਤੇ ਵਿਸ਼ਵਾਸ ਕਰਨਾ ਹੈ। ਪ੍ਰਭੂ ਤੂੰ ਸੱਚਾ ਠਹਿਰੇ ਤੇ ਧਰਤੀ ਦਾ ਬੋਲ ਝੂਠਾ ਠਹਿਰੇ। ਯਿਸੂ ਮਸੀਹ ਜੇ ਸੱਚਾ ਹੈ ਤੇ ਯਿਸੂ ਮਸੀਹ ਪ੍ਰਾਰਥਨਾ ਵੱਲ ਧਿਆਨ ਦੇਈਏ। ਉਹ ਕਹਿ ਰਿਹਾ ਵੀ ਜਿਵੇਂ ਤੂੰ ਮੇਰੇ ਵਿੱਚ ਮੈਂ ਤੇਰੇ ਵਿੱਚ ਆ, ਇਹ ਸਭ ਉਸੇ ਤਰ੍ਹਾਂ ਕੀ ਹੋਣ, ਇੱਕ ਹੋਣ। ਹੁਣ ਅੱਗੇ ਆਪਾਂ ਪੜ੍ਹੀਏ, ਇੱਥੇ ਆਈਏ ਦੁਬਾਰਾ ਯੋਹਨਾ ਦੀ ਜੀਰ, ਅੱਗੇ ਪੜ੍ਹੀਏ। ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ, ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਹਾਂ, ਜੋ ਉਹ ਵੀ ਸਾਡੇ ਵਿੱਚ ਹੋਣ। ਸਾਰੇ ਬੋਲੋ ਹਾਲੇਲੂਇਆ। ਜਿਵੇਂ ਤੂੰ ਮੇਰੇ ਵਿੱਚ ਤੇ ਮੈਂ ਤੇਰੇ ਵਿੱਚ ਹਾਂ, ਇਹ ਵੀ ਕੀ ਹੋਣ, ਇਹ ਵੀ ਸਾਡੇ ਵਿੱਚ ਹੋਣ। ਹੁਣ ਪ੍ਰਭੂ ਦਾ ਧੰਨਵਾਦ ਹੈ ਭੈਣੋ ਭਾਈਓ, ਯਿਸੂ ਦੀ ਪ੍ਰਾਰਥਨਾ ਵੱਲ ਧਿਆਨ ਦੇਈਏ। ਯਿਸੂ ਮਸੀਹ ਆਪਣੇ ਬਾਰੇ ਤਾਂ ਗੱਲਾਂ ਕਰ ਹੀ ਰਿਹਾ ਹੈ, ਨਾਲ ਜਿਹੜੇ ਉਹਦੇ ਵਿੱਚ ਆਉਣਗੇ ਅੱਗੇ ਉਹਨਾਂ ਬਾਰੇ ਵੀ ਉਹ ਪ੍ਰਾਰਥਨਾ ਕਰ ਰਿਹਾ, ਪ੍ਰਭੂ ਇਹਨਾਂ ਦੀ ਤੂੰ ਰੱਖਿਆ ਕਰੀ, ਇਹਨਾਂ ਦੀ ਰੱਖਿਆ ਕਰੀ, ਇਹ ਉਸੇ ਤਰ੍ਹਾਂ ਇੱਕ ਹੋਣ ਜਿਵੇਂ ਤੂੰ ਤੇ ਮੈਂ ਇੱਕ ਹਾਂ। ਇਹ ਵੱਖਰੀ ਏਕਤਾ ਨਾ ਲੈ ਕੇ ਬੈਠ ਜਾਣ ਧਰਤੀ 'ਤੇ, ਇਹ ਵੱਖਰਾ ਝੁੰਡਣਾ ਲੈ ਕੇ ਬੈਠ ਜਾਣ, ਵੱਖਰਾ ਗਰੁੱਪਣਾ ਲੈ ਕੇ ਬੈਠ ਜਾਣ। ਇਹ ਉਸੇ ਤਰ੍ਹਾਂ ਇੱਕ ਹੋਣ ਜਿਵੇਂ ਤੂੰ ਤੇ ਮੈਂ ਇੱਕ ਹਾਂ। ਹੁਣ ਯਿਸੂ ਮਸੀਹ ਆਪਣੀ ਤਸਵੀਰ ਬਿਆਨ ਕਰ ਗਿਆ ਕਿ ਯਿਸੂ ਮਸੀਹ ਨੇ ਕਿਹਾ ਤੁਹਾਡੇ ਵਿੱਚੋਂ ਕਿਹੜਾ ਜਿਹੜਾ ਮੇਰੇ ਤੇ ਦੋਸ਼ ਸਾਬਤ ਕਰਦਾ ਹੈ। ਯਿਸੂ ਮਸੀਹ ਨੇ ਨਾ ਤਾਂ ਝੂਠ ਬੋਲਿਆ, ਨਾ ਕਿਸੇ ਨਾਲ ਕੋਈ ਧੱਕਾ ਕੀਤਾ, ਨਾ ਧੋਖਾ ਕੀਤਾ। ਯਿਸੂ ਮਸੀਹ ਹਮੇਸ਼ਾ ਹੀ ਆਪਣੇ ਪਿਤਾ ਦੇ ਨਾਲ ਰਿਹਾ। ਮੈਂ ਤੇ ਪਿਤਾ ਇੱਕ ਹਾਂ। ਜਦੋਂ ਹੀ ਉਹ ਗੱਲ ਕਰਦਾ, ਆਪਣੇ ਪਿਤਾ ਦੀ ਗੱਲ ਕਰਦਾ, ਮੈਂ ਤੇ ਪਿਤਾ ਇੱਕ ਹਾਂ, ਜੋ ਪਿਤਾ ਮੈਨੂੰ ਕਹਿੰਦਾ ਮੈਂ ਉਹ ਕਰਦਾ, ਜੋ ਮੈਂ ਵੇਖਦਾ ਮੈਂ ਉਹ ਕਰਦਾ। ਯਿਸੂ ਮਸੀਹ ਆਪਣੀ ਏਕਤਾ ਦਾ ਵਚਨਾਂ ਦੇ ਵਿੱਚ ਇਕਰਾਰ ਕਰ ਰਿਹਾ ਹੈ, ਆਪਣੇ ਤਸਵੀਰ ਬਿਆਨ ਕਰ ਰਿਹਾ ਹੈ ਵੀ ਏਕਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਹੁਣ ਏਕਤਾ ਜਿਹੜੀ ਯਿਸੂ ਮਸੀਹ ਦੀ ਜਿਵੇਂ ਸੀਗੀ, ਜੇ ਸਾਡੀ ਉਸੇ ਤਰ੍ਹਾਂ ਨਹੀਂ ਹੈ ਨਾ ਭੈਣੋ ਭਾਈਓ, ਤਾਂ ਸਾਨੂੰ ਰੈਪਚਰ ਦੇ ਵਿੱਚ ਜਾਣ ਦੇ ਲਈ ਫਿਰ ਰੁਕਾਵਟ ਆ ਸਕਦੀ ਹੈ। ਇਸ ਕਰਕੇ ਅੱਜ ਅਸੀਂ ਸੋਚੀਏ, ਸਮਝੀਏ, ਧਿਆਨ ਦਈਏ, ਕਿਉਂਕਿ ਸਮਾਂ ਬਹੁਤ ਹੀ ਬੁਰਾ ਚੱਲ ਰਿਹਾ ਔਰ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਜ਼ਿਆਦਾ ਸੁਧਾਰ ਕਿਸੇ ਦਾ ਕਰੀਏ। ਸਾਡੇ ਕੋਲ ਇੰਨਾ ਜ਼ਰੂਰ ਸਮਾਂ ਦੇ ਦਿੱਤਾ ਗਿਆ ਕਿ ਅਸੀਂ ਆਪਣਾ ਜ਼ਰੂਰ ਸੁਧਾਰ ਕਰੀਏ। ਲਾਗੀ ਸਾਰਿਆਂ ਸਮਾਂ। ਇਸ ਕਰਕੇ ਜਦੋਂ ਵੀ ਤੁਸੀਂ ਪ੍ਰਭੂ ਦੇ ਕੋਲ ਆਓ, ਆਪਣਾ ਜੀਵਨ ਉਹਦੇ ਅੱਗੇ ਰੱਖੋ। ਪ੍ਰਭੂ ਕੀ ਮੇਰੇ ਵਿੱਚ ਅੱਜ ਆ ਘਾਟ ਹੈ, ਆ ਕਮੀ ਹੈ, ਮੇਰੇ ਵਿੱਚੋਂ ਇਹ ਗਲਤੀ ਹੋਈ ਹੈ, ਤਾਂ ਮੈਨੂੰ ਪ੍ਰਭੂ ਮਾਫ ਕਰੀ। ਕਿਉਂਕਿ ਪ੍ਰਭੂ ਤੋਂ ਦੂਰ ਜਾਣ ਦੇ ਲਈ ਸ਼ੈਤਾਨ ਤੁਹਾਡੇ ਕੋਲ ਪਾਪ ਕਰਵਾਵੇਗਾ, ਪਾਪ ਕਰਵਾ ਕੇ ਸਦਾ ਲਈ ਤੁਹਾਡੇ ਤੋਂ ਦੂਰ ਕਰ ਦੇਣਾ। ਆਦਮ ਤੇ ਹਵਾ ਦੇ ਵਿੱਚ ਜੁਦਾਈ ਪਾਉਣ ਵਾਲਾ, ਆਦਮ ਤੇ ਹਵਾ ਦੀ ਪਰਮੇਸ਼ਰ ਤੋਂ ਜੁਦਾਈ ਪਾਉਣ ਵਾਲਾ ਸ਼ੈਤਾਨ, ਜਦੋਂ ਉਹਨੇ ਇਹ ਕਿਹਾ ਨਾ ਵੀ ਇਹ ਨਹੀਂ ਹੋਵੇਗਾ ਇਸ ਤਰ੍ਹਾਂ, ਉਹਦੇ ਨਾਲ ਹੀ ਉਹਨਾਂ ਦੀ ਏਕਤਾ ਟੁੱਟ ਗਈ। ਸਿਰਫ ਇੱਕ ਸ਼ਬਦ ਨਾਲ ਜੋੜਨ ਦੇ ਨਾਲ, ਜਦ ਕਿ ਬਾਈਬਲ ਬਿਆਨ ਕਰਦੀ ਹੈ ਨਾ ਕੋਈ ਸ਼ਬਦ ਘਟਾਇਆ ਜਾਵੇ ਤੇ ਨਾ ਕੋਈ ਵਧਾਇਆ ਜਾਵੇ। ਬਾਈਬਲ ਦੇ ਨਾਲ ਜਿਹੜਾ ਕੋਈ ਵੀ ਸ਼ਬਦ ਘਟਾਇਆ ਵਧਾਇਆ ਨਹੀਂ ਜਾ ਸਕਦਾ। ਜੇ ਘਟਾਉਣ ਵਧਾਉਣ ਦੇ ਵਿੱਚ ਅਸੀਂ ਫੜੇ ਗਏ ਤਾਂ ਸਾਡੀ ਫਿਰ ਏਕਤਾ ਉਹਦੇ ਨਾਲ ਨਹੀਂ ਰਹਿਣੀ। ਸਾਡੀ ਏਕਤਾ ਉਨੀ ਦੇਰ ਹੀ ਹੈ ਜਿਵੇਂ ਜਿਵੇਂ ਯਿਸੂ ਮਸੀਹ ਕਹਿ ਰਿਹਾ ਉਸੇ ਤਰ੍ਹਾਂ ਅਸੀਂ ਉਵੇਂ ਕਰੀਏ। ਹੁਣ ਅਸੀਂ ਕਿਹੜੇ ਹਾਲਾਤਾਂ ਵਿੱਚ ਰਹਿ ਰਹੇ ਹਾਂ, ਕਿਹੜੇ ਸਮੇਂ ਵਿੱਚ ਰਹਿ ਰਹੇ ਹਾਂ, ਸਾਨੂੰ ਇਸ ਗੱਲ ਦੇ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਹੈ। ਅਸੀਂ ਕਿਸੇ ਦਾ ਸੁਧਾਰ ਨਹੀਂ ਕਰਨਾ ਭੈਣੋ ਭਾਈਓ, ਅਸੀਂ ਆਪਣੇ ਆਪ ਦਾ ਸੁਧਾਰ ਕਰਨਾ ਹੈ। ਔਰ ਜਿਹੜੇ ਸਮੇਂ 'ਚ ਅਸੀਂ ਰਹਿ ਰਹੇ ਹਾਂ, ਇਹ ਸਮੇਂ ਸਾਨੂੰ ਕਿਸ ਗੱਲ ਦੀ ਲੋੜ ਹੈ, ਕਿਸ ਵਚਨ ਦੀ ਲੋੜ ਹੈ, ਸਾਡੇ ਜੀਵਨ ਵਿੱਚ ਕੀ ਘਾਟ ਹੈ। ਜਦੋਂ ਉਹ ਘਾਟ ਪੂਰੀ ਹੋ ਜਾਵੇਗੀ ਤਾਂ ਇਹ ਤੁਹਾਨੂੰ ਆਪਣਾ ਸਰੀਰ ਦੱਸੇਗਾ ਵੀ ਵਾਕਈ ਤੁਹਾਡੇ 'ਚ ਹੁਣ ਘਾਟ ਨਹੀਂ ਹੈ। ਤੁਹਾਡਾ ਸੁਭਾਅ ਦੱਸੇਗਾ ਤੁਹਾਡੇ 'ਚ ਘਾਟ ਨਹੀਂ ਹੈ, ਤੁਹਾਡੀ ਚਾਲ ਚਲਨ ਦੱਸੇਗੀ ਤੁਹਾਡੇ 'ਚ ਘਾਟ ਨਹੀਂ ਹੈ, ਤੁਹਾਡੀ ਹਰਕਤ ਦੱਸੇਗੀ ਤੁਹਾਡੇ 'ਚ ਘਾਟ ਨਹੀਂ ਹੈ। ਜੇ ਸਾਡੇ 'ਚ ਕੋਈ ਘਾਟ ਹੁੰਦੀ ਹੈ, ਇਹ ਸਾਨੂੰ ਪਤਾ ਲੱਗ ਜਾਂਦਾ, ਖੁਦ ਨੂੰ ਵੀ ਪਤਾ ਲੱਗ ਜਾਂਦਾ ਹੈ, ਔਰ ਜਿਹੜੇ ਪਰਖਣ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ।
ਔਰ ਪ੍ਰਭੂ ਦਾ ਧੰਨਵਾਦ ਹੈ, ਯਿਸੂ ਮਸੀਹ ਕਹਿ ਰਿਹਾ ਵੀ ਇਹ ਉਸੇ ਤਰ੍ਹਾਂ ਇੱਕ ਹੋਣ ਜਿਵੇਂ ਤੂੰ ਤੇ ਮੈਂ ਇੱਕ ਹਾਂ, ਤੂੰ ਮੇਰੇ ਵਿੱਚ ਹੈ, ਮੈਂ ਤੇਰੇ ਵਿੱਚ ਹਾਂ, ਇਹ ਵੀ ਇੱਕ ਹੋਣ। ਅਤੇ ਯਿਸੂ ਮਸੀਹ ਆਪਣੀ ਕਲੀਸਿਆ ਨੂੰ ਗੱਲ ਕਹਿ ਰਿਹਾ ਵੀ ਤੁਸੀਂ ਮੇਰੇ ਵਿੱਚ ਰਹੋ, ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ, ਉਸ ਤੋਂ ਬਾਅਦ ਜੋ ਮੰਗੋਗੇ ਤੁਹਾਡੇ ਲਈ ਹੋ ਜਾਵੇਗਾ। ਹੁਣ ਇੱਥੇ ਆਪਾਂ ਪੜ੍ਹ ਰਹੇ ਹਾਂ, ਉਹ ਯਿਸੂ ਮਸੀਹ ਏਕਤਾ ਦੇ ਬਾਰੇ ਗੱਲ ਕਰ ਰਹੇ ਹਾਂ। ਹਾਂਜੀ, ਤਾਂ ਜੋ ਜਗਤ ਸੱਤ ਮੰਨੇ। ਹੁਣ ਉਸ ਤੋਂ ਬਾਅਦ ਜਗਤ ਮੰਨੇਗਾ। ਸਾਰੇ ਬੋਲੋ ਹਾਲੇਲੂਇਆ। ਅੱਜ ਜਿੱਥੇ ਤੱਕ ਲੱਗ ਰਿਹਾ ਹੈ, ਮੰਨਣ ਦੀ ਬਜਾਏ ਲੋਕ ਉਂਗਲਾਂ ਚੱਕ ਰਹੇ ਨੇ। ਲੋਕ ਉਂਗਲਾਂ ਚੱਕ ਰਹੇ ਨੇ ਸੰਦੇਸ਼ ਦੇ ਲੋਕਾਂ ਦੇ ਉੱਪਰ ਵੀ, ਨਾਲੇ ਇਹ ਕਹਿੰਦੇ ਸੰਦੇਸ਼ ਦੇ ਵਿੱਚ ਆ, ਨਾਲੇ ਵੱਖਰੇ ਵੱਖਰੇ ਗਰੁੱਪ ਬਣਾਈ ਬੈਠੇ ਨੇ। ਜਗਤ ਮੰਨੇ ਵੀ ਇਹ ਯਿਸੂ ਮਸੀਹ ਦੇ ਨਾਲ ਇੱਕ ਨੇ। ਸਾਰੇ ਬੋਲੋ ਹਾਲੇਲੂਇਆ। ਲੱਗੀ ਸਾਰੇ ਸਮਝ। ਜਿੱਥੇ ਵੀ ਅਸੀਂ ਖੜਾਂਗੇ ਅਸੀਂ ਆਪਣੇ ਆਪ ਨੂੰ ਸੰਦੇਸ਼ ਦੇ ਲੋਕ ਕਵਾਂਗੇ, ਆਪਣੇ ਆਪ ਨੂੰ ਸੱਚੇ ਮਸੀਹ ਕਵਾਂਗੇ, ਪਰ ਸਾਡੇ ਕੰਮ, ਸਾਡੀਆਂ ਹਰਕਤਾਂ, ਸਾਡੇ ਸੁਭਾਅ ਇਹ ਜਗਤ ਨੂੰ ਕੁਝ ਹੋਰ ਬਿਆਨ ਕਰਨਗੇ, ਤੇ ਫਿਰ ਜਗਤ ਕਿਵੇਂ ਮੰਨੇਗਾ ਅਸੀਂ ਉਹਦੇ ਨਾਲ ਇੱਕ। ਯਿਸੂ ਮਸੀਹ ਕਹਿ ਰਿਹਾ ਹੈ ਵੀ ਜਗਤ ਮੰਨ ਲਵੇ ਵੀ ਇਹ ਇੱਕ ਨੇ। ਇਸ ਗੱਲ ਨੂੰ ਕੌਣ ਮੰਨ ਲਵੇ? ਜਗਤ ਮੰਨ ਲਵੇ। ਹੁਣ ਅਸੀਂ ਆਪਣੀ ਜ਼ਿੰਦਗੀ ਧਿਆਨ ਦਈਏ ਭੈਣੋ ਭਾਈਓ, ਕਿ ਸਾਡੇ ਬਾਰੇ ਵੀ ਕੁਝ ਕੋਈ ਕਹਿ ਰਿਹਾ ਹੋਵੇਗਾ ਕਿ ਨਹੀਂ ਕਹਿ ਰਿਹਾ ਹੋਵੇਗਾ। ਜਦੋਂ ਅਸੀਂ ਉਹ ਕੰਮ ਨਹੀਂ ਕਰਾਂਗੇ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਸਾਨੂੰ ਮਨਾ ਕੀਤਾ ਗਿਆ ਤੇ ਅਸੀਂ ਨਹੀਂ ਕਰਾਂਗੇ, ਤੇ ਫਿਰ ਜਗਤ ਕਹੇਗਾ ਵਾਕਈ ਯਾਰ ਇਹਦਾ ਬੜੇ ਪ੍ਰਭੂ ਦਾ ਧੰਨਵਾਦ ਹੈ ਵੀ ਇਹ ਲੋਕ ਇਹ ਕੰਮ ਨਹੀਂ ਕਰਦੇ। ਇਹ ਲੋਕ ਵਾਲਾਂ ਨੂੰ ਡਾਈ, ਕਿਉਂਕਿ ਵਾਲ ਬਾਈਬਲ 'ਚ ਕਿਹਾ ਗਿਆ ਵੀ ਚਿੱਟੇ ਤੋਂ ਕਾਲਾ ਤੂੰ ਨਹੀਂ ਕਰ ਸਕਦਾ, ਨਹੀਂ ਲਾ, ਫਿਰ ਹੀ ਜਗਤ ਕਹੇਗਾ ਕੁਛ। ਕਹਿਣ ਤੋਂ ਭਾਵ ਸਾਡੀ ਕੋਈ ਵੀ ਹਰਕਤ, ਸਾਡਾ ਕੋਈ ਵੀ ਕੰਮ ਜਗਤ ਦੇ ਮੂੰਹੋਂ ਪਰਮੇਸ਼ਰ ਦੀ ਭਾਵੇਂ ਵਡਿਆਈ ਕਢਵਾ ਦੇਵੇ ਤੇ ਭਾਵੇਂ ਪਰਮੇਸ਼ਰ ਦੀ ਬਦਨਾਮੀ ਕਰਵਾ ਦੇਵੇ। ਕਰਨਾ ਸਾਡੇ ਜੋ ਅਸੀਂ ਧਰਤੀ ਤੇ ਕਰ ਰਹੇ ਹਾਂ, ਸਾਡੇ ਕੰਮ ਨੇ ਬਿਆਨ ਕਰਨਾ ਵੀ ਅਸੀਂ ਕੀ ਕਰ ਰਹੇ ਹਾਂ। ਇਸ ਕਰਕੇ ਇਸ ਗੱਲ ਤੇ ਧਿਆਨ ਦਿਓ ਥੋੜਾ ਜਿਹਾ ਵੀ ਉਹ ਕਹਿ ਰਿਹਾ ਵੀ ਜਗਤ ਮੰਨ ਲਵੇ, ਇਹ ਸਾਡੇ ਵਿੱਚ ਇੱਕ ਹੋਣ। ਇਸ ਗੱਲ ਨੂੰ ਕੌਣ ਮੰਨ ਲਵੇ? ਜਗਤ ਮੰਨ ਲਵੇ ਭਾਈ ਤੈਂ ਮੈਨੂੰ ਘੱਲਿਆ ਹੈ। ਸਾਰੇ ਬੋਲੋ ਹਾਲੇਲੂਇਆ। ਯਿਸੂ ਮਸੀਹ ਆਇਆ ਧਰਤੀ ਤੇ ਇਹ ਇਸ ਤਰੀਕੇ ਨਾਲ ਇੱਕ ਹੋ ਜਾਣਾ ਵੀ ਜਗਤ ਮੰਨ ਲਵੇ ਵਾਕਈ ਇਹ ਯਿਸੂ ਮਸੀਹ ਦੇ ਲੋਕ ਨੇ, ਮਸੀਹ ਦੇ ਵਿੱਚ ਚੱਲਦੇ ਨੇ। ਜਿਵੇਂ ਯਿਸੂ ਮਸੀਹ ਨੇ ਕੀਤਾ ਨਾ ਉਵੇਂ ਇਹ ਕਰ ਰਹੇ ਨੇ। ਯਿਸੂ ਮਸੀਹ ਨੇ ਵੀ ਕਿਸੇ ਨੂੰ ਕੋਈ ਮਾੜਾ ਨਹੀਂ ਕਿਹਾ, ਇਹ ਵੀ ਲੋਕ ਮਾੜਾ ਨਹੀਂ ਕਹਿੰਦੇ। ਯਿਸੂ ਮਸੀਹ ਨੇ ਵੀ ਕਿਸੇ ਨੂੰ ਧੋਖਾ ਨਹੀਂ ਦਿੱਤਾ, ਇਹ ਵੀ ਲੋਕ ਧੋਖਾ ਨਹੀਂ ਦਿੰਦੇ। ਤਾਂ ਭੈਣੋ ਭਾਈਓ, ਇਹ ਜਗਤ ਮੰਨੇ ਇਸ ਗੱਲ ਨੂੰ ਵਾਕਈ ਇਹ ਲੋਕ ਇੱਕ ਨੇ, ਸੰਦੇਸ਼ ਦੇ ਵਿੱਚ ਇੱਕ ਨੇ, ਜਿੱਥੇ ਵੀ ਇਹ ਰਹਿ ਰਹੇ ਨੇ ਇਹ ਇੱਕ ਨੇ। ਪਰ ਅੱਜ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਖੁਦ ਮਸੀਹ ਲੋਕ ਮਸੀਹਾਂ ਲੋਕਾਂ ਦੀਆਂ ਗੱਲਾਂ ਕਰਦੇ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜੀ ਹੈ। ਜਿੱਥੇ ਗੜਬੜੀ ਹੈ ਉੱਥੇ ਏਕਤਾ ਨਹੀਂ ਹੈ। ਏਕਤਾ ਦਾ ਮਤਲਬ ਹੈ ਕਿਸੇ ਨਾਲ ਇੱਕ ਹੋ ਜਾਣਾ। ਹੁਣ ਕਿੱਥੇ ਇੱਕ ਨੇ? ਉਹ ਆਪਣੇ ਗਰੁੱਪ ਨਾਲ ਤੇ ਇੱਕ ਹੋ ਸਕਦੇ ਨੇ, ਆਪਣੇ ਕਿਸੇ ਸਿਸਟਮ ਦੇ ਨਾਲ ਤੇ ਇੱਕ ਹੋ ਸਕਦੇ ਨੇ, ਪਰ ਵਚਨ ਦੇ ਨਾਲ ਇੱਕ ਨਹੀਂ ਹੈ। ਵਚਨ ਦੇ ਨਾਲ ਏਕਤਾ ਦਾ ਮਤਲਬ ਹੈ ਵੀ ਜੋ ਵਚਨ ਕਹਿ ਰਿਹਾ ਉਸੇ ਤਰ੍ਹਾਂ ਕਰਨਾ। ਹੁਣ ਅਸੀਂ ਹਰ ਗੱਲ ਨੂੰ ਦੂਸਰੇ ਪਾਸੇ ਜੋੜ ਕੇ ਅਸੀਂ ਆਪਣੇ ਆਪ ਦੀ ਏਕਤਾ ਪ੍ਰਗਟ ਨਹੀਂ ਕਰ ਸਕਦੇ। ਏਕਤਾ ਦਾ ਮਤਲਬ ਇਹ ਹੈ ਵਚਨ ਦੇ ਨਾਲ ਤੁਸੀਂ ਕਿੱਥੇ ਏਕਤਾ ਦੇ ਵਿੱਚ। ਹਾਂਜੀ। ਅਤੇ ਜਿਹੜੀ ਵਡਿਆਈ ਤੈਂ ਮੈਨੂੰ ਦਿੱਤੀ, ਜਿਹੜੀ ਵਡਿਆਈ ਤੈਂ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ, ਉਹ ਮੈਂ ਉਹਨਾਂ ਨੂੰ ਦਿੱਤੀ ਹੈ, ਤਾਂ ਜੋ ਉਹ ਇੱਕ ਹੋਣ। ਉਹ ਵਡਿਆਈ ਇਸ ਲਈ ਦਿੱਤੀ ਹੈ ਤਾਂ ਜੋ ਉਹ ਇੱਕ ਹੋਣ ਜਿਸ ਤਰ੍ਹਾਂ ਅਸੀਂ, ਜਿਵੇਂ ਅਸੀਂ ਇੱਕੋ ਹਾਂ। ਵੇਖੋ ਇੱਕ ਹੋਣ ਨੂੰ ਕਿੰਨਾ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ। ਯਿਸੂ ਮਸੀਹ ਬਾਹਰ ਹੀ ਨਹੀਂ ਹੋ ਰਿਹਾ ਪਿਤਾ ਤੋਂ, ਕਿਸੇ ਤਰੀਕੇ ਨਾਲ ਵੱਖਰੇ ਹੋਣ ਦੀ ਗੱਲ ਕਰ ਹੀ ਨਹੀਂ ਰਿਹਾ ਗਾ। ਔਰ ਆਪਾਂ ਸਾਰੇ ਜਾਣਦੇ ਹਾਂ ਯਿਸੂ ਮਸੀਹ ਨੇ ਕਿਹਾ ਵੀ ਤੁਸੀਂ ਮੈਥੋਂ ਵੱਖਰੇ ਹੋ ਕੇ ਕੁਛ ਨਹੀਂ ਕਰ ਸਕਦੇ। ਜੇ ਅਸੀਂ ਉਹਦੀ ਟਹਿਣੀ ਆ ਤਾਂ ਫਿਰ ਜਿਹੜੀ ਟਹਿਣੀ ਫਲ ਦੇ ਰਹੀ ਹੈ, ਦੇਖੋ ਕਿ ਵੇਲ ਦੇ ਵਿੱਚੋਂ ਫਲ ਉਹੀ ਆ ਰਿਹਾ ਜੋ ਟਹਿਣੀ ਦੇ ਰਹੀ ਹੈ। ਜੇ ਉਹ ਫਲ ਨਹੀਂ ਦੇ ਰਹੀ ਤੇ ਇਹਦਾ ਮਤਲਬ ਉਹ ਉਸ ਵੇਲ ਦੇ ਨਾਲ ਨਹੀਂ ਹੈ। ਠੀਕ ਹੈ ਵੀ ਉਹ ਉਸ ਮਸੀਹਤ ਦੇ ਵਿੱਚ ਚੱਲ ਰਿਹਾ, ਉਹਨਾਂ ਲੋਕਾਂ ਦੇ ਵਿੱਚ ਚੱਲ ਰਿਹਾ, ਪਰ ਜੋ ਕੰਮ ਕਰਨੇ ਚਾਹੀਦੇ ਨਾ, ਜੋ ਮਸੀਹਤ ਦੇ ਵਿੱਚ ਹੋਣੇ ਚਾਹੀਦੇ ਨਾ, ਇਹ ਕਰ ਨਹੀਂ ਰਹਿ ਗਏ।
इस तरह ये नहीं हो रहा गा। ਇਹਦਾ मतलब ये ਉਸੇ सच्ची वेल ਦੇ लोग नहीं ने, सच्ची वेल ਦੀਆਂ सच्चियां टहनियां नहीं ने। ये जरूर इन्हां ਵਿੱਚ ਕਿਤੇ ਨਾ ਕਿਤੇ ਆਪਣੇ ਆਪ ਨੂੰ ਧੋਖਾ ਹੀ ਦੇ ਰਹੇ ਨੇ। कहता अपने आप ਨੂੰ मसीह ਰਹੇ ਨੇ पर है नहीं मसीह। ਸਾਰੇ ਬੋਲੋ ਹਾਲੇਲੂਇਆ। ਲੱਗ ਗਈ ਸਾਰਿਆਂ ਸਮਝ। ਵੇਖੋ ਜਦੋਂ ਭਾਈ ਇਬਰਾਹਿਮ ਨੇ ਆਖਿਆ, ਜਦੋਂ ਆਦਮੀ ਦਾ ਸਰੀਰ ਪ੍ਰਭੂ ਨੇ ਬਣਾਇਆ ਸੀਗਾ ਆਪਣੇ ਸਰੂਪ ਉੱਤੇ ਆਪਣੇ ਵਰਗਾ, ਤਾਂ ਉਹਦੀਆਂ ਜਿਹੜੀਆਂ ਪਸਲੀਆਂ ਸੀ ਨਾ, ਉਹਨਾਂ ਪਸਲੀਆਂ ਦੇ ਵਿੱਚੋਂ ਇੱਕ ਪਸਲੀ ਲਈ ਗਈ ਸੀ। ਇਸ ਕਰਕੇ ਹਵਾ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਉਹਦੇ ਨਾਲ ਇੱਕ ਹੋਣ ਦੇ ਉਹਦੇ ਵਿੱਚੋਂ ਇੱਕ ਕੱਢਿਆ ਗਿਆ। ਤੇ ਜੇ ਅਸੀਂ ਯਿਸੂ ਮਸੀਹ ਵਿੱਚੋਂ ਕੱਢੇ ਗਏ ਹਾਂ, ਜੇ ਸਾਡਾ ਜਨਮ ਯਿਸੂ ਮਸੀਹ ਦੇ ਵਿੱਚ ਹੋਇਆ, ਤੇ ਫਿਰ ਸਾਡਾ ਸੁਭਾਅ ਕਿਵੇਂ ਵੱਖਰਾ ਹੋ ਸਕਦਾ? ਸਾਡੇ ਅੰਦਰ ਸੁਭਾਅ ਕਿਵੇਂ ਵੱਖਰਾ ਹੋ ਸਕਦਾ? ਅਸੀਂ ਕੋਈ ਹੋਰ ਗੱਲ ਕਿਵੇਂ ਕਰ ਸਕਦੇ ਹਾਂ? ਅਸੀਂ ਕਿਵੇਂ ਕਹਿ ਸਕਦੇ ਹਾਂ ਨਹੀਂ ਇਸ ਤਰ੍ਹਾਂ ਹੋ ਕਰ ਲਈਦਾ ਹੁੰਦਾ, ਇਸ ਤਰ੍ਹਾਂ ਕਿਤੇ ਕਿਤੇ ਚੱਲ ਜਾਂਦਾ ਹੁੰਦਾ? ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਦਿਲਾਸਾ ਨਾ ਦਈਏ। ਇਸ ਕਰਕੇ ਭੈਣੋ ਭਾਈਓ, ਕਿਉਂਕਿ ਬਚਨ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ। ਜਿੰਨੀ ਦੇਰ ਦੋ ਜਾਣੇ ਆਪਸ ਵਿੱਚ ਸਹਿਮਤ ਨਾ ਹੋਣਗੇ ਉਹ ਨਹੀਂ ਚੱਲ ਸਕਦੇ। ਤੁਸੀਂ ਇਹ ਦੇਖੋ, ਵਚਨ ਨਾਲ ਤੁਸੀਂ ਸਹਿਮਤ ਨਹੀਂ, ਤੁਸੀਂ ਇਹ ਕਹਿ ਰਹੇ ਅਸੀਂ ਮਸੀਹ ਹਾਂ, ਮਸੀਹ ਤੁਹਾਡੇ ਨਾਲ ਸਹਿਮਤ ਨਹੀਂ ਹੈ, ਤੇ ਫਿਰ ਅਸੀਂ ਆਪਣੇ ਆਪ ਨੂੰ ਮਸੀਹ ਕਿਵੇਂ ਕਹਿ ਰਹੇ ਹਾਂ? ਲੱਗਦਾ ਨਹੀਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਜਿਹੜਾ ਬੰਦਾ ਅੱਜ ਮਸੀਹਤ ਤੋਂ ਬਾਹਰ ਕੰਮ ਕਰ ਰਿਹਾ, ਜਿਹਨੂੰ ਫਿਕਰ ਹੀ ਨਹੀਂ ਹੈ ਮਸੀਹ ਦਾ, ਪ੍ਰਭੂ ਭੋਜ ਦਾ ਉਹਨੂੰ ਫਿਕਰ ਨਹੀਂ, ਕਿਉਂਕਿ ਕਿੰਦਾ ਭੋਜ ਹੈ? ਪ੍ਰਭੂ ਦਾ ਭੋਜ, ਪ੍ਰਭੂ ਦਾ ਵਚਨ ਪ੍ਰਭੂ ਦਾ ਭੋਜ ਹੈ। ਉਹ ਪ੍ਰਭੂ ਭੋਜ ਦੀ ਸੰਗਤੀ ਛੱਡ ਕੇ ਤੇ ਕਿਤੇ ਜਾ ਰਿਹਾ ਤੇ ਕਹਿ ਰਿਹਾ ਮੈਂ ਸੰਦੇਸ਼ ਦਾ ਬੰਦਾ, ਕਹਿ ਰਿਹਾ ਮੈਂ ਮਸੀਹ ਦੇ ਵਿੱਚ ਇੱਕ ਹਾਂ। ਫਿਕਰ ਉਹਨੂੰ ਪ੍ਰਭੂ ਦੇ ਭੋਜ ਦਾ ਹੀ ਨਹੀਂ ਕਰਦਾ ਜਿਹਦੇ ਨਾਲ ਇੱਕ ਹੈ। ਅੱਜ ਕੋਈ ਧਰਤੀ ਤੇ ਜਿਹੜੇ ਕਿਤੇ ਵਿਆਹ ਸ਼ਾਦੀ ਹੁੰਦਾ ਹੈ, ਜੇ ਕਿਸੇ ਦੇ ਵਿਆਹ ਸ਼ਾਦੀ ਤੇ ਨਾ ਜਾਵੇ ਤਾਂ ਸਾਰੀ ਉਮਰ ਦਾ ਲਾਂਭਾ ਲੈਣ ਜੋਗਾ ਹੋ ਜਾਂਦਾ। ਤੂੰ ਇਸ ਵਿਆਹ ਵਿੱਚ ਨਹੀਂ ਵੜਿਆ, ਤੂੰ ਇਸ ਵਿਆਹ ਵਿੱਚ ਨਹੀਂ ਵੜਿਆ। ਲੇਕਿਨ ਪ੍ਰਭੂ ਦੇ ਭੋਜ ਨੂੰ ਜਿਹੜਾ ਇੱਕ ਕਹ ਲਓ ਵਿਆਹ ਵਾਲੇ ਪ੍ਰੋਗਰਾਮ ਹੁੰਦਾ ਹਿਸਾਬ ਨਾਲ, ਉਹਦੇ ਵਿੱਚ ਜਾਣ ਦੇ ਲਈ ਲੋਕਾਂ ਨੂੰ ਦੇਖੋ ਫਿਕਰ ਹੀ ਨਹੀਂ। ਧਰਤੀ ਦਾ ਵਿਆਹ ਅਟੈਂਡ ਕਰਨ ਦੇ ਲਈ ਉਹਦਾ ਕਿਤੇ ਮੈਨੂੰ ਲਾਂਭਾ ਨਾ ਦੇਵੇ, ਉਹ ਮਾਰੀ ਨਾ ਜਾਂਦੇ ਨੇ, ਭਾਵੇਂ ਨਾ ਵੀ ਟਾਈਮ ਹੋਵੇ ਜਾਣ ਦਾ, ਫਿਰ ਵੀ ਜਾਂਦੇ ਨੇ। ਪਰ ਪ੍ਰਭੂ ਦੇ ਨਾਲ ਸੰਗਤੀ ਕਰਨ ਦੇ ਵਿੱਚ ਕੋਈ ਉਹਨਾਂ ਨੂੰ ਫਿਕਰ ਨਹੀਂ। ਫਿਰ ਅਸੀਂ ਕਹਿੰਦੇ ਅਸੀਂ ਇੱਕ ਹਾਂ, ਪ੍ਰਭੂ ਦੇ ਵਿੱਚ ਅਸੀਂ ਇੱਕ ਹਾਂ। ਜੇ ਇੱਕ ਹਾਂ ਤਾਂ ਫਿਰ ਇੱਕ ਆਤਮਾ ਹੋਣਾ ਚਾਹੀਦਾ। ਇੱਕ ਕੀ ਹੋਣਾ ਚਾਹੀਦਾ? ਆਦਮ ਤੇ ਹਵਾ ਦਾ ਸਰੀਰ ਤਾਂ ਵੱਖਰਾ ਵੱਖਰਾ ਸੀਗਾ, ਪਰ ਆਤਮਾ ਨਹੀਂ ਸੀ ਵੱਖਰਾ ਵੱਖਰਾ। ਆਤਮਾ ਇੱਕ ਹੀ ਸੀਗਾ ਉੱਥੇ ਜਿਹੜਾ ਉਹਨਾਂ ਨੂੰ ਚਲਾ ਰਿਹਾ ਸੀਗਾ। ਤੇ ਜਦੋਂ ਦੂਜਾ ਆਤਮਾ ਵਿੱਚ ਆਇਆ, ਉਹਨਾਂ ਨੇ ਉਹਨਾਂ ਦੋਵਾਂ ਸਰੀਰਾਂ ਬਾਰੇ ਦੱਸਿਆ। ਇਹ ਨੌਲੇਜ ਤੇਰੇ ਕੋਲ ਵੀ ਹੈਗੀ, ਤੂੰ ਵੀ ਸੇਵਕਾਈ ਦਾ ਕੰਮ ਸਾਂਭ ਸਕਦਾ, ਬੁਲਾਹਟ ਨਹੀਂ ਦੇਖਣੀ। ਲੱਗੀ ਸਾਨੂੰ ਸਮਝ? ਸਾਰੇ ਬੋਲੋ ਹਾਲੇਲੂਇਆ। ਹੁਣ ਯਿਸੂ ਮਸੀਹ ਦੇ ਨਾਲ ਸਾਡੀ ਕੁੜਮਾਈ ਹੋਈ। ਕੀ ਹੋਈ ਹੈ? ਕੁੜਮਾਈ ਹੋਈ। ਜਦੋਂ ਕਿਸੇ ਨਾਲ ਕੁੜਮਾਈ ਹੋ ਜਾਂਦੀ ਨਾ, ਔਰ ਅਸੀਂ ਉਹ ਦੂਸਰੇ ਬਾਰੇ, ਕਿਸੇ ਹੋਰ ਬਾਰੇ ਜੇ ਕੋਈ ਆਉਂਦਾ ਵੀ ਹੈ, ਤੁਹਾਨੂੰ ਕਹਿੰਦੇ ਭਾਈ ਚਲੋ ਸਾਡਾ ਬੱਚਾ ਮੰਗਿਆ ਗਿਆ, ਭਾਈ ਸਾਡਾ ਬੱਚਾ ਮੰਗਿਆ ਗਿਆ, ਕੋਈ ਹੋਰ ਘਰ ਨਾ ਵੇਖਿਆ। ਪਹਿਲਾਂ ਅਸੀਂ ਬੜਿਆਂ ਨੂੰ ਕਿਹਾ ਹੁੰਦਾ ਚਲੋ ਸਾਡੇ ਬੱਚੇ ਵਾਸਤੇ ਘਰ ਵੇਖਿਆ। ਹੁਣ ਅਸੀਂ ਆਪਣੀ ਜ਼ਿੰਦਗੀ ਝਾਤ ਮਾਰਨੀ ਹੈ ਕਿ ਅਸੀਂ ਯਿਸੂ ਮਸੀਹ ਨਾਲ ਕੁੜਮਾਈ ਸਾਡੀ ਹੋ ਚੁੱਕੀ ਹੈ ਕਿ ਅਜੇ ਵੀ ਹੋਰ ਘਰ ਵੇਖਣੇ ਪੈਣੇ। ਜੇ ਸਾਡੀ ਕੁੜਮਾਈ ਹੋ ਚੁੱਕੀ ਹੈ ਯਿਸੂ ਮਸੀਹ ਦੇ ਨਾਲ, ਤੇ ਕੁੜਮਾਈ ਹੋਣ ਤੋਂ ਬਾਅਦ ਸਾਡੇ ਜਿਹੜੀ ਸਾਡੀ ਸੋਚ ਹੈ ਨਾ, ਉਹ ਵੀ ਕੋਈ ਹੋਰ ਬੰਦੇ ਬਾਰੇ ਨਹੀਂ ਸੋਚ ਸਕਦੀ, ਕਿਸੇ ਹੋਰ ਘਰ ਬਾਰੇ ਨਹੀਂ ਸੋਚ ਸਕਦੀ, ਕਿਸੇ ਹੋਰ ਜਗ੍ਹਾ ਬਾਰੇ ਨਹੀਂ ਸੋਚ ਸਕਦੀ। ਜਿਹਦੇ ਨਾਲ ਸਾਡੀ ਕੁੜਮਾਈ ਹੋ ਚੁੱਕੀ ਹੈ, ਫਿਰ ਸਾਨੂੰ ਉਸੇ ਬਾਰੇ ਸੋਚਣਾ ਪਵੇਗਾ। ਤੇ ਇਸੇ ਤਰ੍ਹਾਂ ਭੈਣੋ ਭਾਈਓ, ਯਿਸੂ ਮਸੀਹ ਕੁਝ ਗੱਲਾਂ ਜਿਹੜੇ ਸਮਝਾ ਰਿਹਾ ਨਾ, ਉਹ ਕਹਿ ਰਿਹਾ ਵੀ ਇਸ ਤਰੀਕੇ ਨਾਲ ਇੱਕ ਹੋਣ, ਇੱਕ ਤਾਂ ਜਗਤ ਮੰਨ ਲਵੇ, ਤੇ ਜਿਹੜੀ ਤੂੰ ਮੈਨੂੰ ਵਡਿਆਈ ਦਿੱਤੀ ਨਾ, ਮੈਂ ਵੀ ਇਹਨਾਂ ਨੂੰ ਦੇ ਦਿੱਤੀ। ਇਹ ਇਸ ਲਈ ਦਿੱਤੀ ਹੈ ਤਾਂ ਕਿ ਇਹ ਵੀ ਸਾਡੇ ਵਿੱਚ ਇੱਕ ਹੋਣ। ਜੇ ਯਿਸੂ ਮਸੀਹ ਦੀ ਵਡਿਆਈ ਹੋਈ ਹੈ ਭੈਣੋ ਭਾਈਓ, ਤੇ ਕੀ ਸਾਡੇ ਨਾਲ ਕਰੇਗਾ? ਕਰੇਗਾ, ਫਿਰ ਉਹ ਵੀ ਸਾਡੇ ਵੀ ਕਰੇਗਾ।
हे मेरे पिता दे मुबारक लोगो आओ। हुण भैणो भाईओ असी अज एकता दे बारे जिहड़ी गल सिख रहे हां, एकता उदों होवेगी जदों तुहाडे अंदर आत्मा भी एक है। जे आत्मा दो आ गए ना, दो आत्मा दा तुसी हर एक आत्मा की परख करनी, असी मनना नहीं किसी आत्मा का कहना। जेड़ा आत्मा परमेश्वर वालों होवेगा ना, वो परमेश्वर दी गल्लां करेगा। जेड़ा आत्मा संसारी गल्लां करेगा, वो असी परख ओदी परख करनी है भी। जे तुहाडे कोल आत्मा की परख नहीं है ना, तो तुसी किसी नाल भी एक हो सकदे हो। तुसी क्योंकि जो तुहाडे बारे किसी ने माड़ी कर दी, वड्याई कर दी, या तुहाडे बारे कुछ उन्होंने कर दिता, तुसी झट कहना यार आ बंदा मेरे वाल की गल करदा। इस तरह नहीं भैणो भाईओ, कोई बंदा साडे वाल की गल भावें करे भावें ना करे, पर जो वचन ते खड़ा ना साडे नाल एक ही है। जे वह वचन ते उस वचन ते खड़ा जिस वचन ते असीं खड़े, फिर साडे नाल एक ही है। जे वह वचन ते नहीं खड़ा तो भावें साडियां जिन्नियां मर्जी तरीफां कीती जावे, फिर वो साडे नाल एक नहीं है, क्योंकि ਉਹਦੇ अंदर कुछ होर है। इस तरह वचन दे विच जदों एकता टुटी, एकता टुटन तो बाद ही उन्होंने सुभाਅ चेंज हो गया, उन्होंने सुनने दे विच फर्क आ गया। उसे परमेश्वर दे नाल संगति करते, वचन सुनते, कन्नां विच गल्लां सुनते, पर उसे परमेश्वर तो उन्होंने डर लगन लग गया। इस तरह जदों साडी संगति टुटदी है, सानू भी डर लगन लग जाता। उदों डर लगता जदों कोई होर आण के सानू अपनियां गल्लां विच ला के साडे बारे कुछ कह के सानू कह दिंदा भी तेरी बड़ी वधिया तेरी समझ है, तेरी बड़ी वधिया सोच है, तू बड़ा वधिया प्रचार कर सकदा है, तू बड़ा वधिया गीत गा सकदा है, जो कुछ भी गल्लां कह के किसी भी तरीके नाल शैतान को भरमाउण दे बहुत तरीके ने। पर असी भैनों भाईओ जिस जगह ते खड़े हैं ना, उस जगह ते खड़े रहना है, और ये देखना है भी जेड़ा बंदा मेरे नाल गल कर रहा है, हाँ ठीक है मेरी तारीफ कर लिया, गल वखरी है, पर की ये तारीफ जिहड़ी है परमेश्वर नूं भी जांदी कि मैनूं कल्ले नूं मिली जाती? क्योंकि यीशु मसीह ने कहा जिहड़ी वडियाई तू मैनूं दित्ती, वो वडियाई अगे आई है। लागे सारिਆਂ ਨੂੰ समझ? इस करके ये कलीसिया की वडियाई कोई बंदा नहीं कर रहा, खुद यीशु मसीह कर रहा है, जिहड़ी कलीसिया नूं अपने नाल एक होण दे लई कह रहा भी ये साडे विच साडे तरह एक होण, जिवें तू ते मैं एक हां। ये गल नूं वेख लो, प्रार्थना विच उहने छड्डिया नहीं है, जिवें तू ते मैं एक हां, जिवें तू मेरे विच मैं तेरे विच हां। यीशु मसीह ने वेखे जदों आपां पढ़दे हां, जदों यूहन्ना दी 14 दे पढ़दे हां, 14 दे भी पढ़ीए, 14 दे भी पढ़ीए। उस दिन तुसी जाणोगे भाई मैं अपने पिता विच, भाई मैं अपने पिता विच, और तुसी मेरे विच, तुसी मेरे विच, अते मैं तुहाडे ते विच, मैं तुहाडे विच। कोई होर बंदे दी गल नहीं कीती। उस दिन तुसी जान लवोगे, जे अज साडे विच यीशु मसीह दा वचन आ गया, अज ही सानू पता लग जाना साडे विच कौन है, ते जिहड़ा साडे विच है वो कौन है। सानू अज ही पता लग जाएगा भैणों भाईओ। इस गल नूं जरूर वेखो, जदों यीशु मसीह ने किते गल कीती है, पिता नूं उहने विच रखिया, जिवें तू ते मैं एक हां। इस करके असीं भी वचन नूं विच रखना है। वचन ही साडा पिता, वचन ही साडा पति है, वचन ही यीशु मसीह है, वचन ही परमेश्वर है। जे वचन दे नाल साडी एकता नहीं है, जे असीं वचन दे विच नहीं है, वचन साडे विच नहीं है, तो इहदा मतलब असीं किते ना किते धोखा खा रहे हैं। कोई बंदा जो मर्जी कह रहा है, असी किसी इंसान के कहण नाल, किसी बंदे के कहण नाल परमेश्वर नाल एक नहीं होणागा। असी एक होना है परमेश्वर के खुद के कहे हुए वचन के नाल। जे वचन साडी जिंदगी दे विचों बाहर है, तो यह मतलब असीं उहदे नाल एक नहीं है। फिर कोई सानू कही जाए भी संदेश का बंदा, बड़ा पुराना बंदा, बड़ी नॉलेज रखने वाला, बड़ा इस तरह काम करता, बड़ा उस तरह काम करता, लोग जो मर्जी कह रहे हैं। अज भी लोग जो आप देखते हाँ, मिस्र दे विच जिहड़े लोग निकले सी ना, मिस्र उन्हां विचों नहीं निकलिया सी। लागी सानूं समझ? हुण अज असीं ये भी देखते हाँ, अज भी कई लोग मिशनां विच निकला दे ने, पर मिशनां उन्हां विचों नहीं निकलदी, क्योंकि मिशन वाले काम उन्हां दे विच ने। सुभाव होए ईरखा, ओह छड़ना, जैलसी रखनी, झट च गुस्से हो जाना,
ਝਟ 'ਚ ਬਚਨ ਤੋਂ ਦੂਰ ਹੋ ਜਾਣਾ, ਝਟ 'ਚ ਫਿਰ ਆ ਜਾਣਾ। ਇਹ ਸਾਰੀਆਂ ਇਹ ਮਿਸ਼ਨਾਂ ਨੇ ਜਿਹੜੀਆਂ ਉਹ ਉਹਨਾਂ ਦੇ ਵਿੱਚ ਸਮਾਈਆਂ ਹੋਈਆਂ ਨੇ, ਜੋ ਮਿਸ਼ਨਾਂ 'ਚ ਆਤਮਾ 'ਚ ਕੰਮ ਕਰਦਾ। ਸੰਦੇਸ਼ ਦਾ ਬੰਦਾ ਇੱਕ ਖਰਾ ਬੰਦਾ ਹੋਵੇਗਾ, ਉਹ ਕਿਸੇ ਬੰਦੇ ਦੇ ਨਾਲ ਨਹੀਂ ਖੜੇਗਾ, ਕਿਸੇ ਬੰਦੇ ਦੀ ਸਿੱਖਿਆ ਤੇ ਨਹੀਂ ਖੜੇਗਾ, ਉਹ ਖੜੇਗਾ ਵਚਨ ਤੇ। ਹਾਂ, ਜਿਹੜੇ ਬੰਦੇ ਦੇ ਅੰਦਰ ਇਹੋ ਹੀ ਵਚਨ ਹੈ, ਫਿਰ ਅਸੀਂ ਉਸ ਬੰਦੇ ਨਾਲ ਖੜਨਾ। ਜਿਹੜੇ ਬੰਦੇ ਦੇ ਅੰਦਰ ਇਹੋ ਹੀ ਵਚਨ ਹੈ, ਕਿਉਂਕਿ ਯਿਸੂ ਮਸੀਹ ਕਹਿੰਦਾ ਜਿਵੇਂ ਤੂੰ ਤੇ ਮੈਂ ਇੱਕ ਹਾਂ, ਇਸੇ ਤਰ੍ਹਾਂ ਜਿਵੇਂ ਇਹ ਯਿਸੂ ਮਸੀਹ ਦਾ ਵਚਨ, ਕਿਉਂਕਿ ਉਹਨੇ ਕਿਹਾ ਇਹ ਜਿਹੜਾ ਆਤਮਾ ਹੈ ਨਾ ਤੁਹਾਡੇ ਕੋਲ ਆਵੇਗਾ, ਉਹ ਗੱਲਾਂ ਆਪਦੇ ਵੱਲੋਂ ਕੁਛ ਨਹੀਂ ਕਵੇਗਾ, ਮੇਰੀਆਂ ਗੱਲਾਂ ਹੀ ਲਵੇਗਾ। ਜਦੋਂ ਵਚਨ ਸਾਡੇ ਅੰਦਰ ਆਉਂਦਾ, ਅਸੀਂ ਸਮਝ ਜਾਵਾਂਗੇ ਇਹ ਉਸੇ ਵਚਨ ਦੀਆਂ ਗੱਲਾਂ ਨੇ, ਔਰ ਇਹ ਵੀ ਬੰਦਾ ਉਹੀ ਗੱਲ ਕਰ ਰਿਹਾ। ਇਸ ਕਰਕੇ ਅਸੀਂ ਇੱਕ ਹਾਂ। ਅਸੀਂ ਇੱਕ ਉਦੋਂ ਹੀ ਹੋ ਸਕਦੇ ਹਾਂ, ਧਰਤੀ 'ਤੇ ਵੀ ਅਸੀਂ ਉਦੋਂ ਹੋ ਸਕਦੇ ਹਾਂ ਜਦੋਂ ਇੱਕੋ ਹੀ ਆਤਮਾ ਦੇ ਹੇਠ ਆ, ਇੱਕੋ ਹੀ ਵਚਨ ਦੇ ਹੇਠ ਆ, ਅਤੇ ਉੱਪਰ ਵੀ ਉਹੀ ਇੱਕ ਹੈ ਜੋ ਵਚਨ ਹੈ। ਜੋ ਵਚਨ ਕਹਿੰਦਾ ਅਸੀਂ ਉਹ ਕਰਦੇ ਹਾਂ, ਤਾਂ ਧਰਤੀ 'ਤੇ ਵੀ ਅਸੀਂ ਪ੍ਰਭੂ ਦੇ ਹਾਂ ਅਤੇ ਉੱਪਰ ਵੀ ਅਸੀਂ ਪ੍ਰਭੂ ਦੇ ਹਾਂ। ਜੇ ਭਾਈ ਬ੍ਰਾਹਨਮ ਨੇ ਆਖਿਆ ਜੋ ਕੁਛ ਅਸੀਂ ਧਰਤੀ 'ਤੇ ਆ ਉਹ ਕੁਛ ਉੱਪਰ ਹੈ। ਇਸ ਗੱਲ ਨੂੰ ਅਸੀਂ ਲੈ ਕੇ ਚੱਲਣਾ। ਜੇ ਅਸੀਂ ਆਪਣੇ ਆਪ ਨੂੰ ਰੈਪਚਰ ਦੇ ਲਈ ਤਿਆਰ ਕਰ ਰਹੇ ਹਾਂ ਨਾ, ਅਤੇ ਰੈਪਚਰ 'ਚ ਉਹ ਬੰਦਾ ਜਾਵੇਗਾ ਜਿਹੜਾ ਉਹਦੇ ਨਾਲ ਇੱਕ ਹੈ। ਜਿਹੜਾ ਉਹਦੇ ਨਾਲ ਇੱਕ ਨਹੀਂ ਹੈ, ਉਹ ਰੈਪਚਰ ਦੀਆਂ ਉਮੀਦਾਂ ਛੱਡ ਦੇਵੇ। ਹਾਂ, ਰੈਪਚਰ ਇਕੱਲੇ ਇਕੱਲੇ ਬੰਦੇ ਦਾ ਹੋਣਾ, ਹਰੇਕ ਬੰਦੇ ਦਾ ਆਪਣਾ ਜੀਵਨ ਜਿਹੜਾ ਰੈਪਚਰ ਦੇ ਲਈ ਤਿਆਰ ਹੋਣਾ, ਇਹਨੂੰ ਕਿਸੇ ਨੇ ਤਿਆਰ ਨਹੀਂ ਕਰਨਾ, ਉਹਨੇ ਆਪਣੇ ਆਪ ਹੀ ਤਿਆਰ ਹੋਣਾ। ਉਹਨੇ ਆਪਣੀ ਸੰਭਾਲ ਆਪ ਹੀ ਕਰਨੀ, ਵੀ ਮੈਂ ਆਪਣੇ ਪਤੀ ਦੀ ਪਰਵਾਹ ਕਰਨੀ ਹੈ ਕਿ ਆਪਣੇ ਕਿਸੇ ਰਿਸ਼ਤੇਦਾਰ ਦੀ ਪਰਵਾਹ ਕਰਨੀ ਹੈ। ਮੈਨੂੰ ਹੁਣ ਪਤੀ ਦਾ ਫਿਕਰ ਚਾਹੀਦਾ ਕਿ ਮੈਨੂੰ ਕਿਸੇ ਹੋਰ ਦਾ ਫਿਕਰ ਚਾਹੀਦਾ। ਜੇ ਸਾਡੀ ਕੁੜਮਾਈ ਯਿਸੂ ਮਸੀਹ ਨਾਲ ਹੋ ਗਈ ਹੈ, ਅਤੇ ਫਿਰ ਸਾਨੂੰ ਯਿਸੂ ਮਸੀਹ ਦਾ ਹੀ ਫਿਕਰ ਕਰਨਾ ਚਾਹੀਦਾ ਵੀ ਯਿਸੂ ਮਸੀਹ ਕੀ ਚਾਹੁੰਦਾ। ਕਿਉਂਕਿ ਮੇਰੀ ਜੇ ਕੁੜਮਾਈ ਹੋ ਗਈ ਹੈ ਤਾਂ ਫਿਰ ਸ਼ਾਦੀ ਵੀ ਹੋਵੇਗੀ। ਸ਼ਾਦੀ ਹੋਣ ਤੋਂ ਬਾਅਦ ਹੀ ਇੱਕ ਹੋਣਾ, ਕੁੜਮਾਈ ਤਾਂ ਟੁੱਟ ਵੀ ਜਾਂਦੀ ਹੁੰਦੀ, ਲੱਗ ਹੀ ਸਾਰਾ ਸਮੇਂ। ਇਸ ਕਰਕੇ ਭੁਲੇਖੇ 'ਚ ਨਾ ਰਿਹਾ ਜੇ। ਤੁਹਾਡੇ ਨਾਲ ਏਕਤਾ ਜਿਹੜੀ ਹੈ ਹੁਣ ਇਹ ਪ੍ਰਗਟ ਕਰੇਗੀ ਧਰਤੀ 'ਤੇ ਵੀ ਤੁਹਾਡੀ ਕੁੜਮਾਈ ਕਿਹਦੇ ਨਾਲ ਹੋਈ। ਜਦੋਂ ਕੁੜਮਾਈ ਤੁਹਾਡੀ ਹੋ ਚੁੱਕੀ ਹੈ ਨਾ, ਫਿਰ ਤੁਹਾਨੂੰ ਹੋਰ ਹੋ ਸਕਦਾ ਉਦੋਂ ਵਧੀਆ ਵਧੀਆ ਘਰ ਮਿਲ ਜਾਣ, ਵਧੀਆ ਪਰਿਵਾਰ ਮਿਲ ਜਾਣ, ਅਮੀਰ ਮਿਲ ਜਾਣ, ਪਰ ਤੁਹਾਡੀ ਕੁੜਮਾਈ ਉਦੋਂ ਟੁੱਟੇਗੀ ਜਦੋਂ ਤੁਸੀਂ ਉਧਰ ਧਿਆਨ ਦਿਓਗੇ। ਜਦੋਂ ਸਾਡਾ ਧਿਆਨ ਯਿਸੂ ਮਸੀਹ ਦੇ ਵਚਨ ਵੱਲ ਹੀ ਹੋਵੇਗਾ, ਫਿਰ ਸਾਡੀ ਕੁੜਮਾਈ ਨੂੰ ਕੋਈ ਤੋੜ ਨਹੀਂ ਸਕਦਾ। ਇਸ ਕਰਕੇ ਭੈਣੋ ਭਾਈਓ, ਜੇ ਸਾਡੀ ਕੁੜਮਾਈ ਯਿਸੂ ਮਸੀਹ ਨਾਲ ਹੋਈ ਨਾ, ਫਿਰ ਸਾਡੀ ਸ਼ਾਦੀ ਵੀ ਯਿਸੂ ਨਾਲ ਹੀ ਹੋਈ। ਅਤੇ ਜਿਹਦੀ ਸ਼ਾਦੀ ਹੋਵੇਗੀ ਉਹਨੇ ਰੈਪਚਰ 'ਚ ਜਾਣਾ। ਉੱਥੇ ਸ਼ਾਦੀ ਦੇ ਲਈ ਤਾਂ ਰੈਪਚਰ 'ਚ ਜਾਣਾ, ਰੈਪਚਰ ਦੇ ਵਿੱਚ ਸ਼ਾਦੀ ਹੀ ਹੋਣੀ ਹੈ। ਉੱਥੇ ਕੀ ਹੈ? ਵਿਆਹ ਦਾ ਭੋਜ, ਵਿਆਹ ਦਾ ਭੋਜ। ਇਸ ਕਰਕੇ ਜ਼ਰੂਰ ਆਪਣੀਆਂ ਜ਼ਿੰਦਗੀਆਂ 'ਚ ਝਾਤ ਮਾਰਨਾ। ਹੁਣ ਇਹ ਵਚਨ ਥੋੜ੍ਹਾ ਜਿਹਾ ਸਖਤ ਵੀ ਹੁੰਦਾ, ਵਚਨ ਪਿਆਰ ਵੀ ਕਰਦਾ, ਵਚਨ ਤਾੜਨਾ ਵੀ ਦਿੰਦਾ। ਤਾੜਨਾ ਦੇ ਵਿੱਚ ਵੀ ਅਸੀਂ ਵਚਨ ਨੂੰ ਉਸੇ ਤਰ੍ਹਾਂ ਹੀ ਲੈਣਾ ਜਿਵੇਂ ਪਿਆਰ ਦੇ ਵਿੱਚ ਲੈਣਾ, ਕਿਉਂਕਿ ਪਤੀ ਤਾਂ ਪਤੀ ਰਹਿੰਦਾ, ਪਤੀ ਪਤੀ ਰਹਿੰਦਾ, ਜਿਹੜੀ ਪਤਨੀ ਪਤੀ ਦੇ ਅਧੀਨ। ਦੇਖੋ ਇਹ ਕੰਡੀਸ਼ਨਾਂ ਨੇ। ਇੱਕ ਪਰਿਵਾਰ ਦੇ ਵਿੱਚ ਇੱਕ ਪਤੀ, ਉਹਦਾ ਇੱਕ ਸੁਭਾਅ ਹੈ। ਇੱਕ ਕਲੀਸਿਆ ਦੇ ਵਿੱਚ ਸੇਵਕ ਹੈ, ਉਹਦਾ ਇੱਕ ਸੁਭਾਅ ਹੈ, ਉਹ ਵੀ ਇੱਕ ਪਤੀ ਪਤਨੀ ਦਾ ਰਿਸ਼ਤਾ ਨਿਭਾਉਂਦਾ। ਔਰ ਇੱਕ ਤੁਹਾਡਾ ਖੁਦ ਦਾ ਅਤੇ ਖੁਦ ਪਰਮੇਸ਼ਰ ਦਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ। ਉਹਦੇ ਵਿੱਚ ਮੈਂ ਵੀ ਪਤਨੀ ਹਾਂ, ਕਿਤੇ ਤੁਸੀਂ ਵੀ ਪਤਨੀ ਜੇ। ਔਰ ਜਿਹੜਾ ਰਿਸ਼ਤਾ ਅਸੀਂ ਨਿਭਾ ਰਹੇ ਹਾਂ ਨਾ, ਇੱਕ ਪਰਿਵਾਰ ਦੇ ਵਿੱਚ, ਇੱਕ ਪਰਿਵਾਰ ਦੇ ਵਿੱਚ ਵੀ ਅਸੀਂ ਮਿਲ ਕੇ ਚੱਲਣਾ, ਆਗਿਆਕਾਰੀ ਦੇ ਵਿੱਚ ਰਹਿਣਾ, ਕਿਉਂਕਿ ਅਸੀਂ ਇੱਕ ਹਾਂ। ਕਲੀਸਿਆ ਦੇ ਵਿੱਚ ਹੀ ਇੱਕ ਹੋ ਕੇ ਚੱਲਣਾ, ਕਿਉਂਕਿ ਆਪਣੀ ਸਮਝ ਨਹੀਂ ਵਰਤਣੀ। ਜਿਹੜਾ ਆਤਮਾ ਪਰਮੇਸ਼ਰ ਦਾ ਉਹ ਸੇਵਕ 'ਤੇ ਹੈ, ਤੇ ਉਹ ਕਲੀਸਿਆ 'ਤੇ ਹੈ। ਕਲੀਸਿਆ ਦੇ ਸੇਵਕ ਦਾ ਮਸਾ ਹੀ ਹੁੰਦਾ, ਲੱਗੇ ਸਾਰਾ ਸਮਝ। ਹੁਣ ਨਾ ਤਾਂ ਸੇਵਕ ਤੋਂ ਤੁਸੀਂ ਵੱਖਰੇ ਹੋ ਕੁਛ ਕਰ ਸਕਦੇ ਜੇ, ਅਤੇ ਨਾ ਹੀ ਸੇਵਕ ਵਚਨ ਤੋਂ ਵੱਖਰਾ ਹੋ ਕੁਛ ਕਰ ਸਕਦੇ। ਕਿਉਂਕਿ ਯੂਹੰਨਾ ਨੇ ਕਿਹਾ ਜਿਵੇਂ ਸਾਡੀ ਸੰਗਤੀ ਉਹਦੇ ਨਾਲ ਆਪਾਂ ਅੱਗੇ ਪੜ੍ਹਿਆ ਸੀਗਾ, ਜਿਵੇਂ ਸਾਡੀ ਸੰਗਤੀ ਉਹਦੇ ਨਾਲ ਨਾ, ਉਵੇਂ ਹੀ ਥੱਲੇ ਧਰਤੀ 'ਤੇ ਤੁਹਾਡੇ ਨਾਲ ਹੈ। ਔਰ ਪਿਤਾ ਦਾ ਧੰਨਵਾਦ ਹੈ, ਪ੍ਰਭੂ ਦਾ ਧੰਨਵਾਦ ਹੈ ਕਿ ਸਾਡੀ ਸੰਗਤੀ ਜਿਹੜੀ ਨਾ, ਹੁਣ ਠੀਕ ਹੈ ਸਾਡੀ ਆਪਸ ਵਿੱਚ ਵੀ ਹੈਗੀ ਹੈ, ਪਰ ਆਪਸ ਵਿੱਚ ਸਾਡੀ ਸੰਗਤੀ ਉਦੋਂ ਤੱਕ ਹੈ ਜਦੋਂ ਇੱਕੋ ਹੀ ਆਤਮਾ ਸਾਡੇ ਉੱਪਰ ਹੈ, ਇੱਕੋ ਹੀ ਵਚਨ ਹੈ। ਆਤਮਾ ਕੀ ਹੈ? ਵਚਨ। ਉਸੇ ਵਚਨ ਦੇ ਅਧੀਨ ਮੈਂ ਕੰਮ ਕਰ ਰਿਹਾ, ਉਸੇ ਵਚਨ ਦੇ ਅਧੀਨ ਤੁਸੀਂ ਕੰਮ ਕਰ ਰਹੇ ਹੋ। ਜਿੱਥੇ ਤੁਹਾਡੀ ਸੋਚ ਬਦਲ ਗਈ ਤੁਸੀਂ ਵੱਖਰੇ ਹੋ ਜਾਣਾ, ਜਿੱਥੇ ਮੇਰੀ ਸੋਚ ਬਦਲ ਗਈ ਮੈਂ ਵੱਖਰੇ ਹੋ ਜਾਣਾ। ਅਤੇ ਇਹ ਵੱਖਰੇ ਹੋਣਾ, ਇਹ ਪ੍ਰਭੂ ਤੋਂ ਕੁਛ ਪਾਉਣਾ ਨਹੀਂ ਹੈ, ਕਿਉਂਕਿ ਉਹਨੇ ਕਿਹਾ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ। ਕੁਛ ਦਾ ਮਤਲਬ ਤੁਹਾਡੇ ਪੱਲੇ ਹੁਣ ਕੁਛ ਵੀ ਨਹੀਂ ਹੈ। ਜੇ ਤੁਸੀਂ ਕੁਛ ਲੈਣਾ, ਜੇ ਤੁਸੀਂ ਕੁਝ ਚਾਹੁੰਦੇ ਜੇ, ਤੁਸੀਂ ਮੰਗੋ ਤੁਹਾਡੇ ਲਈ ਹੋ ਜਾਵੇ, ਫਿਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ। ਅਤੇ ਉਹ ਵਚਨ ਜਿਹੜਾ ਅੱਜ ਅਸੀਂ ਆਪਣੀ ਜ਼ਿੰਦਗੀ 'ਚ ਝਾਤ ਮਾਰਨੀ ਹੈ ਇਸ ਘੜੀ 'ਚ, ਅਤੇ ਜਿੰਨੇ ਅਸੀਂ ਬੈਠੇ ਹਾਂ ਇੱਥੇ ਵੀ ਵਚਨ ਹੈ, ਅਤੇ ਜਦੋਂ ਤੁਸੀਂ ਬਾਹਰ ਜਾਓਗੇ ਉੱਥੇ ਵੀ ਤੁਹਾਡੇ ਨਾਲ ਇਹੋ ਹੀ ਵਚਨ ਰਹਿਣਾ। ਜੋ ਅੱਜ ਤੁਹਾਡੇ ਅੰਦਰ ਹੈ
ਉਹ ਕੱਲ੍ਹ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ। ਇਹ ਨਹੀਂ ਸੀ ਕੱਲ੍ਹ ਨੂੰ ਹੋਰ ਬਣ ਜਾਈਏ, ਅੱਜ ਅਸੀਂ ਹੋਰ ਹਾਂ, ਕਿਉਂਕਿ ਯਿਸੂ ਮਸੀਹ ਕੱਲ੍ਹ ਅੱਜ ਤੇ ਯੁੱਗੋ ਯੁੱਗ ਕਿ ਉਹ ਯਿਸੂ ਮਸੀਹ ਦਾ ਆਤਮਾ, ਉਹ ਯਿਸੂ ਮਸੀਹ ਦੇ ਵਚਨ ਸਾਡੇ ਅੰਦਰ ਹੈ। ਇਸ ਕਰਕੇ ਅਸੀਂ ਅੱਜ ਹੋਰ ਤੇ ਕੱਲ੍ਹ ਹੋਰ ਨਹੀਂ ਹੋ ਜਾਣਾ। ਅਸੀਂ ਜੇ ਅੱਜ ਵੀ ਇੱਕ ਹਾਂ ਤੇ ਫਿਰ ਕੱਲ੍ਹ ਵੀ ਇੱਕ ਹੀ ਰਹਿਣਾ। ਠੀਕ ਹੈ, ਕਠਿਨਾਈਆਂ ਆਉਂਦੀਆਂ ਨੇ, ਮੁਸ਼ਕਿਲਾਂ ਆਉਂਦੀਆਂ ਨੇ, ਪਰੇਸ਼ਾਨੀਆਂ ਆਉਂਦੀਆਂ ਨੇ, ਪਰ ਸਾਡਾ ਘਰ ਕਿਤੇ ਰੇਤ 'ਤੇ ਨਹੀਂ ਬਣਿਆ ਵੀ ਆਣ ਕੇ ਜਿਹੜਾ ਮਰਜ਼ੀ ਢਾਹ ਕੇ ਚਲਾ ਜਾਵੇ। ਸਾਡਾ ਘਰ ਚਟਾਨ 'ਤੇ ਬਣਿਆ, ਸਾਨੂੰ ਕਿਸੇ ਗੱਲ ਨਾਲ ਨਹੀਂ ਢਾਹਿਆ ਜਾਏਗਾ। ਖੁਦ ਯਿਸੂ ਮਸੀਹ ਦਾ ਭਾਵੇਂ ਹੁਣ ਢਾਹ ਦੇਵੇ ਸਾਨੂੰ, ਪਰ ਕੋਈ ਨਹੀਂ ਢਾਹ ਸਕਦਾ, ਕਿਉਂਕਿ ਮੁਸ਼ਕਿਲਾਂ ਪਰੇਸ਼ਾਨੀਆਂ ਇਸ ਘਰ ਨੂੰ ਢਾਹ ਨਹੀਂ ਸਕਦੀਆਂ। ਇਸ ਕਰਕੇ ਯਿਸੂ ਮਸੀਹ ਚਟਾਨ ਹੈ, ਉਸ ਚਟਾਨ 'ਤੇ ਅਸੀਂ ਖੜ੍ਹੇ ਹਾਂ ਅਤੇ ਯਿਸੂ ਮਸੀਹ ਦੇ ਨਾਲ ਇੱਕ ਹਾਂ। ਜੇ ਉਹਦੇ ਨਾਲ ਇੱਕ ਹਾਂ, ਫਿਰ ਇਸ ਏਕਤਾ ਨੂੰ ਤੋੜਨ ਦੇ ਲਈ ਹੁਣ ਸ਼ੈਤਾਨ ਜਿੰਨੀਆਂ ਮਰਜ਼ੀ ਚਲਾਕੀਆਂ ਖੇਡ ਲਵੇ, ਸ਼ੈਤਾਨ ਜਿੰਨੇ ਮਰਜ਼ੀ ਕੰਮ ਕਰ ਲਵੇ, ਅਸੀਂ ਹਰੇਕ ਆਤਮਾ ਨੂੰ ਪਰਖਣਾ। ਕਿਸੇ ਵਿੱਚ ਵੀ ਵੜ ਕੇ ਆ ਸਕਦਾ, ਕਿਸੇ ਵਿੱਚ ਵੀ ਵੜ ਕੇ ਆ ਸਕਦਾ ਸਾਨੂੰ ਯਿਸੂ ਨਾਲ ਦੂਰ ਕਰਨ ਦੇ ਲਈ। ਪਰ ਭੈਣੋ ਭਾਈਓ, ਨਾ ਦਿਨੇ ਸੂਰਜ ਤੁਹਾਨੂੰ ਮਾਰੇਗਾ ਅਤੇ ਨਾ ਰਾਤੀ, ਰਾਤ ਦਿਨ ਤੁਹਾਡੀ ਰਾਖੀ ਕਰਦਾ। ਜੇ ਤੁਸੀਂ ਕਹਿ ਲਓ ਵੀ ਮੈਂ ਰਾਤ ਨੂੰ ਇਕੱਲਾ ਪਿਆ, ਮੇਰੇ ਕੋਲ ਕੋਈ ਵੀ ਨਹੀਂ ਹੈ, ਤਾਂ ਰਾਤ ਨੂੰ ਵੀ ਉਹ ਤੁਹਾਡੀ ਰਾਖੀ ਕਰਦਾ। ਸੁਪਨਿਆਂ ਵਿੱਚ ਤੁਹਾਡੀ ਰਾਖੀ ਕਰਦਾ, ਨੀਂਦ ਵਿੱਚ ਤੁਹਾਡੀ ਰਾਖੀ ਕਰਦਾ। ਨੀਂਦ ਦਾ ਜਿਹੜਾ ਸੁੱਤਾ ਬੰਦਾ ਬੜੀ ਦੂਰ ਤੱਕ ਪਹੁੰਚ ਜਾਂਦਾ, ਪਰ ਨੀਂਦ ਵਿੱਚ ਪ੍ਰਭੂ ਤੁਹਾਡੀ ਰਾਖੀ ਕਰਦਾ। ਲੱਗ ਗਈ ਸਾਰਿਆਂ ਸਮਝ? ਅਤੇ ਜੇ ਪ੍ਰਭੂ ਸਾਡੀ ਰਾਖੀ ਕਰਦਾ, ਉਹਨੇ ਕੀ ਕਿਹਾ ਵੀ ਜਿਹੜਾ ਨਾਮ ਤੂੰ ਮੈਨੂੰ ਦਿੱਤਾ ਨਾ, ਉਸੇ ਨਾਮ ਨਾਲ ਮੈਨੇ ਰੱਖਿਆ ਗਿਆ। ਉਹ ਨਾਮ ਯਿਸੂ ਮਸੀਹ ਹੈ। ਉਹ ਯਿਸੂ ਮਸੀਹ ਦਿਨ ਰਾਤ ਹੁਣ ਸਾਡੀ ਕੀ ਕਰਦਾ? ਰਾਖੀ ਕਰਦਾ। ਕਾਹਦੇ ਲਈ? ਵੀ ਇਹ ਅਸੀਂ ਉਹਦੇ ਨਾਲ ਇੱਕ ਰਹੀਏ। ਅਤੇ ਜੇ ਅਸੀਂ ਉਹਦੇ ਨਾਲ ਇੱਕ ਹਾਂ, ਤਾਂ ਫਿਰ ਸਾਡਾ ਰੈਪਚਰ ਕੌਣ ਰੋਕ ਸਕਦਾ? ਮੇਰਾ ਰੈਪਚਰ ਮੇਰੇ ਤੋਂ ਕੋਈ, ਸਾਰੇ ਬੋਲੋ ਹਾਲੇਲੂਇਆ। ਇਸ ਕਰਕੇ ਭੈਣੋ ਭਾਈਓ, ਧਿਆਨ ਦੇਣਾ ਇਸ ਏਕਤਾ 'ਤੇ। ਜਦ ਕਿ ਆਪਾਂ ਇਹਨਾਂ ਗੱਲਾਂ ਨੂੰ ਸਿੱਖਿਆ, ਪ੍ਰਭੂ ਤੁਹਾਨੂੰ ਬਰਕਤ ਦੇਵੇ, ਆਸ਼ੀਸ਼ ਦੇਵੇ। ਆਓ ਸਾਰੇ ਅੱਖਾਂ ਨੂੰ ਬੰਦ ਕਰ, ਸਾਰੇ ਅੱਖਾਂ ਨੂੰ ਬੰਦ ਕਰ ਲਈਏ।